नमस्कार दोस्तों, स्वागत है आपका हमारे यूट्यूब चैनल एग्ज़ाम प्रिपरेशन पर। आज का सेशन शुरू करने से पहले यदि आप हमारे चैनल पर नए हैं तो हमारे इस चैनल को सब्सक्राइब करें, वीडियो को लाइक करें, शेयर करें और बेल बटन को प्रेस करना ना भूलें। ਅੱਜ ਦੇ ਸੈਸ਼ਨ ਦੇ ਵਿੱਚ ਆਪਾਂ ਪੜਾਂਗੇ ਗੁਪਤ ਸਾਮਰਾਜ, ਸ਼੍ਰੀ ਗੁਪਤ ਤੋਂ ਲੈ ਕੇ ਵਿਸ਼ਨੂਗੁਪਤ ਤੱਕ। ਚੱਲਦੇ ਹਾਂ ਜੀ ਅੱਜ ਦੇ ਟੌਪਿਕ ਤੇ। ਵਿਚ ਡਾਇਨੈਸਟੀ ਰੂਲਡ ਇੰਡੀਆ ਬਿਟਵੀਨ 320 AD ਟੂ 550 AD। 320 ਈਸਵੀ ਤੋਂ ਲੈ ਕੇ 550 ਈਸਵੀ ਤੱਕ ਭਾਰਤ ਦੇ ਕਿਸ ਡਾਇਨੈਸਟੀ ਨੇ ਵੰਸ਼ ਨੇ ਰਾਜ ਕੀਤਾ? ਇਹਦਾ ਰਾਈਟ ਆਨਸਰ ਹੈ ਜੀ ਗੁਪਤ ਡਾਇਨੈਸਟੀ। ਹਾਂ ਚੱਲਦੇ ਹਾਂ ਜੀ ਕੁਝ ਇੰਪੋਰਟੈਂਟ ਫੈਕਟ ਤੇ। ਗੁਪਤ ਸਾਮਰਾਜ ਦੀ ਜਿਹੜੀ ਸਥਾਪਨਾ ਹੈ, ਪਹਿਲਾ ਆਪਣਾ ਜਿਹੜਾ ਫੈਕਟ ਹੈ ਉਹ ਇਹ ਹੈ ਵੀ 320 ਤੋਂ ਲੈ ਕੇ 550 ਈਸਵੀ ਤੱਕ ਇਸ ਦਾ ਜਿਹੜਾ ਗੁਪਤ ਸਾਮਰਾਜ ਦਾ ਜਿਹੜਾ ਸਮਾਂ ਰਿਹਾ। ਗੁਪਤ ਵੰਸ਼ ਦੀ ਸਥਾਪਨਾ ਸ਼੍ਰੀ ਗੁਪਤ ਨੇ ਕੀਤੀ। ਉਸਨੇ ਮਗਧ ਤੇ 240 ਤੋਂ ਲੈ ਕੇ 280 ਈਸਵੀ ਤੱਕ ਰਾਜ ਕੀਤਾ। ਸ਼੍ਰੀ ਗੁਪਤ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਘਟੋਤਕਚ 380 ਈਸਵੀ ਤੋਂ ਲੈ ਕੇ 319 ਈਸਵੀ ਤੱਕ ਰਾਜ ਕੀਤਾ। ਇੱਥੇ ਇੱਕ ਗੱਲ ਧਿਆਨਯੋਗ ਇਹ ਹੈ ਵੀ ਇਹ ਦੋਵੇਂ ਜਿਹੜੇ ਸ਼ਾਸਕ ਹੈ ਅਧੀਨ ਸ਼ਾਸਕ ਸੀ ਕੁਸ਼ਾਨ ਰਾਜਿਆਂ ਦੇ। ਠੀਕ ਹੈ ਜੀ, ਇਹ ਸੁਤੰਤਰ ਰਾਜ ਨਹੀਂ ਸੀ ਇਹਨਾਂ ਦਾ। ਠੀਕ ਹੈ, ਇਹ ਅਧੀਨ ਸ਼ਾਸਕ ਦੇ ਵਜੋਂ ਕੰਮ ਕਰ ਰਹੇ ਸੀ, ਕੁਸ਼ਾਨ ਵੰਸ਼ ਦੇ ਅਧੀਨ ਕੰਮ ਕਰ ਰਹੇ ਸੀ ਤੇ ਇਹਨਾਂ ਦੋਹਾਂ ਰਾਜਿਆਂ ਨੇ ਮਹਾਰਾਜ ਦੀ ਉਪਾਧੀ ਹੈ ਜਿਹੜੀ ਉਹ ਧਾਰਨ ਕੀਤੀ ਸੀ। ਘਟੋਤਕਚ ਹੈ ਜਿਹੜਾ ਉਹ ਘਟੋਤਕਚ ਦਾ ਜਿਹੜਾ ਪੁੱਤਰ ਸੀ ਉਹ ਚੰਦਰਗੁਪਤ ਪਹਿਲਾ ਸੀ। ਉਹ 320 ਦੇ ਵਿੱਚ ਗੱਦੀ ਤੇ ਬੈਠਾ ਤੇ 335 ਤੱਕ ਉਹਨੇ ਆਪਣਾ ਸ਼ਾਸਨ ਕੀਤਾ। ਤੇ ਇਹ ਜਿਹੜਾ ਚੰਦਰਗੁਪਤ ਪਹਿਲਾ ਹੈ ਇਹ ਗੁਪਤ ਅਜਿਹਾ ਸ਼ਾਸਕ ਸੀਗਾ ਜਿਸ ਨੇ ਸੁਤੰਤਰਤਾ ਦਾ ਐਲਾਨ ਕੀਤਾ ਤੇ ਮਹਾਰਾਜਾ ਧਰਾਜ ਦੀ ਉਪਾਧੀ ਧਾਰਨ ਕੀਤੀ। ਹਾਂਜੀ, ਚੰਦਰਗੁਪਤ ਪਹਿਲਾ, ਇਸ ਤੋਂ ਪਹਿਲਾਂ ਦੋ ਜਿਹੜੇ ਗੁਪਤ ਸਾਮਰਾਜ ਦੇ ਰਾਜੇ ਰਹੇ ਆ, ਸ਼੍ਰੀ ਗੁਪਤ ਤੇ ਘਟੋਤਕਚ। ਠੀਕ ਹੈ ਜੀ, ਇਹ ਦੋਨੋਂ ਜਿਹੜੇ ਸੀ ਕੁਸ਼ਾਨ ਵੰਸ਼ ਦੇ ਅਧੀਨ ਆ ਜਿਹੜੇ ਰਾਜ ਕਰਦੇ ਸੀ। ਪਰ ਪਹਿਲਾ ਜਿਹੜਾ ਆਜ਼ਾਦ ਜਿਹੜਾ ਰਾਜਾ ਸੀਗਾ ਗੁਪਤ ਵੰਸ਼ ਦਾ ਉਹ ਸੀਗਾ ਚੰਦਰਗੁਪਤ ਪਹਿਲਾ, ਜਿਸ ਨੇ ਮਹਾਰਾਜਾ ਧਰਾਜ ਦੀ ਉਪਾਧੀ ਧਾਰਨ ਕੀਤੀ ਸੀ। ਇਹ ਸਾਰੇ ਫੈਕਟ ਇੰਪੋਰਟੈਂਟ ਹੈ, ਧਿਆਨ 'ਚ ਰੱਖਣੇ ਜੀ। ਹਾਂਜੀ, ਜਿਹੜਾ ਚੰਦਰਗੁਪਤ ਪਹਿਲਾ ਸੀ ਉਸਨੇ ਗੁਪਤ ਸੰਮਤ ਚਲਾਇਆ ਤੇ ਚੰਦਰਗੁਪਤ ਪਹਿਲੇ ਨੇ ਲక్ష్ਮੀ ਵੰਸ਼ ਦੀ ਜਿਹੜੀ ਰਾਜਕੁਮਾਰੀ ਕੁਮਾਰੀ ਦੇਵੀ ਦੇ ਨਾਲ ਵਿਆਹ ਕਰਕੇ ਆਪਣੀ ਸ਼ਕਤੀ ਨੂੰ ਹੋਰ ਜ਼ਿਆਦਾ ਮਜ਼ਬੂਤ ਕੀਤਾ। ਠੀਕ ਹੈ ਜੀ, ਉਸਨੇ ਮਗਧ ਤੋਂ ਇਲਾਵਾ ਬਿਹਾਰ, ਬੰਗਾਲ, ਅਵਧ, ਇਲਾਹਾਬਾਦ ਦੇ ਇਲਾਕਿਆਂ ਨੂੰ ਵੀ ਆਪਣੇ ਅਧੀਨ ਕਰ ਲਿਆ ਤੇ ਇਹਨਾਂ ਸਾਰੇ ਕਾਰਨਾਂ ਕਰਕੇ ਚੰਦਰਗੁਪਤ ਜਿਹੜਾ ਪਹਿਲਾ ਉਸ ਨੂੰ ਗੁਪਤ ਵੰਸ਼ ਦਾ ਮੋਢੀ ਮੰਨਿਆ ਜਾਂਦਾ ਹੈ। ਗੁਪਤ ਵੰਸ਼ ਦਾ ਜਿਹੜਾ ਆਖਰੀ ਸ਼ਾਸਕ ਜਾਂ ਰਾਜਾ ਸੀਗਾ ਉਹ ਸੀ ਵਿਸ਼ਨੂਗੁਪਤ ਤੇ 550 ਈਸਵੀ ਦੇ ਵਿੱਚ ਗੁਪਤ ਸਾਮਰਾਜ ਦਾ ਜਿਹੜਾ ਉਹ ਪਤਨ ਹੋ ਜਾਂਦਾ ਹੈ। ਠੀਕ ਹੈ ਜੀ, ਇਹ ਸਾਰੇ ਫੈਕਟ ਤੁਸੀਂ ਧਿਆਨ 'ਚ ਰੱਖਣੇ ਜੀ, ਸਾਰੇ ਦੇ ਸਾਰੇ ਫੈਕਟ ਇੰਪੋਰਟੈਂਟ ਹੈ ਜੀ। ਗੁਪਤ ਵੰਸ਼ ਦਾ ਪਹਿਲਾ ਸ਼ਾਸਕ ਕਿਸ ਨੂੰ ਮੰਨਿਆ ਜਾਂਦਾ ਹੈ? ਠੀਕ ਹੈ ਜੀ, ਗੁਪਤ ਵੰਸ਼ ਦਾ ਜਿਹੜਾ ਪਹਿਲਾ ਸ਼ਾਸਕ ਹੈ ਜਿਹੜਾ ਉਹ ਸ਼੍ਰੀ ਗੁਪਤ ਸੀਗਾ। ਠੀਕ ਹੈ ਜੀ, ਜੇ ਸਵਾਲ ਆ ਜੇ ਗੁਪਤ ਵੰਸ਼ ਦਾ ਮੋਢੀ ਕਿਹਨੂੰ ਮੰਨਿਆ ਜਾਂਦਾ ਤਾਂ ਉਹਦਾ ਜਿਹੜਾ ਰਾਈਟ ਆਨਸਰ ਬਣੂਗਾ ਉਹ ਬਣੂਗਾ ਜੀ ਚੰਦਰਗੁਪਤ ਪਹਿਲਾ। ਠੀਕ ਹੈ ਜੀ, ਫਾਊਂਡਰ ਆ ਜੀ, ਫਸਟ ਫਾਊਂਡਰ ਆਫ ਗੁਪਤ ਪੀਰੀਅਡ। ਠੀਕ ਹੈ, ਤਾਂ ਉਹ ਆਏਗਾ ਚੰਦਰਗੁਪਤ ਪਹਿਲਾ। ਇਹ ਧਿਆਨ 'ਚ ਰੱਖਣਾ ਜੀ। ਗੁਪਤ ਵੰਸ਼ ਦਾ ਆਖਰੀ ਸ਼ਾਸਕ ਕੌਣ ਸੀ? ਵਿਸ਼ਨੂਗੁਪਤ ਜਿਹੜਾ ਉਹ ਆਖਰੀ ਸ਼ਾਸਕ ਸੀਗਾ। ਗੁਪਤ ਵੰਸ਼ ਦਾ ਮੋਢੀ ਕਿਸ ਨੂੰ ਮੰਨਿਆ ਜਾਂਦਾ ਹੈ? ਠੀਕ ਹੈ ਜੀ, ਇਹ ਚੰਦਰਗੁਪਤ ਪਹਿਲੇ ਨੂੰ ਗੁਪਤ ਵੰਸ਼ ਦਾ ਮੋਢੀ ਮੰਨਿਆ ਜਾਂਦਾ ਹੈ। ਹਾਂਜੀ, ਗੁਪਤ ਸਾਮਰਾਜ ਦੇ ਮੁੱਖ ਸਰੋਤ ਕਿੱਥੋਂ ਆਪਾਂ ਨੂੰ ਜਾਣਕਾਰੀ ਗੁਪਤ ਸਾਮਰਾਜ ਬਾਰੇ ਪ੍ਰਾਪਤ ਹੁੰਦੀ ਹੈ? ਹਾਂਜੀ, ਸਭ ਤੋਂ ਪਹਿਲਾਂ ਸਾਹਿਤਿਕ ਸਰੋਤ ਚੀਨੀ ਯਾਤਰੀ ਫਾਇਆਨ, ਉਹਦੀ ਕਿਤਾਬ ਦਾ ਨਾਮ ਸੀਗਾ ਫੋ ਕਿਊ ਕੀ। ਠੀਕ ਹੈ, ਫੋ ਕਿਊ ਕੀ। ਤੇ ਹਿਊਨ-ਸਾਂਗ ਜਿਹੜਾ ਹਰਸ਼ਵਰਧਨ ਦੇ ਕਾਲ ਵਿੱਚ ਆਇਆ ਸੀਗਾ, ਉਹਦੀ ਕਿਤਾਬ ਦਾ ਨਾਮ ਸੀਗਾ ਸੀ ਯੂ ਕੀ। ਇਹਨਾਂ ਦੀਆਂ ਯਾਤਰਾਵਾਂ ਤੋਂ ਵੀ ਗੁਪਤ ਰਾਜਿਆਂ ਬਾਰੇ ਜਾਣਕਾਰੀ ਮਿਲਦੀ ਹੈ। ਪੁਰਾਣ ਜਿਹਦੇ ਵਿੱਚ ਵਿਸ਼ਨੂੰ ਪੁਰਾਣ, ਵਾਜੂ ਪੁਰਾਣ, ਬ੍ਰਹਿਮੰਡ ਪੁਰਾਣ, ਇਹਨਾਂ ਤਿੰਨਾਂ ਪੁਰਾਣਾਂ ਤੋਂ ਵੀ ਗੁਪਤ ਵੰਸ਼ ਦੇ ਜਿਹੜੇ ਸ਼ਾਸਕ ਹੈ ਉਹਨਾਂ ਬਾਰੇ ਜਾਣਕਾਰੀ ਮਿਲਦੀ ਹੈ। ਵਿਸਾਖਾ ਦੱਤ ਦਾ ਨਾਟਕ ਸੀ ਦੇਵੀ ਚੰਦਰ ਗੁਪਤਮ। ਠੀਕ ਹੈ ਜੀ, ਉਸ ਤੋਂ ਵੀ ਆਪਾਂ ਨੂੰ ਗੁਪਤ ਰਾਜਿਆਂ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ। ਕਾਲੀਦਾਸ ਦੀਆਂ ਰਚਨਾਵਾਂ ਮੇਘਦੂਤ ਤੇ ਕੁਮਾਰ ਸੰਭਵ, ਸੁਦਰਕ ਦੀ ਰਚਨਾ ਮ੍ਰਿਸ਼ਕਟਿਅਮ ਤੇ ਵਾਤਸਾਨਿਆ ਦੀ ਰਚਨਾ ਕਾਮਸੂਤਰਾ, ਇਹਨਾਂ ਤੋਂ ਆਪਾਂ ਨੂੰ ਸਾਰਿਆਂ ਨੂੰ ਗੁਪਤ ਵੰਸ਼ ਦੇ ਰਾਜਿਆਂ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ। ਪ੍ਰਯਾਗ ਦਾ ਸ਼ਿਲਾਲੇਖ ਤੇ ਉਦੈਗਿਰੀ ਦਾ ਸ਼ਿਲਾਲੇਖ, ਜੂਨਾਗੜ੍ਹ ਸ਼ਿਲਾਲੇਖ, ਏਰਨ ਦਾ ਸ਼ਿਲਾਲੇਖ, ਸੋਨਾ, ਚਾਂਦੀ, ਤਾਂਬੇ ਦੇ ਬਣੇ ਹੋਏ ਸਿੱਕੇ ਤੇ ਸਮਾਰਕ, ਇਹਨਾਂ ਤੋਂ ਵੀ ਜਿਹੜੀ ਹੈ ਗੁਪਤ ਸ਼ਾਸਕ ਦੇ ਇਤਿਹਾਸ ਬਾਰੇ ਹੈ ਉਹ ਜਾਣਕਾਰੀ ਪ੍ਰਾਪਤ ਹੁੰਦੀ ਹੈ। ਠੀਕ ਹੈ ਜੀ, ਇਹ ਸਾਰੇ ਦੇ ਸਾਰੇ ਫੈਕਟ ਹੈ, ਇੰਪੋਰਟੈਂਟ ਹੈ, ਤੁਸੀਂ ਧਿਆਨ 'ਚ ਰੱਖਣੇ ਹੈ ਜੀ ਵੀ ਕਿਹਨੇ ਕਿਹੜੀ ਰਚਨਾ ਕੀਤੀ ਹੈ। ਚੀਨੀ ਯਾਤਰੀ ਫਾਇਆਨ ਦੇ ਵੇਰਵੇ ਕਿਸ ਕਿਤਾਬ ਦੇ ਵਿੱਚ ਦਰਜ ਹੈ? ਹਾਂਜੀ, ਉਹਦੀ ਕਿਤਾਬ ਦਾ ਨਾਮ ਸੀ ਫੋ ਕਿਊ ਕੀ। ਠੀਕ ਹੈ ਜੀ, ਫੋ ਕਿਊ ਕੀ, ਇਹ ਧਿਆਨ 'ਚ ਰੱਖ ਲੈਣਾ ਹੈ। ਠੀਕ ਹੈ, ਅੰਗਰੇਜ਼ੀ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੁੰਦਾ ਫੋ ਕਿਊ ਕੀ। ਠੀਕ ਹੈ ਜੀ, ਇਹ ਧਿਆਨ 'ਚ ਰੱਖਣਾ ਜੀ। ਇਹ ਫਾਇਆਨ ਦੀ ਬੁੱਕ ਦਾ ਨੇਮ ਸੀਗਾ ਤੇ ਜਿਹੜਾ ਹਰਸ਼ਵਰਧਨ ਦੇ ਕਾਲ ਵਿੱਚ ਹਿਊਨ-ਸਾਂਗ ਆਇਆ ਸੀ ਉਹਦੀ ਕਿਤਾਬ ਦਾ ਨਾਮ ਸੀ ਸੀ ਯੂ ਕੀ। ਠੀਕ ਹੈ ਜੀ, ਧਿਆਨ 'ਚ ਰੱਖਣਾ ਜੀ ਦੋਨੋਂ। ਵਿਸਾਖਾ ਦੱਤ ਦੀ ਜਿਹੜੀ ਰਚਨਾ ਸੀਗੀ ਉਹ ਸੀ ਮੁਦਰਾ ਰਾਖਸ਼, ਇਹ ਵੀ ਧਿਆਨ 'ਚ ਰੱਖਣਾ ਜੀ। ਠੀਕ ਹੈ ਜੀ, ਇਹ ਕੁਝ ਇੰਪੋਰਟੈਂਟ ਫੈਕਟ ਹੈ ਜਿਹੜੇ ਤੁਸੀਂ ਧਿਆਨ 'ਚ ਰੱਖਣੇ। ਗੁਪਤ ਕਾਲ ਦੇ ਵਿੱਚ ਕਿਹੜਾ ਚੀਨੀ ਯਾਤਰੀ ਆਇਆ ਸੀ? ਫਾਇਆਨ ਆਇਆ ਸੀਗਾ ਤੇ ਚੰਦਰਗੁਪਤ ਦੂਜੇ ਦੇ ਕਾਲ ਦੇ ਵਿੱਚ ਆਇਆ ਸੀਗਾ। ਠੀਕ ਹੈ ਜੀ, ਇਹ ਧਿਆਨ 'ਚ ਰੱਖਣੇ ਫੈਕਟ ਸਾਰੇ। ਹਾਂਜੀ, ਚਲਦੇ ਹਾਂ ਜੀ। ਚੰਦਰਗੁਪਤ ਜਿਹੜਾ ਗੁਪਤ ਸਾਮਰਾਜ ਹੈ ਉਹਦੀ ਸ਼ੁਰੂਆਤ ਤੋਂ ਸ਼੍ਰੀ ਗੁਪਤ, ਉਹਦਾ ਕਾਰਜਕਾਲ ਸੀ 240 ਤੋਂ ਲੈ ਕੇ 280 ਈਸਵੀ ਪੂਰਵ ਤੇ ਘਟੋਤਕਚ ਜਿਹਦਾ ਕਾਰਜਕਾਲ ਸੀ 280 ਤੋਂ ਲੈ ਕੇ 320 ਈਸਵੀ ਪੂਰਵ। ਹਾਂਜੀ, ਸ਼੍ਰੀ ਗੁਪਤ
ਸ਼੍ਰੀ ਗੁਪਤ ਹੈ, ਇਹਦਾ ਜਿਹੜਾ ਸ਼ਾਸਨ ਕਾਲ ਹੈ ਉਹ 240 ਤੋਂ 280 ਈਸਵੀ ਤੱਕ ਹੈ। ਤੇ ਇਸਨੇ ਗੁਪਤ ਰਾਜਵੰਸ਼ ਦੀ ਸਥਾਪਨਾ ਕੀਤੀ ਤੇ ਇਹ ਮਗਧ ਜਿਸ ਨੂੰ ਕਿ ਅੱਜ ਆਧੁਨਿਕ ਬਿਹਾਰ ਕਿਹਾ ਜਾਂਦਾ ਉਹਦਾ ਪਹਿਲਾ ਸ਼ਾਸਕ ਸੀ ਤੇ ਪਾਟਲੀਪੁੱਤਰ ਇਸ ਦੀ ਰਾਜਧਾਨੀ ਸੀ। ਇਸਨੇ 240 ਤੋਂ ਲੈ ਕੇ 280 ਈਸਵੀ ਤੱਕ ਇਸ ਨਾਲ ਰਾਜ ਕੀਤਾ, ਲਗਭਗ 40 ਸਾਲ ਰਾਜ ਕੀਤਾ ਤੇ ਮਹਾਰਾਜਾ ਦੀ ਉਪਾਧੀ ਧਾਰਨ ਕੀਤੀ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਇਹ ਭਾਰਸ਼ਿਵਾ ਦੇ ਅਧੀਨ ਇੱਕ ਛੋਟਾ ਜਿਹਾ ਰਾਜ ਜਿਹਨੂੰ ਪ੍ਰਯਾਗ ਕਹਿੰਦੇ ਸੀ ਉਹਦਾ ਰਾਜਾ ਸੀ। ਠੀਕ ਹੈ ਜੀ। ਘਟੋਤਕਚ 280 ਤੋਂ ਲੈ ਕੇ 320 ਈਸਵੀ ਪੂਰਵ ਈਸਵੀ ਤੱਕ ਲਗਭਗ 40 ਸਾਲ ਇਸ ਦਾ ਸ਼ਾਸਨ ਰਿਹਾ ਇਹਦਾ ਵੀ। ਸ਼੍ਰੀ ਗੁਪਤ ਦਾ ਪੁੱਤਰ ਸੀਗਾ ਘਟੋਤਕਚ, 240-80 ਈਸਵੀ ਤੋਂ ਲੈ ਕੇ 320 ਈਸਵੀ ਤੱਕ ਇਸ ਨੇ ਰਾਜ ਕੀਤਾ ਤੇ ਇਸ ਨੇ ਵੀ ਮਹਾਰਾਜਾ ਦਾ ਖਿਤਾਬ ਹੈ ਇਸ ਧਾਰਨ ਕੀਤਾ। ਘਟੋਤਕਚ ਦਾ ਰਾਜ ਸ਼ਾਇਦ ਪਾਟਲੀਪੁੱਤਰ ਤੇ ਉਸਦੇ ਗਵਾਂਢੀ ਖੇਤਰਾਂ ਨੂੰ ਕਵਰ ਕਰਦਾ ਸੀ। ਨੋਟ ਕੀ ਕਰਨਾ ਆਪਾਂ, ਦੋਨੋਂ ਦੇ ਦੋਨੋਂ ਜਿਹੜੇ ਰਾਜੇ ਸੀਗੇ ਉਹ ਪ੍ਰਭੂ ਸੱਤਾ ਸੰਪੰਨ ਨਹੀਂ ਸਨ, ਉਹ ਕਿਸਾਨ ਸ਼ਾਸਕਾਂ ਦੇ ਅਧੀਨ ਰਾਜ ਕਰ ਰਹੇ ਸਨ। ਠੀਕ ਹੈ ਜੀ, ਇਹ ਧਿਆਨ 'ਚ ਰੱਖਣਾ ਹੈ। ਟਾਈਮ ਪੀਰੀਅਡ ਧਿਆਨ 'ਚ ਰੱਖਣਾ ਹੈ। ਸ਼੍ਰੀ ਗੁਪਤ ਦਾ 240 ਈਸਵੀ ਤੋਂ ਲੈ ਕੇ 280 ਈਸਵੀ ਤੱਕ, ਘਟੋਤਕਚ ਦਾ 280 ਤੋਂ ਲੈ ਕੇ 320 ਈਸਵੀ ਤੱਕ। ਠੀਕ ਹੈ। ਰਾਜਧਾਨੀ ਇਹਨਾਂ ਦੀ ਪਾਟਲੀਪੁੱਤਰ ਸੀਗੀ, ਮਗਧ ਦੇ ਰਾਜਾ ਸੀ, ਕੁਸ਼ਾਣ ਵੰਸ਼ ਦੇ ਅਧੀਨ ਇਹਨਾਂ ਨੇ ਰਾਜ ਕੀਤਾ ਹੈ। ਠੀਕ ਹੈ ਜੀ। ਤੇ ਮਹਾਰਾਜਾ ਦੀ ਦੋਹਾਂ ਜਣਿਆਂ ਨੇ ਉਪਾਧੀ ਧਾਰਨ ਕੀਤੀ ਹੈ। ਇਹ ਫੈਕਟ ਹੈ ਜਿਹੜੇ ਤੁਸੀਂ ਧਿਆਨ 'ਚ ਰੱਖਣੇ ਹੈ ਜੀ। ਠੀਕ ਹੈ ਜੀ। ਸ਼੍ਰੀ ਗੁਪਤ ਅਤੇ ਘਟੋਤਕਚ ਗੁਪਤ ਜਿਹੜੇ ਸ਼ਾਸਕ ਸੀਗੇ ਉਸਨੇ ਕਿਸ ਦੀ ਅਧੀਨਤਾ ਸਵੀਕਾਰ ਕੀਤੀ ਸੀ? ਹਾਂਜੀ, ਕੁਸ਼ਾਣ ਵੰਸ਼ ਦੇ ਰਾਜਿਆਂ ਦੀ ਉਹਨਾਂ ਨੇ ਅਧੀਨਤਾ ਸਵੀਕਾਰ ਕੀਤੀ ਸੀ। ਠੀਕ ਹੈ ਜੀ, ਧਿਆਨ 'ਚ ਰੱਖਣਾ। ਕਿਸ ਗੁਪਤ ਸ਼ਾਸਕ ਨੇ ਮਹਾਰਾਜ ਦੀ ਉਪਾਧੀ ਧਾਰਨ ਕੀਤੀ ਸੀ? ਹਾਂਜੀ, ਸ਼੍ਰੀ ਗੁਪਤ ਨੇ ਵੀ ਧਾਰਨ ਕੀਤੀ ਸੀ ਤੇ ਉਹਦੇ ਪੁੱਤਰ ਘਟੋਤਕਚ ਨੇ ਵੀ ਕੀਤੀ ਸੀ। ਇਹਦਾ ਰਾਈਟ ਆਨਸਰ ਆ ਜਾਏਗਾ ਉਪਰੋਕਤ ਦੋਹਾਂ ਨੇ। ਠੀਕ ਹੈ ਜੀ। ਜਿਹੜਾ ਚੰਦਰਗੁਪਤ ਪਹਿਲਾ ਸੀਗਾ ਇਹਨੇ ਮਹਾਰਾਜਾ ਧਿਰਾਜ ਦੀ ਉਪਾਧੀ ਧਾਰਨ ਕੀਤੀ ਸੀ। ਠੀਕ ਹੈ ਜੀ, ਇਹ ਧਿਆਨ 'ਚ ਰੱਖਣਾ। ਹਾਂਜੀ, ਅਗਲਾ ਹੈ ਆਪਣੇ ਕੋਲ ਟੌਪਿਕ ਚੰਦਰਗੁਪਤ ਪਹਿਲਾ। ਇਹਦਾ ਸ਼ਾਸਨ ਪੀਰੀਅਡ ਧਿਆਨ 'ਚ ਰੱਖਣਾ ਹੈ 320 ਈਸਵੀ ਤੋਂ ਲੈ ਕੇ 335 ਈਸਵੀ ਤੱਕ। ਠੀਕ ਹੈ ਜੀ। ਹਾਂਜੀ, ਕੁਝ ਇੰਪੋਰਟੈਂਟ ਫੈਕਟ ਜਿਹੜੇ ਚੰਦਰਗੁਪਤ ਪਹਿਲੇ ਨਾਲ ਸੰਬੰਧਿਤ ਹੈ। ਸਭ ਤੋਂ ਪਹਿਲਾਂ ਦਾ ਸ਼ਾਸਨ ਪੀਰੀਅਡ ਧਿਆਨ 'ਚ ਰੱਖ ਲੈਣਾ 320 ਤੋਂ 335 ਈਸਵੀ ਤੱਕ। ਠੀਕ ਹੈ ਜੀ। ਚੰਦਰਗੁਪਤ ਪਹਿਲਾ ਜਿਹੜਾ ਇਸ ਰਾਜਵੰਸ਼ ਦਾ ਪ੍ਰਮੁੱਖ ਸ਼ਾਸਕ ਸੀਗਾ ਚੰਦਰਗੁਪਤ ਪਹਿਲਾ। ਠੀਕ ਹੈ। ਉਸਨੇ ਮਗਧ, ਕੌਸ਼ਲ, ਕੁਸ਼ਾਂਬੀ ਨੂੰ ਆਪਣੇ ਅਧੀਨ ਕਰ ਲਿਆ ਤੇ ਉਹਨਾਂ ਨੂੰ ਆਪਣੇ ਸਾਮਰਾਜ ਦੇ ਵਿੱਚ ਮਿਲਾਇਆ। ਠੀਕ ਹੈ ਜੀ, ਇਹ ਧਿਆਨ 'ਚ। ਮਹਾਰਾਜਾ ਧਿਰਾਜ ਦੀ ਉਪਾਧੀ ਹੈ ਇਸਨੇ ਧਾਰਨ ਕੀਤੀ। ਲక్ష్ਮੀ ਰਾਜਵੰਸ਼ ਦੀ ਰਾਜਕੁਮਾਰੀ ਕੁਮਾਰੀ ਦੇਵੀ ਦੇ ਨਾਲ ਇਸਨੇ ਵਿਆਹ ਕਰਵਾਇਆ। ਠੀਕ ਹੈ ਜੀ, ਧਿਆਨ ਰੱਖਣਾ ਹੈ। ਲక్ష్ਮੀ ਰਾਜਵੰਸ਼ ਦੇ ਘਰਾਣੇ ਦੇ ਵਿੱਚੋਂ ਸੀਗੀ ਰਾਜਕੁਮਾਰੀ ਕੁਮਾਰੀ ਦੇਵੀ। ਗੁਪਤ ਜਿਹੜੇ ਸ਼ਿਲਾਲੇਖਾਂ ਤੋਂ ਪਤਾ ਚੱਲਦਾ ਹੈ ਕਿ ਚੰਦਰਗੁਪਤ ਪਹਿਲਾ ਗੁਪਤ ਵੰਸ਼ ਦਾ ਪਹਿਲਾ ਸੁਤੰਤਰ ਸ਼ਾਸਕ ਸੀ। ਠੀਕ ਹੈ ਜੀ। ਇਹਨਾਂ ਨੇ ਇਸਨੇ ਕੁਸ਼ਾਣਾਂ ਰਾਜਿਆਂ ਦੀ ਅਧੀਨਤਾ ਸਵੀਕਾਰ ਨਹੀਂ ਕੀਤੀ ਸੀ ਤੇ ਇੱਕ ਸੁਤੰਤਰ ਰਾਜ ਦੀ ਸਥਾਪਨਾ ਕੀਤੀ ਸੀ। ਚੰਦਰਗੁਪਤ ਪਹਿਲੇ ਨੇ ਗੁਪਤ ਸੰਮਤ ਦੀ ਸਥਾਪਨਾ ਕੀਤੀ ਸੀ 319 ਤੇ 320 ਈਸਵੀ ਦੇ ਵਿੱਚ। ਠੀਕ ਹੈ ਜੀ। ਗੁਪਤ ਸੰਮਤ ਤੇ ਸ਼ਕ ਸੰਮਤ ਦੇ ਵਿੱਚ 241 ਸਾਲ ਦਾ ਫਰਕ ਹੈ। ਠੀਕ ਹੈ ਜੀ। ਜਿਹੜਾ ਹੈ ਸ਼ਕ ਸੰਮਤ ਉਹ 78 ਈਸਵੀ ਦੇ ਵਿੱਚ ਚੱਲਦਾ ਹੈ ਤੇ ਜਿਹੜਾ ਗੁਪਤ ਹੈ ਉਹ 319 ਦੇ ਵਿੱਚ ਚੱਲਦਾ ਹੈ। ਜਦੋਂ ਇਹਨਾਂ ਦੀ ਆਪਾਂ ਮਾਈਨਸ ਕਰਾਂਗੇ ਤਾਂ ਆਪਣੇ ਕੋਲ 241 ਉੱਤਰ ਬਣ ਜਾਏਗਾ। ਠੀਕ ਹੈ ਜੀ, ਧਿਆਨ 'ਚ ਰੱਖਣਾ 241 ਸਾਲ ਦਾ ਫਰਕ ਸੀ। ਹਾਂਜੀ, ਸਭ ਤੋਂ ਪਹਿਲਾਂ ਸੋਨੇ ਦੇ ਸਿੱਕੇ ਜਾਰੀ ਕੀਤੇ ਸੀ ਚੰਦਰਗੁਪਤ ਪਹਿਲੇ ਨੇ ਤੇ ਸਿੱਕਿਆਂ ਨੂੰ ਦਿਨਾਰ ਜਾਂ ਸਵਰਨ ਮੁਦਰਾ ਕਿਹਾ ਜਾਂਦਾ ਸੀ। ਇਹ ਧਿਆਨ 'ਚ ਰੱਖ ਲੈਣਾ। ਤੇ ਚੰਦਰਗੁਪਤ ਪਹਿਲੇ ਨੂੰ ਗੁਪਤ ਯੁੱਗ ਦਾ ਮੋਢੀ ਕਿਹਾ ਜਾਂਦਾ ਹੈ। ਇਹ ਧਿਆਨ ਰੱਖ ਲੈਣਾ। ਫਾਊਂਡਰ ਕਿਹਾ ਜਾਂਦਾ ਹੈ ਗੁਪਤ ਯੁੱਗ ਦਾ, ਕਿਉਂਕਿ ਇਹ ਪਹਿਲਾ ਸੁਤੰਤਰ ਸ਼ਾਸਕ ਸੀ, ਰਾਜਾ ਸੀ। ਠੀਕ ਹੈ ਜੀ, ਇਹ ਸਾਰੇ ਫੈਕਟ ਇੰਪੋਰਟੈਂਟ ਹੈ, ਧਿਆਨ 'ਚ ਰੱਖਣੇ ਜੀ। ਹੇਠ ਲਿਖੇ ਗੁਪਤ ਸ਼ਾਸਕਾਂ ਵਿੱਚੋਂ ਕਿਸ ਨੇ ਪਹਿਲੀ ਵਾਰ ਸੋਨੇ ਦੇ ਸਿੱਕੇ ਜਿਹੜੇ ਜਾਰੀ ਕੀਤੇ ਸੀਗੇ? ਠੀਕ ਹੈ ਜੀ, ਉਹ ਸੀਗਾ ਚੰਦਰਗੁਪਤ ਪਹਿਲਾ ਸੀਗਾ। ਠੀਕ ਹੈ ਜੀ। ਕੈਪੀਟਲ ਆਫ ਗੁਪਤ ਵਾਸ, ਜਿਹੜੇ ਗੁਪਤ ਹੈ ਉਹਨਾਂ ਦੀ ਰਾਜਧਾਨੀ ਸੀ ਪਾਟਲੀਪੁੱਤਰ। ਠੀਕ ਹੈ ਜੀ। ਹੂ ਅਮੰਗ ਦੀ ਫੋਲੋਇੰਗ ਗੁਪਤ ਰੂਲਰਸ, ਹੇਠਾਂ ਦਿੱਤੇ ਕਿਹੜੇ ਗੁਪਤ ਸ਼ਾਸਕ ਹੈ ਜਿਹਨੇ ਵਿਆਹ ਕਰਾਇਆ ਸੀ ਇੱਕ ਲੜਕੀ ਦੇ ਨਾਲ ਜਿਹੜੀ ਕਿ ਲక్ష్ਮੀ ਕਲਾਨ ਦੇ ਵਿੱਚੋਂ ਸੀ, ਘਰਾਣੇ ਦੇ ਵਿੱਚੋਂ ਸੀਗੀ। ਹਾਂਜੀ, ਉਹ ਸੀ ਚੰਦਰਗੁਪਤ ਪਹਿਲਾ। ਠੀਕ ਹੈ ਜੀ। ਕੁਮਾਰੀ ਦੇਵੀ, ਰਾਜਕੁਮਾਰੀ ਕੁਮਾਰੀ ਦੇਵੀ ਨਾਲ ਵਿਆਹ ਕਰਵਾਇਆ ਸੀ। ਗੁਪਤ ਸੰਮਤ ਉਹਦੀ ਸ਼ੁਰੂਆਤ ਹੈ 319 ਈਸਵੀ ਦੇ ਵਿੱਚ ਹੁੰਦੀ ਹੈ। ਕੁਮਾਰੀ ਦੇਵੀ ਕਿਸ ਗੁਪਤ ਸ਼ਾਸਕ ਦੀ ਪਤਨੀ ਸੀ? ਲక్ష్ਮੀ ਵੰਸ਼ ਦੇ ਨਾਲ ਸੰਬੰਧ ਰੱਖਦੀ ਸੀ ਤੇ ਚੰਦਰਗੁਪਤ ਪਹਿਲੇ ਦੀ ਇਹ ਪਤਨੀ ਸੀ। ਮਹਾਰਾਜਾ ਧਿਰਾਜ ਦਾ ਖਿਤਾਬ ਹੈ ਕਿਸ ਸ਼ਾਸਕ ਨੇ ਗੁਪਤ ਸਮਰਾਟ ਨੇ ਪ੍ਰਾਪਤ ਕੀਤਾ ਸੀਗਾ? ਚੰਦਰਗੁਪਤ ਪਹਿਲਾ। ਠੀਕ ਹੈ, ਸਭ ਤੋਂ ਪਹਿਲਾਂ ਚੰਦਰਗੁਪਤ ਪਹਿਲੇ ਨੇ ਪ੍ਰਾਪਤ ਕੀਤਾ, ਧਿਆਨ ਰੱਖਣਾ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਤਾਂ ਇਹ ਕੁਮਾਰ ਗੁਪਤ ਦਾ ਜਿਹੜਾ ਮੁੰਡਾ ਹੈ ਉਹ ਵੀ ਇਸ ਖਿਤਾਬ ਨੂੰ ਧਾਰਨ ਕਰਦਾ ਹੈ। ਹਾਂਜੀ, ਕੈਲੰਡਰ ਦੀ ਗੱਲ ਕਰਦੇ ਹਾਂ, ਕਿਹੜੇ ਕੈਲੰਡਰ ਪ੍ਰਚਲਿਤ ਹੈ? ਸਭ ਤੋਂ ਜਿਹੜਾ ਭਾਰਤ ਦਾ ਪੁਰਾਣਾ ਕੈਲੰਡਰ ਹੈ ਉਹ ਹੈ 58 ਵਿਕਰਮ ਸੰਮਤ ਕਹਿ ਦਿੰਦੇ ਆ, 58 BC ਤੋਂ ਸਟਾਰਟ ਹੁੰਦਾ ਹੈ। ਫਿਰ ਹੈ ਜੀ ਕਨਿਸ਼ਕ ਕੈਲੰਡਰ, ਇਹ 78 ਈਸਵੀ ਤੋਂ ਸਟਾਰਟ ਹੁੰਦਾ ਹੈ। ਗੁਪਤ ਕੈਲੰਡਰ ਹੈ ਜਿਹੜਾ 319 ਈਸਵੀ ਤੋਂ ਸਟਾਰਟ ਹੁੰਦਾ ਹੈ। ਹਰਸ਼ਵਰਧਨ ਦਾ ਹਰਸ਼ ਸੰਮਤ ਹੈ, ਇਹ 606 ਈਸਵੀ ਤੋਂ ਸਟਾਰਟ ਹੁੰਦਾ ਹੈ। ਇਸਲਾਮਿਕ ਧਰਮ ਦਾ ਜਿਹੜਾ ਕੈਲੰਡਰ ਹੈ ਉਹ 622 ਤੋਂ ਸਟਾਰਟ ਹੁੰਦਾ ਹੈ। ਇਹ ਸਾਰੇ ਦੇ ਸਾਰੇ ਜਿਹੜੇ ਕੈਲੰਡਰ ਹੈ ਇਹ ਚੰਦਰ ਕੈਲੰਡਰ ਹਨ। ਠੀਕ ਹੈ, ਕਿਉਂਕਿ ਇਹ ਚੰਦਰਮਾ ਦੀ ਜਿਹੜੀ ਗਤੀ ਹੈ ਇੱਕ ਚੱਕਰ ਪੂਰਾ ਕਰਨ ਦੀ ਉਹਦੇ 'ਤੇ ਆਧਾਰਿਤ ਹਨ। ਜਿਹੜਾ ਹੈ ਗ੍ਰੈਗੋਰੀਅਨ ਕੈਲੰਡਰ, ਠੀਕ ਹੈ ਜੀ, ਇਹ ਸੂਰਜੀ ਕੈਲੰਡਰ ਦੇ ਆਧਾਰਿਤ ਹੈ ਤੇ ਸਭ ਤੋਂ ਜ਼ਿਆਦਾ ਜਿਹੜਾ ਪਾਪੂਲਰ ਕੈਲੰਡਰ ਹੈ ਆਹੀ ਹੈ, ਸਭ ਤੋਂ ਜ਼ਿਆਦਾ ਪ੍ਰਯੋਗ ਵਿੱਚ ਲਿਆਉਣ ਵਾਲਾ ਕੈਲੰਡਰ ਇਹੀ ਹੈ। ਜਿਹੜਾ ਆਪਾਂ ਜਨਵਰੀ, ਫੈਬ, ਮਾਰਚ ਵਾਲਾ ਜਿਹੜਾ ਕੈਲੰਡਰ ਹੈ ਉਹ ਇਹੀ ਕੈਲੰਡਰ ਹੈ। ਠੀਕ ਹੈ ਜੀ, ਗ੍ਰੈਗੋਰੀਅਨ ਕੈਲੰਡਰ। ਠੀਕ ਹੈ ਜੀ, ਇਹ ਧਿਆਨ 'ਚ ਰੱਖ ਲੈਣਾ ਹੈ। ਸਾਰੇ ਫੈਕਟ ਇੰਪੋਰਟੈਂਟ ਹੈ ਕੈਲੰਡਰ ਨਾਲ ਸੰਬੰਧਿਤ। ਹਾਂਜੀ, ਕਨਿਸ਼ਕ ਸੰਮਤ ਤੇ ਗੁਪਤ ਸੰਮਤ ਦੇ ਵਿੱਚ ਕਿੰਨੇ ਸਾਲਾਂ ਦਾ ਫਰਕ ਹੈ ਜੀ? 241 ਸਾਲਾਂ ਦਾ ਫਰਕ ਹੈ। ਗੁਪਤਾ ਜਿਹੜਾ ਉਹ 319 ਈਸਵੀ ਦੇ ਵਿੱਚ ਸਟਾਰਟ ਹੁੰਦਾ ਹੈ ਤੇ ਕਨਿਸ਼ਕ ਜਿਹੜਾ ਉਹ 58 AD ਦੇ ਵਿੱਚ ਸਟਾਰਟ ਹੁੰਦਾ ਹੈ। ਜਦੋਂ ਮਾਈਨਸ ਕਰਾਂਗੇ ਤਾਂ ਆਪਣੇ ਕੋਲ ਜਿਹੜਾ ਆਨਸਰ ਬਣੇਗਾ
ਸੌਰੀ 78 ਦੇ ਸਟਾਰਟ ਹੁੰਦਾ ਇਹ, ਤੇ 241 ਜਿਹੜਾ ਹੈ ਉਹ ਆਨਸਰ ਬਣ ਜਾਏਗਾ। ਠੀਕ ਹੈ ਜੀ, 241 ਸਾਲਾਂ ਦਾ ਜਿਹੜਾ ਉਹ ਫਰਕ ਹੈ ਇਹਦੇ ਵਿੱਚ। ਹਾਂਜੀ, ਅਗਲਾ ਜਿਹੜਾ ਹੈ ਟੌਪਿਕ ਆਪਣਾ ਸਮੁੰਦਰਗੁਪਤ। ਠੀਕ ਹੈ ਜੀ, 335 ਤੋਂ ਲੈ ਕੇ 375 ਈਸਵੀ ਤੱਕ ਇਹਦਾ ਸ਼ਾਸਨ ਰਿਹਾ। ਹਾਂਜੀ, ਸਮੁੰਦਰਗੁਪਤ 335 ਤੋਂ ਲੈ ਕੇ 375 ਈਸਵੀ ਤੱਕ। ਚੰਦਰਗੁਪਤ ਪਹਿਲੇ ਤੋਂ ਬਾਅਦ ਉਸਦਾ ਪੁੱਤਰ ਸਮੁੰਦਰਗੁਪਤ ਜਿਹੜਾ ਉਹ ਰਾਜਾ ਬਣਿਆ। ਹਾਂਜੀ, ਉਹਦੀ ਮਾਤਾ ਦਾ ਨਾਂ ਕੁਮਾਰੀ ਦੇਵੀ ਸੀ, ਜਿਹੜੀ ਲక్ష్ਮੀ ਘਰਾਣੇ ਦੇ ਨਾਲ ਸੰਬੰਧਿਤ ਸੀ। ਠੀਕ ਹੈ ਜੀ, ਪਿਤਾ ਦਾ ਨਾਂ ਚੰਦਰਗੁਪਤ ਪਹਿਲਾ ਸੀ। ਸਮੁੰਦਰਗੁਪਤ ਦੇ ਜਿਹੜੇ ਪ੍ਰਯਾਗ ਸ਼ਿਲਾਲੇਖ ਦੇ ਵਿੱਚ ਇਸ ਨੂੰ ਲక్ష్ਮੀ ਦੋਤਰ ਭਾਵ ਲక్ష్ਮੀ ਲੜਕੀ ਤੋਂ ਪੈਦਾ ਹੋਇਆ ਦੱਸਿਆ ਜਾਂਦਾ ਹੈ। ਇਹ ਧਿਆਨ ਰੱਖਣਾ, ਵੈਰੀ ਵੈਰੀ ਇੰਪੋਰਟੈਂਟ ਹੈ। ਸਵਾਲ ਬਹੁਤ ਵਾਰ ਐਗਜ਼ਾਮ 'ਚ ਪੁੱਛਿਆ ਗਿਆ ਵੀ ਲక్ష్ਮੀ ਦੋਤਰ ਦੇ ਨਾਮ ਨਾਲ ਕਿਸ ਨੂੰ ਜਾਣਿਆ ਜਾਂਦਾ ਹੈ, ਬਟ ਆਨਸਰ ਆਏਗਾ ਸਮੁੰਦਰਗੁਪਤ। ਸਮੁੰਦਰਗੁਪਤ ਦੀਆਂ ਜਿੱਤਾਂ ਬਾਰੇ ਸਾਨੂੰ ਸਮੁੰਦਰਗੁਪਤ ਦੇ ਰਾਜ ਕਵੀ ਹਰੀ ਸੈਨ, ਧਿਆਨ ਰੱਖਣਾ ਕਵੀ ਦਾ ਨਾਮ ਰਾਜ ਕਵੀ ਸੀ ਹਰੀ ਸੈਨ, ਦੁਆਰਾ ਇਲਾਹਾਬਾਦ ਦੇ ਸਤੰਭ ਲੇਖ, ਠੀਕ ਹੈ, ਇਲਾਹਾਬਾਦ ਜਿਹਦਾ ਪਹਿਲਾ ਨਾਮ ਪ੍ਰਯਾਗ ਸੀਗਾ, ਠੀਕ ਹੈ, ਉਸ ਤੋਂ ਸਾਨੂੰ ਮਹੱਤਵਪੂਰਨ ਉਹਦੀਆਂ ਜਿੱਤਾਂ ਦੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਤੇ ਹਰੀ ਸੈਨ ਨੇ ਇਹ ਜਿੱਤਾਂ ਦਾ ਵੇਰਵਾ ਇਲਾਹਾਬਾਦ ਜਾਂ ਪ੍ਰਯਾਗ ਦੇ ਸਤੰਭ ਲੇਖ ਤੇ ਦਰਜ ਕੀਤਾ ਹੈ। ਇਹ ਧਿਆਨ 'ਚ ਰੱਖਣਾ ਜੀ। ਇਲਾਹਾਬਾਦ ਦੇ ਸਤੰਭ ਲੇਖ ਦੀ 17ਵੀਂ ਸਤਰ ਤੋਂ ਪਤਾ ਚੱਲਦਾ ਹੈ ਕਿ ਸਮੁੰਦਰਗੁਪਤ ਨੇ ਆਰਿਆਵਰਤ ਦਾ ਮਤਲਬ ਉੱਤਰ ਭਾਰਤ ਦੇ 3 ਰਾਜਿਆਂ ਅਚਯੁਤ, ਨਾਗਸੇਨ ਤੇ ਕੋਟ ਵੰਸ਼ ਦੇ ਸ਼ਾਸਕਾਂ ਨੂੰ ਹਰਾ ਕੇ ਇਹਨਾਂ ਦੇ ਪ੍ਰਦੇਸ਼ਾਂ ਨੂੰ ਆਪਣੇ ਰਾਜ ਦੇ ਵਿੱਚ ਸ਼ਾਮਲ ਕਰ ਲਿਆ। ਉਸ ਤੋਂ ਬਾਅਦ ਸਮੁੰਦਰਗੁਪਤ ਜਿਹੜਾ ਦੱਖਣ ਵਾਲੇ ਪਾਸੇ ਚਲਾ ਗਿਆ। ਧਿਆਨ ਰੱਖਣਾ, ਆਰਿਆਵਰਤ ਦੇ ਜਿਹੜੇ 3 ਰਾਜੇ ਜਿਹੜੇ ਅਚਯੁਤ, ਨਾਗਸੇਨ ਤੇ ਕੋਟ ਵੰਸ਼ ਦੇ ਸ਼ਾਸਕਾਂ ਨੂੰ ਹਰਾਇਆ ਸੀਗਾ। ਠੀਕ ਹੈ ਜੀ, ਤੇ ਉਸ ਤੋਂ ਬਾਅਦ ਉਹ ਚਲਾ ਗਿਆ ਸੀਗਾ ਸਮੁੰਦਰਗੁਪਤ, ਉਸ ਤੋਂ ਬਾਅਦ ਚਲਾ ਗਿਆ ਸੀਗਾ ਸਮੁੰਦਰਗੁਪਤ ਦੱਖਣ ਦੇ ਵੱਲ ਚਲਾ ਗਿਆ ਸੀ। ਹਾਂਜੀ, ਸਮੁੰਦਰਗੁਪਤ ਨੇ ਆਰਿਆਵਰਤ ਯਾਨੀ ਕਿ ਉੱਤਰ ਭਾਰਤ ਦੇ 9 ਰਾਜਿਆਂ ਨੂੰ ਹਰਾਇਆ ਤੇ ਦਕਸ਼ਨਾਵਰਤ, ਠੀਕ ਹੈ ਜੀ, ਉਹਦੇ ਯਾਨੀ ਕਿ ਦੱਖਣ ਭਾਰਤ ਦੇ 12 ਸ਼ਾਸਕਾਂ ਨੂੰ ਹਰਾਇਆ। ਇਹਨਾਂ ਜਿੱਤਾਂ ਕਰਕੇ ਹੀ ਉਸ ਨੂੰ ਭਾਰਤ ਦਾ ਨੈਪੋਲੀਅਨ ਕਿਹਾ ਜਾਂਦਾ ਹੈ। ਤੇ ਭਾਰਤ ਦਾ ਨੈਪੋਲੀਅਨ ਉਸ ਨੂੰ ਪਹਿਲੀ ਵਾਰ ਵਿਨਸੈਂਟ ਸਮਿਥ ਨੇ ਕਿਹਾ ਸੀ। ਵੈਰੀ ਵੈਰੀ ਇੰਪੋਰਟੈਂਟ ਹੈ, ਧਿਆਨ 'ਚ ਰੱਖਣਾ ਹੈ। ਠੀਕ ਹੈ, ਇਹ ਫੈਕਟ ਬਹੁਤ ਇੰਪੋਰਟੈਂਟ ਹੈ ਵੀ ਉਹਨੂੰ ਭਾਰਤ ਦਾ ਨੈਪੋਲੀਅਨ ਕਿਉਂ ਕਿਹਾ ਜਾਂਦਾ, ਕਿਉਂਕਿ ਉਸਨੇ ਉੱਤਰ ਭਾਰਤ ਦੇ 9 ਰਾਜਿਆਂ ਨੂੰ ਹਰਾਇਆ ਸੀ ਤੇ ਦੱਖਣ ਭਾਰਤ ਦੇ 12 ਰਾਜਿਆਂ ਨੂੰ ਹਰਾਇਆ ਸੀ। ਇਸ ਕਰਕੇ ਉਹਨੂੰ ਭਾਰਤ ਦਾ ਨੈਪੋਲੀਅਨ ਕਿਹਾ ਜਾਂਦਾ। ਤੇ ਨੈਪੋਲੀਅਨ ਸਭ ਤੋਂ ਪਹਿਲਾਂ ਕਿਹਨੇ ਸ਼ਬਦ ਵਰਤਿਆ ਸੀ ਉਹਦੇ ਲਈ? ਵਿਨਸੈਂਟ ਸਮਿਥ ਨੇ ਵਰਤਿਆ ਸੀ। ਨੈਪੋਲੀਅਨ ਆ ਜਿਹੜਾ ਉਹ ਫਰਾਂਸ ਦਾ ਇੱਕ ਮਹਾਨ ਸ਼ਾਸਕ ਸੀਗਾ ਤੇ ਨੈਪੋਲੀਅਨ ਨੇ ਆਸਟਰੀਆ, ਸਪੇਨ, ਰੂਸ, ਯੂਰਪ ਦੇ ਬਹੁਤ ਸਾਰੇ ਦੇਸ਼ਾਂ ਨੂੰ ਆਪਣੇ ਅਧੀਨ ਕਰ ਲਿਆ ਸੀ। ਠੀਕ ਹੈ ਜੀ, ਇਹ ਪੂਰੀ ਡਿਟੇਲ ਦੇ ਵਿੱਚ ਆਪਾਂ ਪੜਾਂਗੇ ਜਦੋਂ ਆਪਾਂ ਵਰਲਡ ਹਿਸਟਰੀ ਪੜਾਂਗੇ। ਹਾਂਜੀ, ਉਸਨੇ ਸਾਮਰਾਜ ਜਿਹੜਾ 1815 ਈਸਵੀ ਦੇ ਵਿੱਚ ਵਾਟਰਲੂ ਯੁੱਧ ਦੀ ਹਾਰ ਤੋਂ ਮਗਰੋਂ ਉਸਦੀਆਂ ਅੱਖਾਂ ਸਾਹਮਣੇ ਹੀ ਉਹਦਾ ਸਾਮਰਾਜ ਖੇਰੂ ਖੇਰੂ ਹੋ ਗਿਆ। 1815 ਦੇ ਵਿੱਚ ਵਾਟਰਲੂ ਦਾ ਯੁੱਧ ਹੁੰਦਾ ਹੈ। ਉਸ ਤੋਂ ਬਾਅਦ ਜਿਹੜਾ ਨੈਪੋਲੀਅਨ ਹੈ ਉਹਦਾ ਸਾਮਰਾਜ ਉਹਦੀਆਂ ਅੱਖਾਂ ਦੇ ਸਾਹਮਣੇ ਖੇਰੂ ਖੇਰੂ ਹੋ ਜਾਂਦਾ ਹੈ। ਇਸ ਪੱਖੋਂ ਸਮੁੰਦਰਗੁਪਤ ਨੈਪੋਲੀਅਨ ਦੇ ਨਾਲੋਂ ਕਿਤੇ ਅੱਗੇ ਸੀ। ਉਸਨੇ ਆਪਣੇ ਜੀਵਨ ਦੇ ਵਿੱਚ ਵਾਟਰਲੂ ਵਰਗੀ ਕਦੇ ਹਾਰ ਦਾ ਮੂੰਹ ਨਹੀਂ ਦੇਖਣਾ ਪਿਆ ਤੇ ਨਾ ਹੀ ਉਸ ਨੂੰ ਕਦੇ ਉਮਰ ਕੈਦ ਦੀ ਸਜ਼ਾ ਮਿਲੀ। ਠੀਕ ਹੈ ਜੀ, ਇਹ ਧਿਆਨ 'ਚ ਰੱਖਣਾ। ਸਮੁੰਦਰਗੁਪਤ ਨੈਪੋਲੀਅਨ ਦੇ ਨਾਲੋਂ ਇਸ ਮੁਕਾਬਲੇ ਦੇ ਵਿੱਚ ਬਹੁਤ ਜ਼ਿਆਦਾ ਅੱਗੇ ਸੀਗਾ। ਨਾ ਤਾਂ ਉਹਨੇ ਕਦੇ ਵਾਟਰਲੂ ਵਰਗੀ ਹਾਰ ਦੇਖੀ ਤੇ ਨਾ ਹੀ ਉਸ ਨੂੰ ਕਦੇ ਉਮਰ ਕੈਦ ਦੀ ਸਜ਼ਾ ਹੋਈ। ਠੀਕ ਹੈ ਜੀ, ਧਿਆਨ ਰੱਖਣਾ, ਨੈਪੋਲੀਅਨ ਫਰਾਂਸ ਦਾ ਸ਼ਾਸਕ ਸੀਗਾ। ਠੀਕ ਹੈ ਜੀ, ਤੇ ਵਾਟਰਲੂ ਦਾ ਜਿਹੜਾ ਯੁੱਧ ਹੈ ਉਹ 1815 ਦੇ ਵਿੱਚ ਹੋਇਆ ਸੀ। ਸਮੁੰਦਰਗੁਪਤ ਦਾ ਰਾਜ ਬਹੁਤ ਵਿਸ਼ਾਲ ਸੀ। ਠੀਕ ਹੈ ਜੀ, ਬ੍ਰਹਮਪੁੱਤਰ ਨਦੀ ਤੋਂ ਲੈ ਕੇ ਪੱਛਮ ਦੇ ਵਿੱਚ ਚੰਬਲ ਨਦੀ ਤੱਕ ਤੇ ਉੱਤਰ ਦੇ ਵਿੱਚ ਹਿਮਾਲਿਆ ਪਰਬਤ ਤੋਂ ਲੈ ਕੇ ਦੱਖਣ ਦੇ ਵਿੱਚ ਨਰਮਦਾ ਨਦੀ ਤੱਕ। ਠੀਕ ਹੈ ਜੀ, ਪੱਛਮ ਦੇ ਵਿੱਚ ਪੂਰਬ ਦੇ ਵਿੱਚ ਬ੍ਰਹਮਪੁੱਤਰ ਨਦੀ ਤੋਂ ਲੈ ਕੇ ਪੱਛਮ ਦੇ ਵਿੱਚ ਚੰਬਲ ਨਦੀ ਤੱਕ, ਉੱਤਰ ਦੇ ਵਿੱਚ ਹਿਮਾਲਿਆ ਤੋਂ ਲੈ ਕੇ ਦੱਖਣ ਦੇ ਵਿੱਚ ਨਰਮਦਾ ਨਦੀ ਤੱਕ ਜਿਹੜਾ ਸਮੁੰਦਰਗੁਪਤ ਦਾ ਜਿਹੜਾ ਰਾਜ ਆ ਉਹ ਫੈਲਿਆ ਹੋਇਆ ਸੀ। ਸਮੁੰਦਰਗੁਪਤ ਦਾ ਜਿਹੜਾ ਸਾਮਰਾਜ ਆ ਅਸ਼ੋਕ ਜਿੰਨਾ ਵਿਸ਼ਾਲ ਨਹੀਂ ਸੀ। ਜਿਹੜਾ ਅਸ਼ੋਕ ਸੀਗਾ ਮੌਰੀਆ ਵੰਸ਼ ਦਾ, ਬਸ ਕੇਰਲ ਤੇ ਤਾਮਿਲਨਾਡੂ ਨੂੰ ਛੱਡ ਕੇ ਪੂਰੇ ਭਾਰਤ ਤੇ ਉਹਦਾ ਕੰਟਰੋਲ ਸੀ, ਕਬਜ਼ਾ ਸੀਗਾ, ਉਹਦੇ ਸਾਮਰਾਜ ਦਾ ਹਿੱਸਾ ਸੀ। ਪਰ ਜਿਹੜਾ ਸਮੁੰਦਰਗੁਪਤ ਆ ਉਹਦੀ ਅਧੀਨਤਾ ਮੰਨਣ ਵਾਲੇ ਦੂਰ ਦੱਖਣ ਤੱਕ ਮੌਜੂਦ ਸਨ। ਠੀਕ ਹੈ ਜੀ, ਇਹ ਧਿਆਨ ਰੱਖਣਾ ਹੈ। ਸਾਮਰਾਜ ਅਸ਼ੋਕ ਜਿੰਨਾ ਵਿਸ਼ਾਲ ਨਹੀਂ ਸੀ ਪਰ ਉਸ ਦੀ ਜਿਹੜੀ ਅਧੀਨਤਾ ਸਵੀਕਾਰ ਕਰਨ ਵਾਲੇ ਜਿਹੜੇ ਰਾਜੇ ਆ ਦੂਰ ਦੱਖਣ ਤੱਕ ਵੀ ਸਨ। ਠੀਕ ਹੈ, ਸਮੁੰਦਰਗੁਪਤ ਉੱਚ ਕੋਟੀ ਦਾ ਕਵੀ ਤੇ ਸੰਗੀਤਕਾਰ ਸੀ, ਇਸ ਕਰਕੇ ਇਸ ਨੂੰ ਕਵੀਰਾਜ ਵੀ ਕਿਹਾ ਜਾਂਦਾ ਹੈ। ਵੈਰੀ ਵੈਰੀ ਇੰਪੋਰਟੈਂਟ ਫੈਕਟ ਹੈ, ਧਿਆਨ 'ਚ ਰੱਖਣਾ ਹੈ। ਪੁੱਛਿਆ ਜਾਂਦਾ ਕਵੀਰਾਜ ਕਿਸ ਨੂੰ ਜਾਣਿਆ ਜਾਂਦਾ ਹੈ ਤਾਂ ਸਮੁੰਦਰਗੁਪਤ ਨੂੰ ਸਿੱਕਿਆਂ ਤੇ ਵੀਣਾ ਦਾ ਸਾਜ਼ ਵਜਾਉਂਦੇ ਹੋਏ ਦਿਖਾਇਆ ਗਿਆ ਹੈ। ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਸੰਗੀਤ ਦਾ ਬਹੁਤ ਵੱਡਾ ਪ੍ਰੇਮੀ ਸੀ। ਸਮੁੰਦਰਗੁਪਤ ਵਿਸ਼ਨੂੰ ਦਾ ਉਪਾਸਕ ਸੀ ਤੇ ਅਸ਼ਵਮੇਧ ਕਰਤਾ ਦੀ ਉਪਾਧੀ ਉਸ ਨੇ ਹਾਸਲ ਕੀਤੀ ਸੀ, ਕਿਉਂਕਿ ਉਸ ਨੇ ਅਸ਼ਵਮੇਧ ਜਿਹੜੇ ਯੱਗ ਹੈ ਉਹ ਕਰਵਾਏ ਸੀ, ਇਸ ਕਰਕੇ ਉਸ ਨੂੰ ਅਸ਼ਵਮੇਧ ਕਰਤਾ ਵੀ ਕਿਹਾ ਜਾਂਦਾ ਸੀ। ਉਹਨੇ ਖਿਤਾਬ ਜਾਂ ਉਪਾਧੀ ਵੀ ਹਾਸਲ ਕੀਤੀ ਸੀ। ਠੀਕ ਹੈ ਜੀ, ਇਹ ਸਾਰੇ ਦੇ ਸਾਰੇ ਫੈਕਟ ਇੰਪੋਰਟੈਂਟ ਹੈ, ਧਿਆਨ 'ਚ ਰੱਖਣੇ ਆ। ਹਾਂਜੀ, ਇਲਾਹਾਬਾਦ ਜਾਂ ਪ੍ਰਯਾਗ ਪਿਲਰ ਸ਼ਿਲਾਲੇਖ ਦਾ ਲੇਖਕ ਕੌਣ ਸੀ? ਹਾਂਜੀ, ਉਹਦਾ ਦਰਬਾਰੀ ਕਵੀ ਹਰੀ ਸੈਨ ਸੀ, ਜਿਸ ਨੇ ਉਹਦੀਆਂ ਜਿੱਤਾਂ ਦਾ ਸਾਰਾ ਵਰਣਨ ਇੱਥੇ ਕੀਤਾ ਹੈ। ਭਾਰਤ ਦਾ ਨੈਪੋਲੀਅਨ ਕਿਸ ਨੂੰ ਕਿਹਾ ਜਾਂਦਾ ਹੈ? ਠੀਕ ਹੈ ਜੀ, ਭਾਰਤ ਦਾ ਨੈਪੋਲੀਅਨ ਹੈ ਜਿਹੜਾ ਉਹ ਸਮੁੰਦਰਗੁਪਤ ਨੂੰ ਕਿਹਾ ਜਾਂਦਾ ਹੈ, ਕਿਉਂਕਿ ਉਸਨੇ ਉੱਤਰ ਭਾਰਤ ਦੇ 9 ਰਾਜਿਆਂ ਨੂੰ ਤੇ ਦੱਖਣ ਭਾਰਤ ਦੇ 12 ਰਾਜਿਆਂ ਨੂੰ ਹਰਾਇਆ ਸੀ। ਵਾਟ ਵਾਸ ਦੀ ਪੀਰੀਅਡ ਆਫ ਦੀ ਰੂਲ ਆਫ ਸਮੁੰਦਰਗੁਪਤ? ਸਮੁੰਦਰਗੁਪਤ ਦੇ ਸ਼ਾਸਨ ਦਾ ਸਮਾਂ ਦੱਸਣਾ ਹੈ। ਹਾਂਜੀ, 335 ਈਸਵੀ ਤੋਂ ਲੈ ਕੇ 375 ਈਸਵੀ ਤੱਕ ਇਹਦਾ ਜਿਹੜਾ ਸ਼ਾਸਨ ਸੀਗਾ। ਹੂ ਵਾਸ ਦੀ ਆਥਰ ਆਫ ਇਲਾਹਾਬਾਦ ਪਿਲਰ ਇਨਸਕ੍ਰਿਪਸ਼ਨ? ਇਲਾਹਾਬਾਦ ਸਤੰਭ ਲੇਖ ਦਾ ਲੇਖਕ ਕੌਣ ਸੀ? ਹਾਂਜੀ, ਇਹ ਹਰੀ ਸੈਨ ਸੀ, ਉਹਦਾ ਦਰਬਾਰੀ ਕਵੀ। ਸਮੁੰਦਰਗੁਪਤ ਨੂੰ ਭਾਰਤ ਦਾ ਨੈਪੋਲੀਅਨ ਕਿਸ ਨੇ ਕਿਹਾ ਸੀ? ਠੀਕ ਹੈ ਜੀ, ਇਹ ਸਮਿਥ ਨੇ ਕਿਹਾ ਸੀਗਾ, ਇਹ ਧਿਆਨ 'ਚ ਰੱਖ ਲੈਣਾ ਜੀ। ਪੂਰਾ ਨਾਮ ਸੀ ਵਿਨਸੈਂਟ ਸਮਿਥ। ਠੀਕ ਹੈ ਜੀ, ਇਹਨਾਂ ਵਿੱਚੋਂ ਕਿਹੜਾ ਬਾਦਸ਼ਾਹ ਇੱਕ ਹੁਨਰਮੰਦ ਸੰਗੀਤਕਾਰ ਸੀ? ਠੀਕ ਹੈ ਜੀ, ਵੀਣਾ ਵਜਾਉਂਦੇ ਹੋਏ ਦਿਖਾਇਆ ਗਿਆ ਮੋਹਰਾਂ ਤੇ ਸਮੁੰਦਰਗੁਪਤ ਨੂੰ, ਸਿੱਕਿਆਂ ਤੇ, ਇਸ ਕਰਕੇ ਸਮੁੰਦਰਗੁਪਤ ਦਾ ਰਾਈਟ ਆਨਸਰ। ਗੁਪਤ ਸ਼ਾਸਕਾਂ ਵਿੱਚੋਂ ਕਿਸ ਨੂੰ ਲక్ష్ਮੀ ਦੋਤਰ ਕਿਹਾ ਜਾਂਦਾ ਸੀ? ਕਿਉਂਕਿ ਜਿਹੜਾ ਸਮੁੰਦਰਗੁਪਤ ਹੈ ਉਹਦੀ ਮਾਂ ਲక్ష్ਮੀ ਵੰਸ਼ ਨਾਲ ਸੰਬੰਧਿਤ ਸੀ, ਕੁਮਾਰੀ ਦੇਵੀ। ਠੀਕ ਹੈ, ਇਸ ਕਰਕੇ ਉਹਨੂੰ ਲక్ష్ਮੀ ਦੋਤਰ ਵੀ ਕਿਹਾ ਜਾਂਦਾ ਹੈ। ਠੀਕ ਹੈ, ਲక్ష్ਮੀ ਜਿਹੜਾ ਵੰਸ਼ ਹੈ ਉਹਦਾ ਦੋਤਾ ਸੀਗਾ, ਇਸ ਕਰਕੇ ਉਹਨੂੰ ਲక్ష్ਮੀ ਦੋਤਰ ਕਿਹਾ ਜਾਂਦਾ ਹੈ ਸਮੁੰਦਰਗੁਪਤ ਨੂੰ।
ਹਾਂਜੀ, ਚੰਦਰਗੁਪਤ ਦੂਜਾ ਅਗਲਾ ਜਿਹੜਾ ਆਪਣਾ ਅੱਜ ਦਾ ਟੌਪਿਕ ਹੈ, ਜਿਹਦੇ ਵਿੱਚ ਆਪਾਂ ਪੜ੍ਹਾਂਗੇ ਇਹਦਾ ਜਿਹੜਾ ਸ਼ਾਸਨ ਕਾਲ ਸੀ 380 ਤੋਂ ਲੈ ਕੇ 415 ਈਸਵੀ ਤੱਕ ਇਹਦਾ ਟਾਈਮ ਪੀਰੀਅਡ ਸੀਗਾ। ਹਾਂਜੀ, ਸਭ ਤੋਂ ਇੰਪੋਰਟੈਂਟ ਜਿਹੜਾ ਟੌਪਿਕ ਹੈ ਇਹ ਚੰਦਰਗੁਪਤ ਦੂਜਾ, ਇਹਦੇ ਵਿੱਚ ਸਵਾਲ ਸਭ ਤੋਂ ਜ਼ਿਆਦਾ ਬਣ ਕੇ ਆਉਂਦੇ ਐਗਜ਼ਾਮ ਦੇ ਵਿੱਚ। ਹਾਂਜੀ, ਚੰਦਰਗੁਪਤ ਦੂਜਾ ਜਿਹੜਾ ਹੈ ਉਹ 380 ਤੋਂ ਲੈ ਕੇ 415 ਈਸਵੀ ਤੱਕ ਇਹਦਾ ਸ਼ਾਸਨ ਦਾ ਸਮਾਂ ਹੈ ਤੇ ਇਸ ਨੂੰ ਵਿਕਰਮਾਦਿੱਤਿਆ ਵੀ ਕਿਹਾ ਜਾਂਦਾ ਹੈ ਜਾਂ ਚੰਦਰਗੁਪਤ ਦੂਜਾ ਵੀ ਕਿਹਾ ਜਾਂਦਾ ਹੈ। ਇਸ ਦੀ ਮਾਂ ਦਾ ਨਾਮ ਦੱਤਾ ਦੇਵੀ ਸੀ ਤੇ ਉਹ ਗੁਪਤ ਖਾਨਦਾਨ ਦਾ ਸਭ ਤੋਂ ਮਹਾਨ ਜਿਹੜਾ ਰਾਜਾ ਇਹ ਸਾਬਤ ਹੋਇਆ। ਵਿਸਾਖਾ ਦੱਤ ਨੇ ਨਾਟਕ ਦੇਵੀ ਚੰਦਰ ਗੁਪਤਮ, ਠੀਕ ਹੈ, ਧਿਆਨ ਰੱਖਣਾ ਵਿਸਾਖਾ ਦੱਤ ਦਾ ਮੁਦਰਾ ਰਾਕਸ਼ਸ ਵੀ ਇਸੇ ਦਾ ਲਿਖਿਆ ਹੋਇਆ ਤੇ ਦੇਵੀ ਚੰਦਰ ਗੁਪਤਮ, ਠੀਕ ਹੈ। ਇਹ ਇਸ ਨਾਟਕ ਦਾ ਨਾਮ ਇਹਨੇ ਜਿਹੜਾ ਚੰਦਰਗੁਪਤ ਦੂਜੇ ਦੀ ਮਾਤਾ ਦੱਤਾ ਦੇਵੀ ਸੀ ਇਸੇ ਨੂੰ ਉਹਨੇ ਫੜਿਆ ਇਹਦੇ ਵਿੱਚ ਦੇਵੀ ਚੰਦਰਗੁਪਤਮ, ਜਾਣੀ ਕਿ ਦੇਵੀ ਜਿਹੜਾ ਦੱਤਾ ਦੇਵੀ ਦਾ ਪੁੱਤਰ ਹੈ ਚੰਦਰਗੁਪਤਮ, ਠੀਕ ਹੈ ਜੀ, ਉਸੇ ਤੇ ਇਸ ਨੇ ਨਾਟਕ ਇਹ ਲਿਖਿਆ ਸੀਗਾ। ਸਮੁੰਦਰਗੁਪਤ ਦੀ ਮੌਤ ਤੋਂ ਬਾਅਦ ਇਹਦੇ ਵਿੱਚ ਦੱਸਿਆ ਵਿਸਾਖਾ ਦੱਤ ਨੇ ਵੀ ਸਮੁੰਦਰਗੁਪਤ ਦੀ ਮੌਤ ਤੋਂ ਬਾਅਦ ਉਸ ਦਾ ਵੱਡਾ ਪੁੱਤਰ ਰਾਮਗੁਪਤ, ਠੀਕ ਹੈ ਜੀ, ਧਿਆਨ ਰੱਖਣਾ ਹੈ ਪੇਪਰ 'ਚ ਪੁੱਛਿਆ ਜਾਏਗਾ ਸਮੁੰਦਰਗੁਪਤ ਤੋਂ ਬਾਅਦ ਕੌਣ ਰਾਜਾ ਬਣਿਆ ਤਾਂ ਸਾਰੇ ਲਾਗੇ ਆਉਣਗੇ ਚੰਦਰਗੁਪਤ ਦੂਜੇ ਦੇ, ਪਰ ਬਣਿਆ ਕੌਣ ਸੀਗਾ? ਰਾਮਗੁਪਤ ਉਸ ਦਾ ਉੱਤਰਾਧਿਕਾਰੀ ਜਿਹੜਾ ਬਣਿਆ ਤੇ ਉਹ ਬਹੁਤ ਹੀ ਕਾਇਰ ਸ਼ਾਸਕ ਸੀਗਾ, ਠੀਕ ਹੈ ਜੀ। ਵਿਸਾਖਾ ਦੱਤ ਦੁਆਰਾ ਲਿਖਿਆ ਗਿਆ ਜਿਹੜਾ ਨਾਟਕ ਹੈ ਦੇਵੀ ਚੰਦਰਗੁਪਤਮ ਦੇ ਅਨੁਸਾਰ ਚੰਦਰਗੁਪਤ ਦੁਆਰਾ ਆਪਣੇ ਭਰਾ ਰਾਮਗੁਪਤ ਨੂੰ ਮਾਰ ਕੇ ਰਾਜਗੱਦੀ ਤੇ ਉਹ ਬਿਰਾਜਮਾਨ ਹੋਇਆ, ਠੀਕ ਹੈ ਜੀ। ਦੋ ਗੱਲਾਂ ਧਿਆਨ 'ਚ ਰੱਖਣੀਆਂ, ਸਮੁੰਦਰਗੁਪਤ ਤੋਂ ਬਾਅਦ ਕੌਣ ਰਾਜਗੱਦੀ ਤੇ ਬੈਠਾ ਸੀਗਾ ਤਾਂ ਰਾਮਗੁਪਤ, ਠੀਕ ਹੈ, ਜਿਹੜਾ ਕਿ ਕਾਇਰ ਸੀਗਾ ਤੇ ਉਸ ਰਾਮਗੁਪਤ ਨੂੰ ਉਸਦੇ ਭਰਾ, ਠੀਕ ਹੈ ਜੀ, ਚੰਦਰਗੁਪਤ ਦੂਜੇ ਨੇ, ਜਿਹਨੂੰ ਆਪਾਂ ਵਿਕਰਮਦਿੱਤੇ ਕਹਿੰਦੇ ਆ, ਉਹਨੇ ਮਾਰ ਕੇ ਰਾਜਗੱਦੀ ਹਥਿਆ ਲਈ ਸੀ। ਚੰਦਰਗੁਪਤ ਦੂਜੇ ਦੇ ਜਿਹੜੇ ਹੋਰ ਨਾਮ ਹੈ ਉਹ ਸੀਗਾ ਦੇਵਰਾਜ ਜਾਂ ਦੇਵਗੁਪਤ। ਉਹ ਆਪਣੇ ਆਪ ਨੂੰ ਦੇਵ ਕਹਿੰਦਾ ਸੀ ਤਾਂ ਉਹ ਗੁਪਤ ਉਹਦੇ ਨਾਲ ਸੰਬੰਧਿਤ ਸੀ, ਗੁਪਤ ਘਰਾਣੇ ਨਾਲ, ਇਸ ਕਰਕੇ ਦੇਵਗੁਪਤ ਕਿਹਾ ਜਾਂਦਾ ਸੀ। ਉਹ ਇਸ ਗੁਪਤ ਦਾ ਰਾਜਾ ਸੀ, ਇਸ ਕਰਕੇ ਉਹਨੂੰ ਦੇਵਰਾਜ ਵੀ ਕਿਹਾ ਜਾਂਦਾ ਸੀ, ਠੀਕ ਹੈ ਜੀ। ਉਸ ਦੀ ਪਹਿਲੀ ਜਿਹੜੀ ਰਾਜਧਾਨੀ ਸੀ ਉਹ ਪਾਟਲੀਪੁੱਤਰ ਸੀ, ਠੀਕ ਹੈ ਜੀ। ਇਹ ਪਾਟਲੀਪੁੱਤਰ ਜਿਹੜੀ ਰਾਜਧਾਨੀ ਹੈ ਇਹ ਇਹਨਾਂ ਗੁਪਤ ਰਾਜਿਆਂ ਦੀ ਸ਼ੁਰੂ ਤੋਂ ਚੱਲਦੀ ਆ ਰਹੀ ਹੈ ਕਿਉਂਕਿ ਮਗਧ ਦੇ ਸ਼ਾਸਕ ਸੀ, ਪਰ ਇਸ ਨੇ ਆਪਣੀ ਇੱਕ ਦੂਜੀ ਰਾਜਧਾਨੀ ਉਜੈਨੀ ਵੀ ਬਣਾ ਲਈ ਸੀ। ਇਹ ਦੋਨੋਂ ਜਿਹੜੇ ਸ਼ਹਿਰ ਹੈ ਗੁਪਤ ਸਿੱਖਿਆ ਦੇ ਪ੍ਰਸਿੱਧ ਕੇਂਦਰ ਸਨ। ਸਾਰੇ ਦੇ ਸਾਰੇ ਫੈਕਟ ਇੰਪੋਰਟੈਂਟ ਹੈ, ਤੁਸੀਂ ਧਿਆਨ 'ਚ ਰੱਖਣਾ ਜੀ। ਹਾਂਜੀ, ਸ਼ੱਕਾਂ ਨੂੰ ਹਰਾਉਣ ਤੋਂ ਬਾਅਦ ਇਸ ਨੇ ਵਿਕਰਮਦਿੱਤਿਆ ਦੀ ਉਪਾਧੀ ਹਾਸਲ ਕੀਤੀ। ਚੰਦਰਗੁਪਤ ਦੂਜੇ ਨੂੰ ਵਿਕਰਮਦਿੱਤਿਆ ਦੇ ਨਾਮ ਨਾਲ ਜਾਣਿਆ ਜਾਣ ਲੱਗਿਆ ਜਦੋਂ ਉਸਨੇ ਸ਼ੱਕ ਰਾਜਾ ਨੂੰ ਹਰਾ ਦਿੱਤਾ। ਉਸਨੇ ਵਿਕਰਮਦਿੱਤੇ ਸ਼ੱਕ ਰਾਜਾ ਨੂੰ ਹਰਾਉਣ ਤੋਂ ਬਾਅਦ ਉਪਾਧੀ ਹਾਸਲ ਕੀਤੀ ਸੀ। ਵਿਕਰਮਾਂਕ ਤੇ ਪਰਮ ਭਾਗਵਤ ਦੀ ਉਪਾਧੀ ਵੀ ਧਾਰਨ ਕੀਤੀ। ਉਪਾਧੀਆਂ ਬਹੁਤ ਇੰਪੋਰਟੈਂਟ ਹੈ, ਤਿੰਨੇ ਯਾਦ ਰੱਖਣੀਆਂ। ਵਿਕਰਮਦਿੱਤਿਆ ਦੀ ਸ਼ੱਕ ਰਾਜਾ ਨੂੰ ਹਰਾਉਣ ਤੋਂ ਬਾਅਦ ਧਾਰਨ ਕੀਤੀ ਸੀ। ਵਿਕਰਮਾਂਕ ਤੇ ਪਰਮ ਭਾਗਵਤ ਇਹਦੀ ਉਪਾਧੀ ਵੀ ਇਸਨੇ ਧਾਰਨ ਕੀਤੀ ਸੀ। ਚੰਦਰਗੁਪਤ ਦੇ ਹੋਰ ਜਿਹੜੇ ਨਾਮ ਹੈ ਉਹ ਸੀ ਦੇਵ, ਇਸ ਦੇਵਗੁਪਤ, ਦੇਵਰਾਜ ਜਾਂ ਦੇਵਸ਼੍ਰੀ ਵੀ ਕਿਹਾ ਜਾਂਦਾ ਸੀ। ਮੁੱਖ ਨਾਮ ਦੇਵ ਸੀ, ਉਹਦੇ ਨਾਲ ਕਦੇ ਕੋਈ ਦੇਵਗੁਪਤ ਲਗਾ ਦਿੰਦਾ ਸੀ, ਕੋਈ ਦੇਵਸ਼੍ਰੀ ਲਗਾ ਦਿੰਦਾ ਸੀ, ਕੋਈ ਦੇਵਰਾਜ ਲਗਾ ਦਿੰਦਾ ਸੀ। ਉਹ ਪਹਿਲਾ ਗੁਪਤ ਰਾਜਾ ਸੀ ਜਿਸ ਨੇ ਚਾਂਦੀ ਦੇ ਸਿੱਕੇ ਜਾਰੀ ਕੀਤੇ। ਇਹਨਾਂ ਚਾਂਦੀ ਦੇ ਸਿੱਕਿਆਂ ਨੂੰ ਰੂਪਕ ਕਿਹਾ ਜਾਂਦਾ ਸੀ, ਠੀਕ ਹੈ ਜੀ, ਧਿਆਨ ਰੱਖਣਾ। ਇਸ ਤੋਂ ਪਹਿਲਾਂ ਸੋਨੇ ਦੇ ਸਿੱਕੇ ਚੱਲਦੇ ਸੀਗੇ ਗੁਪਤ ਸਾਮਰਾਜ ਦੇ ਵਿੱਚ। ਚਾਂਦੀ ਦੇ ਸਿੱਕੇ ਜਾਰੀ ਕਰਨ ਵਾਲਾ ਸੀਗਾ ਵਿਕਰਮਦਿੱਤੇ ਜਾਂ ਚੰਦਰਗੁਪਤ ਦੂਜਾ ਤੇ ਇਹਨਾਂ ਚਾਂਦੀ ਦੇ ਸਿੱਕਿਆਂ ਨੂੰ ਰੂਪਕ ਕਿਹਾ ਜਾਂਦਾ ਸੀ ਤੇ ਸੋਨੇ ਦੇ ਸਿੱਕਿਆਂ ਨੂੰ ਦਿਨਾਰ ਜਾਂ ਸਵਰਨ ਮੁਦਰਾ ਕਿਹਾ ਜਾਂਦਾ ਸੀ, ਧਿਆਨ 'ਚ ਰੱਖਣਾ। ਸਭ ਤੋਂ ਜ਼ਿਆਦਾ ਸੋਨੇ ਦੇ ਸਿੱਕੇ ਜਿਹੜੇ ਚੱਲੇ ਆ ਉਹ ਗੁਪਤ ਕਾਲ ਦੇ ਵਿੱਚ ਹੀ ਜਾਰੀ ਹੋਏ ਆ ਤੇ ਸੋਨੇ ਦੇ ਸਿੱਕਿਆਂ ਨੂੰ ਦਿਨਾਰ ਕਿਹਾ ਜਾਂਦਾ ਸੀ, ਧਿਆਨ 'ਚ ਰੱਖਣਾ। ਧਨਵੰਤਰੀ ਵਰਗੇ ਪ੍ਰਸਿੱਧ ਡਾਕਟਰ ਹੈ ਉਹ ਇਸੇ ਦੇ ਰਾਜ ਵਿੱਚ ਪੈਦਾ ਹੋਏ, ਚੰਦਰਗੁਪਤ ਦੂਜੇ ਦੇ ਰਾਜ ਵਿੱਚ ਪੈਦਾ ਹੋਏ। ਚੰਦਰਗੁਪਤ ਦੂਜੇ ਦੇ ਦਰਬਾਰ ਦੇ ਵਿੱਚ 9 ਵਿਦਵਾਨ ਤੇ ਕਲਾਕਾਰਾਂ ਨੂੰ ਇਸਨੇ ਪਨਾਹ ਦਿੱਤੀ। ਇਹਨਾਂ ਵਿੱਚੋਂ ਕਾਲੀਦਾਸ, ਧਨਵੰਤਰੀ, ਅਮਰ ਸਿੰਘ, ਸ਼ੰਕੂ, ਬੈਟਲ ਭੱਟ ਤੇ ਘਟਕਰਪਰ ਤੇ ਬ੍ਰਾਹਮੀਰਾ, ਕਸ਼ਪਨਕ ਤੇ ਵਿਰੁਚੀ, ਇਹ ਸਨ ਸੀ। ਇਹਨਾਂ ਨੂੰ ਨਵ ਰਤਨ ਕਿਹਾ ਜਾਂਦਾ ਸੀ। ਇਹ ਸਾਰੇ ਦੇ ਸਾਰੇ ਇੰਪੋਰਟੈਂਟ ਧਿਆਨ 'ਚ ਰੱਖਣੇ ਆ। ਇੱਕ ਵਾਰੀ ਫਿਰ ਪੜ੍ਹ ਲੈਂਦੇ ਆਪਾਂ। ਕਾਲੀਦਾਸ, ਧਨਵੰਤਰੀ, ਅਮਰ ਸਿੰਘ, ਸ਼ੰਕੂ, ਬੈਟਲ ਭੱਟ ਤੇ ਘਟਕਰਪਰ ਤੇ ਬ੍ਰਾਹਮੀਰਾ ਤੇ ਕਸ਼ਪਨਕ ਤੇ ਵਿਰੁਚੀ, ਠੀਕ ਹੈ ਜੀ। ਇਹ 9 ਰਤਨ ਸੀਗੇ ਚੰਦਰਗੁਪਤ ਦੂਜੇ ਦੇ ਰਾਜ ਦਰਬਾਰ ਦੇ ਵਿੱਚ। ਚੰਦਰਗੁਪਤ ਦੂਜੇ ਦੇ ਸਮੇਂ ਜਿਹੜਾ ਸਾਹਿਤ ਤੇ ਕਲਾ ਬਹੁਤ ਜ਼ਿਆਦਾ ਪ੍ਰਫੁੱਲਤ ਹੋਈ, ਇਸ ਕਰਕੇ ਸੁਨਹਿਰੀ ਯੁੱਗ ਵੀ ਕਿਹਾ ਜਾਂਦਾ ਹੈ। ਹਾਂਜੀ, ਕਈ ਵਾਰ ਐਗਜ਼ਾਮ 'ਚ ਸਵਾਲ ਪੁੱਛਿਆ ਜਾਂਦਾ ਹੈ ਵੀ ਗੁਪਤ ਕਾਲ ਨੂੰ ਸੁਨਹਿਰੀ ਯੁੱਗ ਕਿਉਂ ਕਿਹਾ ਜਾਂਦਾ ਸੀ? ਸੋਨੇ ਦੀਆਂ ਮੋਹਰਾਂ ਬਹੁਤ ਜ਼ਿਆਦਾ ਜਾਰੀ ਕੀਤੀਆਂ, ਸੋਨੇ ਦੇ ਸਿੱਕੇ ਬਹੁਤ ਬਣਾਏ, ਜਾਂ ਸਾਹਿਤ ਤੇ ਕਲਾ ਬਹੁਤ ਜ਼ਿਆਦਾ ਪ੍ਰਫੁੱਲਤ ਹੋਈ, ਤਾਂ ਤੁਸੀਂ ਟਿਕ ਲਗਾ ਕੇ ਆਉਣੀ ਹੈ ਸਾਹਿਤ ਤੇ ਕਲਾ ਬਹੁਤ ਜ਼ਿਆਦਾ ਪ੍ਰਫੁੱਲਤ ਹੋਈ, ਇਸ ਕਰਕੇ ਇਸ ਨੂੰ ਸੁਨਹਿਰੀ ਯੁੱਗ ਕਿਹਾ ਜਾਂਦਾ ਹੈ, ਨਾ ਕਿ ਸੋਨੇ ਦੇ ਸਿੱਕਿਆਂ ਕਰਕੇ ਕਿਹਾ ਜਾਂਦਾ ਹੈ। ਫਾਹੀਆਨ ਚੀਨੀ ਯਾਤਰੀ ਇਸੇ ਦੇ ਕਾਰਜਕਾਲ ਦੌਰਾਨ ਭਾਰਤ ਆਇਆ ਸੀ 399 ਤੋਂ 400 ਈਸਵੀ ਤੱਕ, ਠੀਕ ਹੈ ਜੀ, ਧਿਆਨ 'ਚ ਰੱਖਣਾ। ਤੇ ਇਸ ਫਾਹੀਆਨ ਨੇ ਜਿਹੜਾ ਮੱਧ ਪ੍ਰਦੇਸ਼ ਹੈ ਉਸ ਨੂੰ ਬ੍ਰਾਹਮਣਾਂ ਦਾ ਦੇਸ਼ ਕਿਹਾ ਸੀ, ਠੀਕ ਹੈ ਜੀ। ਇਹ ਲਗਭਗ 10 ਸਾਲ ਭਾਰਤ ਆਇਆ ਤੇ ਜਿਹਦੇ ਵਿੱਚੋਂ 6 ਸਾਲ ਇਸੇ ਦੇ ਕਾਰਜਕਾਲ ਦੌਰਾਨ ਰਿਹਾ, ਚੰਦਰਗੁਪਤ ਦੂਜੇ ਦੇ ਕਾਰਜਕਾਲ ਦੌਰਾਨ ਹੋ ਰਿਹਾ, ਠੀਕ ਹੈ ਜੀ, ਧਿਆਨ 'ਚ ਰੱਖਣਾ। ਫਾਹੀਆਨ ਨੇ ਆਪਣੇ ਪੂਰੇ ਸਫ਼ਰ ਦੇ ਵਿੱਚ ਕਿਤੇ ਵੀ ਬਾਦਸ਼ਾਹ ਦਾ ਜ਼ਿਕਰ ਨਹੀਂ ਕੀਤਾ, ਚੰਦਰਗੁਪਤ ਦੂਜੇ ਦਾ ਜ਼ਿਕਰ ਨਹੀਂ ਕੀਤਾ ਆਪਣੇ ਸਫ਼ਰਨਾਮੇ ਦੇ ਵਿੱਚ, ਠੀਕ ਹੈ ਜੀ। ਫਾਹੀਆਨ ਦਾ ਜਿਹੜਾ ਸਫ਼ਰਨਾਮਾ ਹੈ ਉਹ ਸੀਗਾ ਫੋ ਕਿਓ ਕੀ, ਠੀਕ ਹੈ, ਇਹ ਮੈਂ ਪਹਿਲਾਂ ਵੀ ਦੱਸ ਚੁੱਕਿਆ ਤੁਹਾਨੂੰ। ਚੰਦਰਗੁਪਤ ਦੂਜੇ ਨੇ ਨਾਗ ਸ਼ਾਸਕ ਜਿਹੜੀ ਪੁੱਤਰੀ ਸੀ ਕਬੇਰ ਨਾਗ ਦੇ ਨਾਲ ਆਪਣਾ ਵਿਆਹ ਕਰਵਾਇਆ, ਠੀਕ ਹੈ ਜੀ। ਚੰਦਰਗੁਪਤ ਦੂਜਾ ਹੈ ਉਹ ਵੱਖ-ਵੱਖ ਰਾਜਵੰਸ਼ਾਂ ਦੇ ਨਾਲ ਵਿਆਹ ਕਰਕੇ ਆਪਣੇ ਸਾਮਰਾਜ ਦਾ ਵਿਸਥਾਰ ਕਰ ਰਿਹਾ ਸੀ, ਆਪਣੀ ਸ਼ਕਤੀ ਨੂੰ ਵਧਾ ਰਿਹਾ ਸੀ। ਇਸੇ ਤਹਿਤ ਉਸਨੇ ਨਾਗ ਸ਼ਾਸਕ ਦੀ ਪੁੱਤਰੀ ਕਬੇਰ ਨਾਗ ਦੇ ਨਾਲ ਵਿਆਹ ਕਰਾਇਆ ਤੇ ਆਪਣੀ ਜਿਹੜੀ ਬੇਟੀ ਸੀ ਚੰਦਰਗੁਪਤ ਦੂਜੇ ਦੀ ਪ੍ਰਭਾਵਤੀ ਤੇ ਉਹਦਾ ਵਿਆਹ ਵਾਕਾਟਕ ਸ਼ਾਸਕ ਦੇ ਰਾਜਾ ਰੁਦਰਸੇਨ ਦੂਜੇ ਦੇ ਨਾਲ ਕੀਤਾ, ਠੀਕ ਹੈ ਜੀ, ਧਿਆਨ ਰੱਖਣਾ ਹੈ। ਦੋਨੋਂ ਘਰਾਣਿਆਂ ਨੂੰ, ਇੱਕ ਵਾਕਾਟਕ ਸ਼ਾਸਕ ਹੈ ਤੇ ਦੂਸਰਾ ਨਾਗ ਸ਼ਾਸਕ ਹੈ, ਤੇ ਨਾਗ ਸ਼ਾਸਕ ਦੀ ਜਿਹੜੀ ਪੁੱਤਰੀ ਸੀ ਕਬੇਰ ਨਾਗ ਨਾਲ ਤਾਂ ਇਹਨੇ ਚੰਦਰਗੁਪਤ ਦੂਜੇ ਨੇ ਵਿਆਹ ਕਰਵਾਇਆ ਸੀ ਤੇ ਆਪਣੀ ਬੇਟੀ ਪ੍ਰਭਾਵਤੀ ਦਾ ਵਿਆਹ ਜਿਹੜਾ ਉਹ ਵਾਕਾਟਕ ਸ਼ਾਸਕ ਦੇ ਰਾਜੇ ਰੁਦਰਸੇਨ ਦੂਜੇ ਨਾਲ ਕੀਤਾ ਸੀ।
ਚੰਦਰਗੁਪਤ ਦੂਜਾ ਇੱਕ ਬਹੁਤ ਹੀ ਬਹਾਦਰ ਤੇ ਮਹਾਨ ਵਿਜੇਤਾ ਸੀ। ਉਸਨੇ ਆਪਣੇ ਸ਼ਾਸਨ ਕਾਲ ਦੇ ਦੌਰਾਨ ਬਹੁਤ ਸਾਰੀਆਂ ਮਹੱਤਵਪੂਰਨ ਜਿੱਤਾਂ ਪ੍ਰਾਪਤ ਕੀਤੀਆਂ। ਉਹਦੇ ਵਿੱਚੋਂ ਮਾਲਵਾ, ਗੁਜਰਾਤ ਤੇ ਕਾਠੀਆਵਾੜ ਦੀ ਜਿੱਤ ਬਹੁਤ ਇੰਪੋਰਟੈਂਟ ਹੈ। ਵੰਗ ਦੀ ਜਿੱਤ, ਵੰਗ ਜਿਹੜਾ ਬੰਗਾਲ ਦਾ ਇੱਕ ਪ੍ਰਦੇਸ਼ ਸੀ, ਸੂਬਾ ਸੀਗਾ, ਠੀਕ ਹੈ ਜੀ। ਇਹ ਸਾਰੀਆਂ ਜਿੱਤਾਂ ਧਿਆਨ 'ਚ ਰੱਖਣੀਆਂ, ਸਾਰੇ ਫੈਕਟ ਇੰਪੋਰਟੈਂਟ ਹੈ ਜੀ। ਬਲਖ ਦੀ ਜਿੱਤ, ਇਹ ਅਫਗਾਨਿਸਤਾਨ ਦਾ ਇੱਕ ਪ੍ਰਦੇਸ਼ ਹੈ ਬਲਖ, ਠੀਕ ਹੈ ਜੀ। ਉਹਦੀ ਜਿੱਤ ਇਹਨੇ ਪ੍ਰਾਪਤ ਕੀਤੀ ਸੀ। ਇਹਦੀਆਂ ਜਿੱਤਾਂ ਦਾ ਜਿਹੜਾ ਵਰਣਨ ਹੈ, ਦਿੱਲੀ ਦੇ ਨੇੜੇ ਮਹਿਰੌਲੀ ਲੋਹ ਸਤੰਭ ਤੇ ਬਣਿਆ ਹੋਇਆ ਹੈ। ਬਹੁਤ ਹੀ ਹੈਵੀ ਤੇ ਭਾਰਾ ਇਹ ਲੋਹੇ ਦਾ ਸਤੰਭ ਬਣਿਆ ਹੋਇਆ, ਠੀਕ ਹੈ ਜੀ। ਪੁੱਲ ਵੀ ਬਣਿਆ ਹੋਇਆ ਉੱਥੇ, ਤੇ ਇਹਨੂੰ ਹਾਲੇ ਤੱਕ ਜੰਗ ਨਹੀਂ ਲੱਗੀ, ਜੰਗਾਲ ਨਹੀਂ ਲੱਗੀ, ਇਹ ਵੀ ਧਿਆਨ 'ਚ ਰੱਖਣਾ। ਹਾਂਜੀ, ਉਸ ਦਾ ਜਿਹੜਾ ਸਾਮਰਾਜ ਹੈ, ਉੱਤਰ ਦੇ ਵਿੱਚ ਹਿਮਾਲਿਆ ਪਰਬਤ ਤੋਂ ਲੈ ਕੇ ਦੱਖਣ ਦੇ ਵਿੱਚ ਨਰਮਦਾ ਤੱਕ, ਤੇ ਇਧਰੋਂ ਪੂਰਬ ਦੇ ਵਿੱਚ ਬ੍ਰਹਮਪੁੱਤਰ ਨਦੀ ਤੋਂ ਲੈ ਕੇ ਪੱਛਮ ਦੇ ਵਿੱਚ ਅਰਬ ਸਾਗਰ ਤੱਕ ਫੈਲਿਆ ਹੋਇਆ ਸੀ, ਠੀਕ ਹੈ ਜੀ। ਇਹ ਧਿਆਨ 'ਚ ਰੱਖਣਾ। ਇਹ ਸਾਰੇ ਦੇ ਸਾਰੇ ਜਿਹੜੇ ਫੈਕਟ ਹੈ ਇੰਪੋਰਟੈਂਟ ਹੈ ਜੀ। ਵਿਚ ਆਫ ਦੀ ਫੋਲੋਇੰਗ ਇਨਸਕ੍ਰਿਪਸ਼ਨ ਮੈਂਸ਼ਨ ਚੰਦਰਗੁਪਤ ਵਿਕਰਮਦੱਤੇ ਅਥਾਰਟੀ ਓਵਰ ਨਾਰਥ ਵੈਸਟਰਨ ਇੰਡੀਆ। ਦੱਸਣਾ ਹੈ ਵੀ ਕਿਹੜਾ ਲੇਖ ਹੈ ਜਿਹਦੇ ਵਿੱਚ ਇਹ ਮੈਂਸ਼ਨ ਕੀਤਾ ਗਿਆ ਚੰਦਰਗੁਪਤ ਵਿਕਰਮਦੱਤੇ ਨੇ ਉੱਤਰ ਪੱਛਮ ਭਾਰਤ ਦੇ ਵਿੱਚ ਵੀ ਉਹਦਾ ਰਾਜ ਸਥਾਪਿਤ ਸੀਗਾ, ਠੀਕ ਹੈ ਜੀ। ਇਹ ਮਹਿਰੌਲੀ ਦਾ ਲੋਹ ਪਿਲਰ ਲੇਖ ਹੈ, ਠੀਕ ਹੈ, ਜਿਹੜਾ ਦਿੱਲੀ ਵਿੱਚ ਸਥਿਤ ਹੈ। ਇੱਥੋਂ ਹੀ ਪਤਾ ਲੱਗਦਾ ਦੀਆਂ ਜਿੱਤਾਂ ਬਾਰੇ। ਪਰਮ ਭਾਗਵਤ ਦਾ ਖਿਤਾਬ ਪ੍ਰਾਪਤ ਕਰਨ ਵਾਲਾ ਪਹਿਲਾ ਗੁਪਤ ਸ਼ਾਸਕ ਕਿਹੜਾ ਸੀਗਾ? ਇਹ ਵੀ ਚੰਦਰਗੁਪਤ ਵਿਕਰਮਦੱਤੇ ਸੀ, ਠੀਕ ਹੈ ਜੀ। ਧਿਆਨ 'ਚ ਰੱਖਣਾ। ਚੰਦਰਗੁਪਤ ਵਿਕਰਮਦੱਤੇ ਦੇ 9 ਰਤਨ ਸੀਗੇ, ਉਹਨਾਂ ਵਿੱਚੋਂ ਦੱਸਣਾ ਹੈ ਕਿਹੜਾ ਨਹੀਂ ਸੀ। ਅਮਰ ਸਿੰਘ ਵੀ ਸੀਗਾ, ਬੈਟਲ ਭੱਟ ਵੀ ਸੀ, ਘਟਕਰਪਰ ਵੀ ਸੀ, ਤੇ ਨਾਗਅਰਜਨ ਨਹੀਂ ਸੀਗਾ। ਇਹ ਧਿਆਨ 'ਚ ਰੱਖ ਲੈਣਾ, ਨਾਗਅਰਜਨ ਨਹੀਂ ਸੀ, ਠੀਕ ਹੈ ਜੀ। ਹਾਂਜੀ, ਵਿਚ ਆਫ ਦੀ ਫੋਲੋਇੰਗ ਇਜ਼ ਔਰ ਆਰ ਦੀ 9 ਜੈਮਸ ਆਫ ਚੰਦਰਗੁਪਤ ਵਿਕਰਮਦੱਤੇ। ਦੱਸਣਾ ਹੈ ਵੀ 9 ਜੈਮ ਜਿਹੜੇ ਇਹਨਾਂ ਵਿੱਚੋਂ ਕਿਹੜੇ ਕਿਹੜੇ ਸੀ। ਅਮਰ ਸਿੰਮਾ ਜਾਂ ਅਮਰ ਸਿੰਘ ਇਹ ਵੀ ਸੀ, ਹਰੀ ਸੇਨ ਵੀ ਸੀ, ਤੇ ਪਾਨਕਾ ਵੀ ਸੀ। ਆਲ ਆਫ ਦੀ ਅਬਵ, ਇਹ ਸਾਰੇ ਦੇ ਸਾਰੇ ਸੀ, ਠੀਕ ਹੈ ਜੀ। ਇਹ ਧਿਆਨ 'ਚ ਰੱਖਣੀ ਹੈ ਜੀ। ਦੀ ਗੁਪਤਾ ਗੋਲਡ ਕੁਆਇਨਸ ਵਰ ਨੋਨ ਐਸ। ਗੁਪਤ ਦੇ ਜਿਹੜੇ ਸੋਨੇ ਦੇ ਸਿੱਕੇ ਸੀ ਉਹਨਾਂ ਨੂੰ ਕੀ ਕਿਹਾ ਜਾਂਦਾ ਸੀ? ਉਹਨਾਂ ਨੂੰ ਦਿਨਾਰ ਕਿਹਾ ਜਾਂਦਾ ਸੀ। ਕਿਸ ਸ਼ਾਸਕ ਨੇ ਸਭ ਤੋਂ ਪਹਿਲਾਂ ਚਾਂਦੀ ਦੇ ਸਿੱਕਿਆਂ ਦਾ ਪ੍ਰਚਲਨ ਸ਼ੁਰੂ ਕੀਤਾ? ਹਾਂਜੀ, ਚਾਂਦੀ ਦੇ ਜਿਹੜੇ ਸਿੱਕੇ ਚਲਾਏ ਸੀ ਉਹ ਵੀ ਚੰਦਰਗੁਪਤ ਵਿਕਰਮਦੱਤੇ ਨੇ ਚਲਾਏ ਸੀ, ਤੇ ਚਾਂਦੀ ਦੇ ਸਿੱਕਿਆਂ ਨੂੰ ਰੂਪਕ ਕਿਹਾ ਜਾਂਦਾ ਸੀ, ਠੀਕ ਹੈ, ਤੇ ਸੋਨੇ ਦੇ ਸਿੱਕਿਆਂ ਨੂੰ ਦਿਨਾਰ ਕਿਹਾ ਜਾਂਦਾ ਸੀ। ਹੂ ਅਮੰਗ ਦੀ ਫੋਲੋਇੰਗ ਗੁਪਤ ਅੰਪਾਇਰ ਮੇਡ ਉਜੈਨ ਹਿਜ਼ ਸੈਕੰਡ ਕੈਪੀਟਲ। ਇਹਨਾਂ ਦੀ ਜਿਹੜੀ ਮੁੱਖ ਕੈਪੀਟਲ ਉਹ ਪਾਟਲੀਪੁੱਤਰ ਸੀ, ਮਗਧ ਦੇ ਸ਼ਾਸਕ ਸੀ। ਪਰ ਜਿਹੜਾ ਚੰਦਰਗੁਪਤ ਵਿਕਰਮਦੱਤੇ ਦੂਜਾ ਹੈ, ਉਸਨੇ ਉਜੈਨ ਨੂੰ ਆਪਣੀ ਦੂਜੀ ਕੈਪੀਟਲ ਬਣਾਇਆ ਸੀ। ਚੰਦਰਗੁਪਤ ਦੂਜਾ ਇਹਦਾ ਆਨਸਰ ਆਏਗਾ। ਸਿਲਵਰ ਕੁਆਇਨ ਇਸ਼ੂਡ ਬਾਈ ਦੀ ਗੁਪਤਸ ਵਾਰ ਨੋਨ ਐਜ। ਜਿਹੜੇ ਚਾਂਦੀ ਦੇ ਸਿੱਕੇ ਜਿਹੜੇ ਜਾਰੀ ਕੀਤੇ ਗਏ ਸੀ ਗੁਪਤਾਂ ਦੁਆਰਾ, ਉਹਨਾਂ ਨੂੰ ਕੀ ਕਿਹਾ ਜਾਂਦਾ ਸੀ? ਉਹਨਾਂ ਨੂੰ ਰੂਪਕ ਕਿਹਾ ਜਾਂਦਾ ਸੀ, ਠੀਕ ਹੈ ਜੀ। ਇਨ ਵਿਚ ਅਮੰਗ ਦੀ ਫੋਲੋਇੰਗ ਮੈਟਲਸ ਲਾਰਜੈਸਟ ਨੰਬਰ ਆਫ ਕੁਆਇਨਸ ਵਾਰ ਇਸ਼ੂਡ ਇਨ ਗੁਪਤ ਏਰਾ, ਠੀਕ ਹੈ ਜੀ। ਦੱਸਣਾ ਹੈ ਵੀ ਕਿਸ ਧਾਤੂ ਦੇ ਸਿੱਕੇ ਸਭ ਤੋਂ ਜ਼ਿਆਦਾ ਗੁਪਤ ਸਾਮਰਾਜ ਜਾਂ ਯੁੱਗ ਦੇ ਦੌਰਾਨ ਹੈ ਜਿਹੜੇ ਉਹ ਬਣਾਏ ਗਏ। ਹਾਂਜੀ, ਸਭ ਤੋਂ ਜ਼ਿਆਦਾ ਜਿਹੜੇ ਸਿੱਕੇ ਬਣੇ ਸੀਗੇ ਕਿਸ ਮੈਟਲ ਦੇ ਬਣੇ ਸੀ? ਉਹ ਗੋਲਡ ਦੇ ਬਣੇ ਸੀਗੇ, ਠੀਕ ਹੈ। ਫਾਇਆਨ ਜਿਹੜਾ ਚੀਨੀ ਯਾਤਰੀ ਸੀਗਾ ਉਹ ਕਿਸ ਰਾਜੇ ਦੇ ਦੌਰਾਨ ਭਾਰਤ ਆਇਆ ਸੀਗਾ? ਠੀਕ ਹੈ ਜੀ, ਉਹ ਆਇਆ ਸੀ ਚੰਦਰਗੁਪਤ ਵਿਕਰਮਦੱਤੇ ਦੇ ਸ਼ਾਸਨ ਦੇ ਵਿੱਚ। ਫਾਇਆਨ ਮਿਸ਼ਨ ਟੂ ਇੰਡੀਆ ਵਾਸ। ਫਾਇਆਨ ਦਾ ਭਾਰਤ ਆਉਣ ਦਾ ਜਿਹੜਾ ਮਿਸ਼ਨ ਕੀ ਸੀ ਇਹ ਦੱਸਣਾ ਆਪਾਂ, ਠੀਕ ਹੈ। ਉਹ ਅਸਲ ਦੇ ਵਿੱਚ ਜਿਹੜੇ ਬੋਧੀ ਸੰਸਥਾਵਾਂ ਸੀ, ਇੰਸਟੀਚਿਊਟ ਸੀ, ਉਹਦੀ ਵਿਜ਼ਿਟ ਕਰਨ ਆਇਆ ਸੀ, ਤੇ ਬੁੱਧ ਧਰਮ ਨਾਲ ਸੰਬੰਧਿਤ ਜਿੰਨੇ ਵੀ ਹੱਥ ਲਿਖਤ ਦਸਤਾਵੇਜ਼ ਉਹ ਪ੍ਰਾਪਤ ਕਰਨ ਆਇਆ ਸੀ। ਤੇ ਇਹਦਾ ਰਾਈਟ ਆਨਸਰ ਬਣੇਗਾ ਜੀ ਡੀ, ਵਿਜ਼ਿਟ ਦੀ ਬੁੱਧਿਸਟ ਇੰਸਟੀਟਿਊਸ਼ਨ। ਬੁੱਧਿਸਟ ਜਿਹੜੀਆਂ ਸੰਸਥਾਵਾਂ ਉਹਨਾਂ ਨੂੰ ਯਾਤਰਾ ਕਰਨਾ, ਕਲੈਕਟ ਕਾਪੀਜ਼ ਆਫ ਬੁੱਧਿਸਟ ਮੈਨੂਸਕ੍ਰਿਪਟ। ਹੱਥ ਲਿਖਤ ਜਿਹੜੇ ਬੁੱਧਿਸਟ ਦੀਆਂ ਜਿਹੜੀਆਂ ਕਾਪੀਜ਼ ਆ ਉਹਨਾਂ ਨੂੰ ਕਲੈਕਟ ਕਰਨਾ, ਉਸ ਦਾ ਮੁੱਖ ਮਿਸ਼ਨ ਸੀਗਾ। ਚੰਦਰਗੁਪਤ ਦੂਜਾ ਨੇ ਵਿਕਰਮਦੱਤੇ ਦਾ ਖਿਤਾਬ ਕਦੋਂ ਧਾਰਨ ਕੀਤਾ? ਇਸ ਨੇ ਖਿਤਾਬ ਉਦੋਂ ਧਾਰਨ ਕੀਤਾ ਸੀ ਜਦੋਂ ਸ਼ੱਕਾਂ ਨੂੰ ਉਹਨੇ ਹਰਾਇਆ ਸੀ। ਉਸ ਤੋਂ ਬਾਅਦ ਉਸਨੇ ਵਿਕਰਮਦੱਤੇ ਦਾ ਜਿਹੜਾ ਖਿਤਾਬ ਹੈ ਚੰਦਰਗੁਪਤ ਦੂਜੇ ਨੇ ਧਾਰਨ ਕੀਤਾ ਸੀ। ਚੰਦਰਗੁਪਤ ਦੂਜੇ ਵਿਕਰਮਦੱਤੇ ਨੇ ਕਿਸ ਰਾਜਵੰਸ਼ ਦੇ ਨਾਲ ਵਿਆਹਤਾ ਸੰਬੰਧ ਨਹੀਂ ਬਣਾਏ? ਠੀਕ ਹੈ ਜੀ, ਨਾਗਵੰਸ਼ ਦੇ ਨਾਲ ਸੀਗਾ, ਉਹਦੀ ਪਤਨੀ ਸੀ ਨਾਗਵੰਸ਼ ਤੋਂ। ਵਾਕਾਟਕ ਰਾਜਵੰਸ਼ ਦੇ ਵਿੱਚ ਉਹਨੇ ਆਪਣੀ ਧੀ ਦਾ ਵਿਆਹ ਕਰਵਾਇਆ ਸੀਗਾ। ਕਦੰਬ ਰਾਜਵੰਸ਼ ਦੇ ਨਾਲ ਵੀ ਇਹਦੇ ਵਿਆਹਤਾ ਸੰਬੰਧ ਸੀ। ਲక్ష్ਮੀ ਰਾਜਵੰਸ਼ ਨਾਲ ਇਹਦੇ ਸੰਬੰਧ ਨਹੀਂ ਸੀ। ਮਾਂ ਸੀ ਜਿਹੜੀ ਕਿ ਉਹਦੀ ਲక్ష్ਮੀ ਰਾਜਵੰਸ਼ ਤੋਂ ਸੀ, ਠੀਕ ਹੈ ਜੀ, ਇਹ ਧਿਆਨ 'ਚ ਰੱਖਣਾ। ਇਹ ਮਾਂ ਦਾ ਘਰਾਣਾ ਸੀ ਲక్ష్ਮੀ ਰਾਜਵੰਸ਼, ਪਰ ਚੰਦਰਗੁਪਤ ਦੂਜੇ ਦੇ ਆਪਣੇ ਵਿਆਹਤਾ ਸੰਬੰਧ ਨਹੀਂ ਸਨ, ਠੀਕ ਹੈ ਜੀ। ਇਹ ਜਿਹੜੀ ਲక్ష్ਮੀ ਰਾਜਵੰਸ਼ ਤੋਂ ਇਹਦੀ ਦਾਦੀ ਮਾਂ ਸੀਗੀ, ਇਹ ਧਿਆਨ 'ਚ ਰੱਖ ਲੈਣਾ, ਦਾਦੀ ਮਾਂ। ਚੰਦਰਗੁਪਤ ਦੂਜੇ ਨੇ ਆਪਣੀ ਧੀ ਪ੍ਰਭਾਵਤੀ ਗੁਪਤਾ ਦਾ ਵਿਆਹ ਕਿਸ ਰਾਜਵੰਸ਼ ਨਾਲ ਕੀਤਾ ਸੀ? ਠੀਕ ਹੈ ਜੀ, ਇਹ ਵਾਕਾਟਕ ਰਾਜਵੰਸ਼ ਦੇ ਵਿੱਚ ਆਪਣੀ ਕੁੜੀ ਦਾ ਵਿਆਹ ਕੀਤਾ ਸੀਗਾ। ਮਹਿਰੌਲੀ ਥੰਮ ਦਾ ਸ਼ਿਲਾਲੇਖ ਕਿਸ ਸ਼ਾਸਕ ਦੇ ਨਾਲ ਸੰਬੰਧਿਤ ਹੈ? ਜਿਹੜਾ ਮਹਿਰੌਲੀ ਹੈ ਉਹ ਚੰਦਰਗੁਪਤ ਦੂਜਾ ਜਾਂ ਵਿਕਰਮਦੱਤੇ ਦੇ ਨਾਲ ਸੰਬੰਧਿਤ ਹੈ ਜੀ, ਠੀਕ ਹੈ। ਇਹਨਾਂ ਵਿੱਚੋਂ ਕਿਸ ਰਾਜੇ ਨੂੰ ਦੇਵ ਰਾਜ ਦੇ ਨਾਮ ਨਾਲ ਜਾਣਿਆ ਜਾਂਦਾ ਸੀ? ਠੀਕ ਹੈ ਜੀ, ਕੋਈ ਦੇਵ ਰਾਜ, ਕੋਈ ਦੇਵ ਸ਼੍ਰੀ, ਕੋਈ ਦੇਵਗੁਪਤ ਕਹਿੰਦਾ ਸੀਗਾ, ਠੀਕ ਹੈ ਜੀ, ਉਹ ਚੰਦਰਗੁਪਤ ਵਿਕਰਮਦੱਤੇ ਨੂੰ ਹੀ ਕਿਹਾ ਜਾਂਦਾ ਸੀ। ਹਾਂਜੀ, ਅਗਲਾ ਜਿਹੜਾ ਆਪਣਾ ਟੌਪਿਕ ਹੈ ਉਹ ਹੈ ਕੁਮਾਰਗੁਪਤ। ਕੁਮਾਰਗੁਪਤ ਜਿਹੜਾ ਸ਼ਾਸਨ ਦਾ ਸਮਾਂ ਹੈ ਉਹ 415 ਈਸਵੀ ਤੋਂ ਲੈ ਕੇ 454 ਈਸਵੀ ਤੱਕ। ਕੁਮਾਰਗੁਪਤ ਚੰਦਰਗੁਪਤ ਦੂਜੇ ਤੋਂ ਵਿਕਰਮਦੱਤੇ ਜਿਹਨੂੰ ਕਹਿੰਦੇ ਆਪਾਂ, ਉਹਦੀ ਮੌਤ ਤੋਂ ਬਾਅਦ ਉਹਦਾ ਪੁੱਤਰ ਕੁਮਾਰਗੁਪਤ ਪਹਿਲਾ ਗੁਪਤ ਸਾਮਰਾਜ ਦਾ ਸ਼ਾਸਕ ਬਣਿਆ। ਕੁਮਾਰਗੁਪਤ ਦੀ ਮਾਤਾ ਦਾ ਨਾਮ ਸੀ ਧਰੁਵ ਦੇਵੀ, ਠੀਕ ਹੈ ਜੀ। ਗੁਪਤ ਸ਼ਾਸਕਾਂ ਦੇ ਜਿੰਨੇ ਵੀ ਬਹੁਤੇ ਰਿਕਾਰਡ ਹੈ, ਦਸਤਾਵੇਜ਼ ਹੈ, ਇਸੇ ਦੇ ਸ਼ਾਸਨਕਾਲ ਕੁਮਾਰਗੁਪਤ ਦੇ ਵਿੱਚ ਸ਼ਾਸਨਕਾਲ ਦੇ ਵਿੱਚ ਪ੍ਰਾਪਤ ਹੋਏ ਆ। ਹਾਂਜੀ, ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਹੁਣਾਂ ਦਾ ਹਮਲਾ। ਹੂਣ ਪ੍ਰਜਾਤੀ ਜਿਹੜੀ ਮੱਧ ਏਸ਼ੀਆ ਦਾ ਕਬੀਲਾ ਸੀਗਾ, ਉਹਨੇ ਪਹਿਲਾ ਹਮਲਾ ਜਿਹੜਾ ਕੀਤਾ ਸੀ ਉਹ ਕੁਮਾਰਗੁਪਤ ਦੇ ਸ਼ਾਸਨਕਾਲ ਵਿੱਚ ਕੀਤਾ ਸੀ। ਬਹੁਤ ਵਾਰੀ ਐਗਜ਼ਾਮ 'ਚ ਪੁੱਛਿਆ ਜਾਂਦਾ ਹੈ ਵੀ ਹੁਣਾਂ ਦਾ ਸਭ ਤੋਂ ਪਹਿਲਾ ਹਮਲਾ ਜਿਹੜਾ ਉਹ ਕਿਹਦੇ ਸ਼ਾਸਨਕਾਲ 'ਚ ਹੋਇਆ ਸੀ, ਤਾਂ ਧਿਆਨ 'ਚ ਰੱਖਣਾ ਕੁਮਾਰਗੁਪਤ ਦੇ ਸ਼ਾਸਨਕਾਲ ਵਿੱਚ ਹੋਇਆ ਸੀ। ਕੁਮਾਰਗੁਪਤ ਪਹਿਲੇ ਨੂੰ ਮਹਿੰਦਰ ਦੱਤੇ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਕਿਉਂਕਿ ਇਹਨੇ ਮਹਿੰਦਰ ਦੱਤੇ ਦਾ ਜਿਹੜਾ ਖਿਤਾਬ ਹੈ ਉਹ ਹਾਸਲ ਕੀਤਾ ਸੀ। ਖੁਦ ਵੈਸ਼ਨਵ ਧਰਮ ਸ਼ਰਧਾਲੂ ਸੀ,
ਪਰ ਉਸਨੇ ਧਾਰਮਿਕ ਸਹਿਣਸ਼ੀਲਤਾ ਦੀ ਨੀਤੀ ਅਪਣਾਈ ਹੋਈ ਸੀ। ਠੀਕ ਹੈ ਜੀ, ਇਹ ਸਾਰੇ ਦੇ ਸਾਰੇ ਫੈਕਟ ਇੰਪੋਰਟੈਂਟ ਹੈ। ਕੁਮਾਰਗੁਪਤ ਸੰਬੰਧੀ 415 ਤੋਂ ਲੈ ਕੇ 454 ਤੱਕ ਇਹਦਾ ਸ਼ਾਸਨਕਾਲ ਰਿਹਾ। ਠੀਕ ਹੈ ਜੀ। ਕੁਮਾਰਗੁਪਤ ਪਹਿਲੇ ਨੇ ਵੱਡੀ ਗਿਣਤੀ ਦੇ ਵਿੱਚ ਮੋਰ ਦੇ ਆਕਾਰ, ਠੀਕ ਹੈ ਜੀ, ਦੇ ਨਾਂ ਦੇ ਚਾਂਦੀ ਦੇ ਸਿੱਕੇ ਜਾਰੀ ਕੀਤੇ ਤੇ ਅਸ਼ਵਮੇਧ ਜੱਗ ਵੀ ਕਰਾਇਆ। ਠੀਕ ਹੈ ਜੀ, ਧਿਆਨ 'ਚ ਰੱਖ ਲੈਣਾ ਹੈ। ਕਈ ਵਾਰ ਪੁੱਛਿਆ ਨਾ, ਮੋਰ ਦੇ ਆਕਾਰ ਦੇ ਚਾਂਦੀ ਦੇ ਸਿੱਕੇ ਕਿਹਨੇ ਜਾਰੀ ਕੀਤੇ ਸੀ? ਕੁਮਾਰਗੁਪਤ ਨੇ। ਸਭ ਤੋਂ ਜ਼ਿਆਦਾ ਇੰਪੋਰਟੈਂਟ ਫੈਕਟ ਹੈ ਉਹ ਹੈ ਨਾਲੰਦਾ ਯੂਨੀਵਰਸਿਟੀ ਦੀ ਸਥਾਪਨਾ ਕੁਮਾਰਗੁਪਤ ਨੇ ਕੀਤੀ ਸੀਗੀ। ਠੀਕ ਹੈ ਜੀ। ਤੇ ਬਾਅਦ ਵਿੱਚ ਇਹ ਯੂਨੀਵਰਸਿਟੀ ਹੈ ਬੁੱਧ ਧਰਮ ਦਾ ਆਕਸਫੋਰਡ ਇਸ ਨੂੰ ਕਿਹਾ ਜਾਣ ਲੱਗਾ। ਠੀਕ ਹੈ ਜੀ। ਮਹਾਜਾਨ ਦੋ ਸੰਪਰਦਾਇ, ਹੀਨਜਾਨ ਮਹਾਜਾਨ ਸੰਪਰਦਾਇ ਦੇ ਨਾਲ ਸੰਬੰਧਿਤ ਸੀ ਨਾਲੰਦਾ ਯੂਨੀਵਰਸਿਟੀ। ਠੀਕ ਹੈ ਜੀ, ਸਾਰੇ ਦੇ ਸਾਰੇ ਫੈਕਟ ਇੰਪੋਰਟੈਂਟ ਹੈ, ਧਿਆਨ 'ਚ ਰੱਖਣੇ। ਯੂਨੀਵਰਸਿਟੀ ਆਫ ਨਾਲੰਦਾ ਵਾਸ ਸੈਟ ਅਪ ਬਾਈ ਵਿਚ ਗੁਪਤ ਰੂਲਰ। ਦੱਸਣਾ ਕਿਸ ਗੁਪਤ ਰੂਲਰ ਨੇ ਨਾਲੰਦਾ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਸੀ? ਉਹ ਕੁਮਾਰਗੁਪਤ ਪਹਿਲੇ ਨੇ ਕੀਤੀ ਸੀ। ਸਮਰਾਟ ਕੁਮਾਰਗੁਪਤ ਪਹਿਲੇ ਦੀ ਮਾਂ ਦਾ ਨਾਂ ਦੱਸਣਾ ਹੈ ਜੀ, ਧਰੁਵਾ ਦੇਵੀ ਉਹਦੀ ਮਾਂ ਦਾ ਨਾਂ ਸੀ ਜੀ। ਠੀਕ ਹੈ ਜੀ, ਧਿਆਨ 'ਚ ਰੱਖਣਾ। ਹਾਂਜੀ, ਜਿਹੜੀ ਕੁਮਾਰੀ ਦੇਵੀ ਸੀਗੀ, ਠੀਕ ਹੈ ਜੀ, ਲక్ష్ਮੀ ਵੰਸ਼ ਦੇ ਨਾਲ ਸੰਬੰਧਿਤ ਸੀਗੀ ਤੇ ਇਹ ਚੰਦਰਗੁਪਤ ਪਹਿਲਾ ਸੀ, ਜਿਹੜਾ ਚੰਦਰਗੁਪਤ ਪਹਿਲੇ ਦੀ ਇਹ ਪਤਨੀ ਸੀਗੀ। ਕਬੇਰ ਨਾਗ ਇਹ ਨਾਗਵੰਸ਼ ਦੇ ਨਾਲ ਸੰਬੰਧਿਤ ਸੀ। ਇਹ ਚੰਦਰਗੁਪਤ ਦੂਜੇ ਦੀ ਪਤਨੀ ਸੀ। ਇਹ ਧਿਆਨ 'ਚ ਰੱਖ ਲੈਣਾ ਜੀ। ਹਾਂਜੀ, ਉਸ ਤੋਂ ਬਾਅਦ ਹੈ ਸਕੰਦਗੁਪਤ 455 ਤੋਂ ਲੈ ਕੇ 467 ਈਸਵੀ ਤੱਕ ਇਹਦਾ ਸ਼ਾਸਨ ਕਰ ਰਿਹਾ। ਹਾਂਜੀ, ਧਿਆਨ ਰੱਖਣਾ 455 ਤੋਂ 467 ਤੱਕ ਸਕੰਦਗੁਪਤ ਦਾ ਜਿਹੜਾ ਕਾਰਜਕਾਲ ਰਿਹਾ, ਸਮਾਂ ਰਿਹਾ ਸ਼ਾਸਨ ਦਾ। ਗੁਪਤ ਵੰਸ਼ ਦਾ ਆਖਰੀ ਮਹਾਨ ਸ਼ਾਸਕ ਸੀਗਾ। ਉਸਨੇ ਪਰਮ ਭਟਰਕ, ਪਰਮ ਦੇਵਤਾ, ਮਹਾਰਾਜਾਤਿਰਾਜ, ਇਹ ਉਹੀ ਉਪਾਧੀ ਹੈ ਮਹਾਰਾਜਾਤਿਰਾਜ, ਜਿਹੜੀ ਕਿ ਇਸ ਦੇ ਸਭ ਤੋਂ ਚੰਦਰਗੁਪਤ ਪਹਿਲੇ ਨੇ ਜਿਹੜੀ ਧਾਰਨ ਕੀਤੀ ਸੀਗੀ। ਠੀਕ ਹੈ ਜੀ। ਤੇ ਪਰਮ ਭਟਰਕ ਤੇ ਪਰਮ ਦੇਵਤਾ ਵੀ ਧਿਆਨ 'ਚ ਰੱਖਣੀ ਹੈ। 455 ਦੇ ਵਿੱਚ ਸਕੰਦਗੁਪਤ ਨੇ ਹੁਣਾਂ ਨੂੰ ਹਰਾਇਆ। ਹੁਣਾਂ ਦੇ ਹਮਲੇ ਜਿਹੜੇ ਸਭ ਤੋਂ ਪਹਿਲਾਂ ਕੁਮਾਰਗੁਪਤ ਦੇ ਸ਼ਾਸਨਕਾਲ 'ਚ ਹੋਏ ਸੀ, ਧਿਆਨ ਰੱਖਣਾ। ਤੇ ਸਕੰਦਗੁਪਤ ਨੇ ਹੁਣਾਂ ਨੂੰ ਹਰਾਤਾ, ਪੂਰੀ ਤਰ੍ਹਾਂ ਕੁਚਲ ਦਿੱਤਾ ਤੇ ਹੁਣਾਂ ਦੇ ਹਮਲੇ ਤੋਂ ਬਚਾਉਣ ਦਾ ਜਿਹੜਾ ਸਿਹਰਾ ਹੈ ਉਹ ਗੁਪਤ ਨੂੰ ਹੀ ਜਾਂਦਾ ਹੈ। ਪਿਤਰੀ ਸਤੰਭ ਸ਼ਿਲਾਲੇਖ ਹੈ ਗਾਜੀਪੁਰ ਯੂਪੀ ਦੇ ਵਿੱਚ। ਠੀਕ ਹੈ ਜੀ। ਇਹਦੇ ਵਿੱਚ ਸਕੰਦਗੁਪਤ ਦੇ ਹੁਣਾਂ ਨਾਲ ਹੋਏ ਯੁੱਧ ਦਾ ਵਰਣਨ ਮਿਲਦਾ ਤੇ ਇਸੇ ਦੇ ਵਿੱਚ ਪੁਸ਼ਿਆਮਿੱਤਰ ਸ਼ੁੰਗ ਵੰਸ਼ ਦੇ ਨਾਲ ਹੋਏ ਜਿਹੜੇ ਹਮਲੇ ਹੈ, ਯੁੱਧ ਹੋਏ ਆ ਜਿਹੜੇ ਸਕੰਦਗੁਪਤ ਦੇ, ਉਹਨਾਂ ਦਾ ਵਰਣਨ ਵੀ ਮਿਲਦਾ। ਤੁਸੀਂ ਧਿਆਨ ਰੱਖਣਾ ਹੁਣਾਂ ਦੇ ਹਮਲੇ ਨੂੰ। ਠੀਕ ਹੈ ਜੀ। ਪਿਤਰੀ ਸਤੰਭ ਲੇਖ ਤੇ ਇਹ ਵਰਣਨ ਕੀਤਾ ਗਿਆ। ਹੁਣ ਜਿਹੜੀ ਪ੍ਰਜਾਤੀ ਹੈ ਉਹ ਮੱਧ ਏਸ਼ੀਆ ਕਬੀਲੇ ਦੇ ਰਹਿਣ ਵਾਲੇ ਲੋਕ ਸਨ। ਬਰਬਰ ਨਸਲ ਦੇ ਲੋਕ ਸਨ, ਵਹਿਸ਼ੀ ਕਿਸਮ ਦੇ ਲੋਕ ਸਨ। ਠੀਕ ਹੈ। ਤੇ ਇਸ ਦਾ ਜਿਹੜਾ ਪਹਿਲਾ ਹਮਲਾ, ਠੀਕ ਹੈ, ਪਹਿਲਾ ਹਮਲਾ ਇੱਥੇ ਗਲਤ ਹੋ ਗਿਆ, ਕੁਮਾਰਗੁਪਤ ਦੇ ਸਮੇਂ ਦੇ ਵਿੱਚ ਹੋਇਆ ਸੀਗਾ ਤੇ ਇਹਨਾਂ ਨੂੰ ਜਿਹੜਾ ਹਰਾਇਆ ਸੀ ਹੁਣਾਂ ਨੂੰ, ਉਹ ਸਕੰਦਗੁਪਤ ਨੇ ਹਰਾਇਆ ਸੀ। ਠੀਕ ਹੈ ਜੀ, ਧਿਆਨ 'ਚ ਰੱਖ ਲੈਣਾ, ਵੈਰੀ ਇੰਪੋਰਟੈਂਟ ਫੈਕਟ ਹੈ। ਤੇ ਉਸਨੇ ਭਗਵਾਨ ਵਿਸ਼ਨੂੰ ਦੀ ਮੂਰਤੀ ਦੁਆਰਾ ਜਿੱਤ ਦਾ ਇੱਕ ਥੰਮ ਖੜਾ ਕੀਤਾ। ਉਹਨਾਂ ਨੂੰ ਹਰਾਉਣ ਤੋਂ ਬਾਅਦ ਜਿੱਤ ਦੀ ਖੁਸ਼ੀ ਦੇ ਵਿੱਚ ਭਗਵਾਨ ਵਿਸ਼ਨੂੰ ਦੀ ਇੱਕ ਮੂਰਤੀ ਸਥਾਪਿਤ ਕੀਤੀ ਸੀਗੀ। ਠੀਕ ਹੈ, ਸਕੰਦਗੁਪਤ ਨੇ 466 ਈਸਵੀ ਦੇ ਵਿੱਚ, ਠੀਕ ਹੈ, ਆਪਣੇ ਸ਼ਾਸਨ ਦੇ ਆਖਰੀ ਸਾਲ ਤੋਂ 1 ਸਾਲ ਪਹਿਲਾਂ ਸਕੰਦਗੁਪਤ ਨੇ ਚੀਨੀ ਸਮਰਾਟ ਦੇ ਦਰਬਾਰ ਦੇ ਵਿੱਚ ਇੱਕ ਰਾਜਦੂਤ ਭੇਜਿਆ ਸੀ। ਠੀਕ ਹੈ, ਸਾਰੇ ਦੇ ਸਾਰੇ ਫੈਕਟ ਸਕੰਦਗੁਪਤ ਨਾਲ ਇੰਪੋਰਟੈਂਟ ਹੈ, ਧਿਆਨ 'ਚ ਰੱਖਣੇ ਜੀ। ਸਕੰਦਗੁਪਤ ਨੇ ਮੌਰੀਆ ਦੁਆਰਾ ਬਣਾਈ ਗਈ, ਠੀਕ ਹੈ, ਸੁਦਰਸ਼ਨ ਝੀਲ ਦੀ ਮੁਰੰਮਤ ਵੀ ਕਰਵਾਈ ਸੀ। ਠੀਕ ਹੈ ਜੀ। ਸੁਦਰਸ਼ਨ ਝੀਲ ਹੈ ਜਿਹੜੀ ਉਹ ਸਿੰਚਾਈ ਇਰੀਗੇਸ਼ਨ ਫੈਸਿਲਿਟੀ ਨੂੰ ਵਧੀਆ ਤਰੀਕੇ ਨਾਲ ਬਣਾਉਣ ਦੇ ਲਈ ਸੁਦਰਸ਼ਨ ਝੀਲ ਆ ਉਹਦੀ ਜਿਹੜੀ ਹੈ ਹੱਦਾਂ, ਜਿਹੜੀਆਂ ਬਾਉਂਡਰੀਆਂ ਜਿਹੜੀਆਂ ਉਹਦੀ ਮੁਰੰਮਤ ਕਰਵਾਈ ਸੀ। ਠੀਕ ਹੈ ਜੀ। ਇਸ ਦਾ ਜ਼ਿਕਰ ਹੈ ਜੂਨਾਗੜ੍ਹ ਦੇ ਜਿਹੜਾ ਰੁਦਰਦਾਮਨ ਦਾ ਲਿਖਿਆ ਹੋਇਆ ਸ਼ਿਲਾਲੇਖ, ਉਹਦੇ ਵਿੱਚ ਜ਼ਿਕਰ ਕੀਤਾ ਗਿਆ। ਪਿਤਰੀ ਸ਼ਿਲਾਲੇਖ ਜਿਹਦੇ ਵਿੱਚ ਹੁਣਾਂ ਦੇ ਨਾਲ ਹੋਏ ਯੁੱਧਾਂ ਦਾ ਵਰਣਨ ਕੀਤਾ ਗਿਆ ਹੈ। ਠੀਕ ਹੈ ਜੀ। ਤੇ ਉਸੇ ਪਿਤਰੀ ਸ਼ਿਲਾਲੇਖ ਦੇ ਵਿੱਚ ਸਕੰਦਗੁਪਤ ਦੇ ਜੀਵਨ ਦਾ ਵਰਣਨ ਮਿਲਦਾ। ਉਸਨੇ ਸ਼ੇਰ ਦੀ ਆਕ੍ਰਿਤੀ ਵਾਲੇ ਜਿਹੜੇ ਸੋਨੇ ਦੇ ਸਿੱਕੇ ਚਲਾਏ, ਜਿਹੜੇ ਕਿ ਵਜਨ ਦੇ ਵਿੱਚ ਸਭ ਤੋਂ ਭਾਰੀ ਸਿੱਕੇ ਸਨ। ਸਵਾਲ ਪੁੱਛਿਆ ਜਾਂਦਾ ਸਭ ਤੋਂ ਭਾਰੀ ਸਿੱਕੇ ਕਿਹਨੇ ਚਲਾਏ, ਤਾਂ ਆਨਸਰ ਆਏਗਾ ਸਕੰਦਗੁਪਤ ਨੇ। ਸਕੰਦਗੁਪਤ ਤੋਂ ਬਾਅਦ ਜਿਹੜਾ ਰਾਜਗੱਦੀ ਤੇ ਬੈਠਾ ਸੀਗਾ ਉਹ ਪੁਰੂਗੁਪਤ ਬੈਠਾ। ਸਕੰਦਗੁਪਤ ਦੇ ਜਿਹੜੇ ਉੱਤਰਾਧਿਕਾਰੀਆਂ ਦੇ ਵਿੱਚੋਂ ਸਭ ਤੋਂ ਜਿਹੜਾ ਸ਼ਕਤੀਸ਼ਾਲੀ ਰਾਜਾ ਉਹ ਬੁੱਧਗੁਪਤ ਸੀ। ਸਕੰਦਗੁਪਤ ਤੋਂ ਬਾਅਦ ਪੁਰੂਗੁਪਤ ਬੈਠਾ, ਪਰ ਜਿੰਨੇ ਵੀ ਬਾਅਦ ਵਿੱਚ ਗੁਪਤ ਜਿਹੜੇ ਰਾਜੇ ਹੋਏ ਆ ਉਹਦੇ ਵਿੱਚ ਬੁੱਧਗੁਪਤ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਸੀ। 510 ਈਸਵੀ ਦੇ ਵਿੱਚ ਜਦੋਂ ਭਾਨੂਗੁਪਤ ਰਾਜਾ ਸੀਗਾ ਗੁਪਤ ਵੰਸ਼ ਦਾ, ਤਾਂ ਉਹਦੇ ਸਮੇਂ ਦੇ ਵਿੱਚ ਇੱਕ ਏਰਨ ਸ਼ਿਲਾਲੇਖ ਲਿਖਿਆ ਗਿਆ ਜਿਹਦੇ ਵਿੱਚ ਸਤੀ ਪ੍ਰਥਾ ਦਾ ਪਹਿਲਾ ਸਬੂਤ ਮਿਲਦਾ ਹੈ। ਧਿਆਨ ਰੱਖਣਾ ਹੈ, ਵੈਰੀ ਇੰਪੋਰਟੈਂਟ ਸਵਾਲ ਹੈ, ਬਹੁਤ ਵਾਰੀ ਐਗਜ਼ਾਮ 'ਚ ਪੁੱਛਿਆ ਗਿਆ ਵੀ ਸਤੀ ਪ੍ਰਥਾ ਦਾ ਪਹਿਲਾ ਸਬੂਤ ਕਿੱਥੇ ਮਿਲਦਾ ਹੈ, ਤਾਂ ਏਰਨ ਸ਼ਿਲਾਲੇਖ ਤੋਂ ਮਿਲਦਾ ਹੈ। ਤੇ ਭਾਨੂਗੁਪਤ ਉਸ ਸਮੇਂ ਦਾ ਗੁਪਤ ਰਾਜਾ ਸੀਗਾ। ਠੀਕ ਹੈ, 510 ਈਸਵੀ ਵੀ ਧਿਆਨ 'ਚ ਰੱਖਣੀ ਹੈ। ਗੁਪਤ ਵੰਸ਼ ਦਾ ਜਿਹੜਾ ਆਖਰੀ ਸ਼ਾਸਕ ਸੀ ਉਹ ਵਿਸ਼ਨੂਗੁਪਤ ਸੀ ਤੇ 550 ਈਸਵੀ ਦੇ ਵਿੱਚ ਗੁਪਤ ਸਾਮਰਾਜ ਦਾ ਜਿਹੜਾ ਉਹ ਪਤਨ ਹੋ ਗਿਆ। ਠੀਕ ਹੈ ਜੀ, ਸਾਰੇ ਦੇ ਸਾਰੇ ਫੈਕਟ ਇੰਪੋਰਟੈਂਟ ਹੈ, ਤੁਸੀਂ ਧਿਆਨ 'ਚ ਰੱਖਣੇ ਹੈ। ਸਤੀ ਪ੍ਰਥਾ ਦਾ ਪਹਿਲਾ ਜਿਹੜਾ ਪ੍ਰਮਾਣ ਹੈ ਉਹ ਕਿੱਥੇ ਪ੍ਰਾਪਤ ਹੁੰਦਾ ਜੀ, ਉਹ ਏਰਨ ਸ਼ਿਲਾਲੇਖ ਤੋਂ ਪ੍ਰਾਪਤ ਹੁੰਦਾ ਜੀ। ਠੀਕ ਹੈ ਜੀ, ਧਿਆਨ 'ਚ ਰੱਖਣਾ। ਜਿਹੜਾ ਜੂਨਾਗੜ੍ਹ ਦਾ ਹੈਗਾ ਇਹਦੇ ਵਿੱਚ ਜਿਹੜਾ ਸਕੰਦਗੁਪਤ ਹੈ ਉਸਨੇ ਮੌਰੀਆ ਦੁਆਰਾ ਬਣਾਈ ਗਈ ਸੁਦਰਸ਼ਨ ਝੀਲ ਹੈ ਉਹਦੀ ਮੁਰੰਮਤ ਕਰਾਈ ਸੀ, ਉਹਦਾ ਜ਼ਿਕਰ ਕੀਤਾ ਗਿਆ ਜੂਨਾਗੜ੍ਹ। ਠੀਕ ਹੈ, ਰੁਦਰਦਾਮਨ ਦੁਆਰਾ ਇਹ ਬਣਾਇਆ ਗਿਆ ਜੂਨਾਗੜ੍ਹ ਦੇ ਵਿੱਚ ਸ਼ਿਲਾਲੇਖ ਹੈ, ਸਤੰਭ ਲੇਖ ਹੈ। ਹਾਂਜੀ, ਸੋਨੇ ਦੇ ਸਿੱਕਿਆਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਵਜਨ ਵਾਲੇ ਭਾਰੀ ਸਿੱਕਾ ਹੈ ਉਹ ਕਿਹਨੇ ਜਾਰੀ ਕੀਤਾ ਸੀਗਾ, ਉਹ ਸਕੰਦਗੁਪਤ ਨੇ ਜਾਰੀ ਕੀਤਾ ਸੀ ਤੇ ਇਹਦਾ ਜਿਹੜਾ ਸਿੱਕਾ ਹੈ ਉਹ ਸ਼ੇਰ ਦੀ ਆਕ੍ਰਿਤੀ ਦਾ ਸੀਗਾ। ਠੀਕ ਹੈ ਜੀ, ਧਿਆਨ 'ਚ ਰੱਖਣਾ। ਅਰੇਂਜ ਦੀ ਫੋਲੋਇੰਗ ਗੁਪਤ ਅੰਪਾਇਰ ਇਨ ਦੀ ਕ੍ਰੋਨੋਲੋਜੀਕਲ ਆਰਡਰ। ਠੀਕ ਹੈ ਜੀ, ਕ੍ਰੋਨੋਲੋਜੀਕਲ ਆਰਡਰ ਦੇ ਵਿੱਚ ਆਪਾਂ ਗੁਪਤ ਰਾਜਿਆਂ ਨੂੰ ਲਗਾਉਣਾ। ਸਭ ਤੋਂ ਪਹਿਲਾਂ ਤਾਂ ਇਹਨਾਂ ਵਿੱਚੋਂ ਆਏਗਾ ਜੀ ਪਹਿਲੇ ਨੰਬਰ ਤੇ ਚੰਦਰਗੁਪਤ ਪਹਿਲਾ ਆਏਗਾ। ਚੰਦਰਗੁਪਤ ਪਹਿਲੇ ਦਾ ਮੁੰਡਾ ਸੀਗਾ ਜੀ ਸਮੁੰਦਰਗੁਪਤ, 2 ਨੰਬਰ ਤੇ ਇਹ ਆਏਗਾ। ਉਸ ਤੋਂ ਬਾਅਦ ਆਏਗਾ ਇਹਦਾ ਮੁੰਡਾ ਸੀਗਾ ਚੰਦਰਗੁਪਤ ਦੂਸਰਾ, 3 ਤੇ ਆਏਗਾ। ਚੰਦਰਗੁਪਤ ਦੂਜੇ ਦਾ ਮੁੰਡਾ ਸੀਗਾ ਕੁਮਾਰਗੁਪਤ ਹੈ ਨਹੀਂ, ਕੁਮਾਰਗੁਪਤ ਦਾ ਮੁੰਡਾ ਸੀ ਸਕੰਦਗੁਪਤ, ਇਹ ਆਏਗਾ 4 ਨੰਬਰ ਤੇ। ਠੀਕ ਹੈ ਜੀ, ਇਸ ਤਰ੍ਹਾਂ ਇਹ ਸੀਰੀਅਲ ਦੇ ਵਿੱਚ ਲੱਗ ਜਾਣਾ। ਕਿਸ ਸਮੇਂ ਦੌਰਾਨ ਹੁਣਾਂ ਨੇ ਭਾਰਤ ਤੇ ਹਮਲਾ ਕੀਤਾ। ਠੀਕ ਹੈ ਜੀ, ਹੁਣਾਂ ਨੇ ਜਿਹੜਾ ਭਾਰਤ ਦਾ ਹਮਲਾ ਕੀਤਾ ਸੀ ਗੁਪਤ
ਕਾਲ ਦੇ ਵਿੱਚ ਕੀਤਾ ਸੀ। ਸਭ ਤੋਂ ਪਹਿਲਾਂ ਕੁਮਾਰ ਗੁਪਤ ਦੇ ਸਮੇਂ ਦੇ ਵਿੱਚ ਕੀਤਾ ਸੀ, ਪਰ ਹੁਣਾਂ ਦੇ ਹਮਲੇ ਨੂੰ ਸ਼ਕਤੀਸ਼ਾਲੀ ਤਰੀਕੇ ਦੇ ਨਾਲ ਇਹਨਾਂ ਹੁਣਾਂ ਦਾ ਖਾਤਮਾ ਕਰ ਦਿੱਤਾ ਸੀ। ਉਹ ਸਕੰਦ ਗੁਪਤ ਸੀਗਾ, ਤੇ ਸਕੰਦ ਗੁਪਤ ਦੇ ਹੁਣਾਂ ਦੇ ਨਾਲ ਜਿਹੜੇ ਹੋਏ ਯੁੱਧ ਦਾ ਵਰਣਨ ਹੈ ਉਹ ਭੀਤਰੀ ਸ਼ਿਲਾਲੇਖ ਯੂਪੀ ਗਾਜ਼ੀਆਬਾਦ ਦੇ ਵਿੱਚ ਉੱਥੇ ਇਹ ਮਿਲਦਾ ਜੀ। ਠੀਕ ਹੈ ਜੀ, ਧਿਆਨ 'ਚ ਰੱਖਣੇ ਸਾਰੇ ਫੈਕਟਰ। ਹੇਠਾਂ ਦਿੱਤੇ ਸ਼ਿਲਾਲੇਖ ਵਿੱਚੋਂ ਕਿਸ ਵਿੱਚ ਸਕੰਦ ਗੁਪਤ ਦੇ ਰਾਜ ਦੌਰਾਨ ਹੁਣਾਂ ਨੇ ਹਮਲੇ ਕੀਤੇ, ਇਹਦਾ ਜ਼ਿਕਰ ਕੀਤਾ ਗਿਆ ਇਹ ਭੀਤਰੀ ਸ਼ਿਲਾਲੇਖ ਦੇ ਵਿੱਚ ਇਹਦਾ ਜ਼ਿਕਰ ਕੀਤਾ ਗਿਆ। ਹਾਂਜੀ, ਅਗਲਾ ਹੈ ਜੀ ਗੁਪਤ ਪ੍ਰਸ਼ਾਸਨ। ਠੀਕ ਹੈ ਜੀ, ਹਾਂਜੀ, ਗੁਪਤ ਪ੍ਰਸ਼ਾਸਨ ਦੇ ਵਿੱਚ ਗੁਪਤ ਸ਼ਾਸਕ ਨਾ ਕੇਵਲ ਉਹਨਾਂ ਦਾ ਸਾਮਰਾਜ ਵਿਸ਼ਾਲ ਸੀ, ਬਲਕਿ ਇਹ ਜਿਹੜੇ ਗੁਪਤ ਰਾਜੇ ਸੀਗੇ ਉੱਚ ਕੋਟੀ ਦੇ ਵਧੀਆ ਪ੍ਰਸ਼ਾਸਕ ਵੀ ਸਨ। ਠੀਕ ਹੈ ਜੀ, ਉਹਨਾਂ ਦੀਆਂ ਪ੍ਰਸ਼ਾਸਨ ਦੀਆਂ ਵਿਸ਼ੇਸ਼ਤਾਵਾਂ, ਸਭ ਤੋਂ ਪਹਿਲਾਂ ਰਾਜੇ ਦੀ ਗੱਲ ਕਰਦੇ ਹਾਂ। ਇਹ ਰਾਜਾ ਜਿਹੜਾ ਕੇਂਦਰੀ ਸ਼ਾਸਨ ਦਾ ਮੁੱਖ ਧੁਰਾ ਸੀ, ਅਸੀਮ ਇਹਦੇ ਕੋਲ ਸ਼ਕਤੀਆਂ ਸਨ, ਪਰ ਇਹ ਆਪਣੀਆਂ ਅਸੀਮ ਸ਼ਕਤੀਆਂ ਦੀ ਦੁਰਵਰਤੋਂ ਨਹੀਂ ਕਰਦੇ ਸਨ। ਜਿੰਨੇ ਵੀ ਮਹੱਤਵਪੂਰਨ ਅਹੁਦਿਆਂ ਦੀ ਨਿਯੁਕਤੀ ਰਾਜ ਦੁਆਰਾ ਕੀਤੀ ਜਾਂਦੀ ਸੀ। ਸਾਰੀਆਂ ਸੈਨਾਵਾਂ ਦਾ ਮੁਖੀ ਹੁੰਦਾ ਸੀ। ਠੀਕ ਹੈ ਜੀ, ਮੁੱਖ ਨਿਆਂ ਅਧਿਕਾਰੀ ਵੀ ਇਹੀ ਹੁੰਦਾ ਸੀ, ਤੇ ਜਿਹੜਾ ਸ਼ਾਸਨ ਚਲਾਇਆ ਜਾਂਦਾ ਸੀ ਉਹ ਧਰਮ ਦੇ ਸਿਧਾਂਤਾਂ ਦੇ ਅਨੁਸਾਰ ਚਲਾਇਆ ਜਾਂਦਾ ਸੀ। ਪਰਮ ਰਾਜਾ ਧਰਾਜ, ਪਰਮ ਦੇਵਤਾ, ਪਰਮ ਭਗਵਤ ਆਦਿ ਉਪਾਧੀਆਂ ਧਾਰਨ ਕਰਦੇ ਸੀ। ਮਹਾਰਾਜਾ ਧਰਾਜ ਦੀ ਉਪਾਧੀ ਹੋ ਗਈ ਪਰਮ ਦੇਵਤਾ, ਪਰਮ ਭਗਵਤ। ਠੀਕ ਹੈ ਜੀ, ਤੇ ਆਪਣੇ ਨਾਂ ਤੇ ਸਿੱਕੇ ਵੀ ਜਾਰੀ ਕਰਦੇ ਸੀ। ਪ੍ਰਜਾ ਦੀ ਭਲਾਈ ਕਰਨਾ ਇਹਨਾਂ ਦਾ ਮੁੱਖ ਕਰਤੱਵ ਹੁੰਦਾ ਸੀ ਰਾਜੇ ਦਾ, ਤੇ ਪ੍ਰਜਾ ਵੀ ਇਹਨਾਂ ਰਾਜਿਆਂ ਨੂੰ ਦੇਵਤਿਆਂ ਵਾਂਗ ਪੂਜਾ ਕਰਦੀ ਸੀ। ਠੀਕ ਹੈ ਜੀ, ਇਹ ਹੋ ਗਿਆ ਜੀ ਰਾਜੇ ਨਾਲ ਸੰਬੰਧਿਤ ਸਾਰੇ ਇੰਪੋਰਟੈਂਟ ਫੈਕਟ। ਹੁਣ ਚੱਲਦੇ ਹਾਂ ਜੀ ਕੇਂਦਰੀ ਸ਼ਾਸਨ ਪ੍ਰਬੰਧ ਦੇ ਵਿੱਚ ਦੂਜਾ ਪਾਰਟ ਹੈ ਮੰਤਰੀ। ਠੀਕ ਹੈ, ਪ੍ਰਸ਼ਾਸਨ ਨੂੰ ਚੰਗੇ ਤਰੀਕੇ ਦੇ ਨਾਲ ਚਲਾਉਣ ਦੇ ਉਦੇਸ਼ ਦੇ ਨਾਲ ਬਹੁਤ ਸਾਰੇ ਮੰਤਰੀ ਨਿਯੁਕਤ ਕੀਤੇ ਗਏ ਸੀਗੇ, ਤੇ ਇਹਨਾਂ ਮੰਤਰੀਆਂ ਦੀ ਸਭਾ ਨੂੰ ਮੰਤਰੀ ਪ੍ਰੀਸ਼ਦ ਕਿਹਾ ਜਾਂਦਾ ਸੀ। ਜੋ ਸੰਧੀ ਵਿਗ੍ਰਹਿਕ, ਸੰਧੀ ਵਿਗ੍ਰਹਿਕ ਹੈ ਜਿਹੜਾ, ਉਹਨੂੰ ਆਪਾਂ ਸੰਧੀ ਦਾ ਮਤਲਬ ਹੁੰਦਾ ਹੈ ਸਮਝੌਤਾ ਜਾਂ ਸ਼ਾਂਤੀ। ਠੀਕ ਹੈ, ਉਹ ਯੁੱਧ ਜਾਂ ਸ਼ਾਂਤੀ ਮੰਤਰੀ ਨੂੰ ਕਿਹਾ ਜਾਂਦਾ ਹੈ। ਮਹਾਦੰਡ ਨਾਇਕ, ਠੀਕ ਹੈ, ਇਹ ਮੁੱਖ ਨਿਆਂ ਮੰਤਰੀ ਹੁੰਦਾ ਹੈ। ਮਹਾਪ੍ਰਤੀਹਾਰ, ਇਹ ਰਾਜ ਮਹਿਲ ਮੰਤਰੀ ਹੁੰਦਾ ਹੈ। ਦੰਡ ਪਾਸ਼ਿਕ, ਇਹ ਪੁਲਿਸ ਵਿਭਾਗ ਦਾ ਉੱਚ ਅਧਿਕਾਰੀ ਹੁੰਦਾ ਹੈ। ਮਹਾਬਾਲ ਅਧਿਕਾਰਤਾ, ਇਹ ਪੈਦਲ ਫੌਜ ਦਾ ਜਾਂ ਸੈਨਾ ਦਾ ਮੁਖੀ ਹੁੰਦਾ ਹੈ। ਮਹਾਪੀਲੂਪਤੀ, ਇਹ ਹਾਥੀ ਸੈਨਾ ਦਾ ਮੁਖੀ ਹੁੰਦਾ ਹੈ। ਮਹਾ ਅਸ਼ਵਪਤੀ, ਇਹ ਘੋੜਸਵਾਰ ਸੈਨਾ ਦਾ ਪ੍ਰਧਾਨ ਹੁੰਦਾ ਹੈ। ਠੀਕ ਹੈ ਜੀ, ਇਹਦੇ ਵਿੱਚ ਅਸ਼ਵ ਫੜ ਲਓ, ਅਸ਼ਵ ਦਾ ਮਤਲਬ ਘੋੜਾ ਹੁੰਦਾ ਹੈ, ਪੀਲੂ ਹਾਥੀ ਲਈ ਵਰਤਿਆ ਗਿਆ। ਮਹਾਬਾਲ ਅਧਿਕਾਰਤਾ, ਠੀਕ ਹੈ ਜੀ, ਬਾਲ ਅਧਿਕਾਰ, ਇਹ ਬਾਲ ਪੈਦਲ ਫੌਜ ਦੇ ਲਈ ਵਰਤਿਆ ਗਿਆ। ਦੰਡ ਪਾਸ਼ਿਕਾ, ਇਹ ਪੁਲਿਸ ਵਿਭਾਗ ਦਾ ਉੱਚ ਅਧਿਕਾਰੀ ਹੋ ਗਿਆ। ਮਹਾਪ੍ਰਤੀਹਾਰ, ਇਹ ਰਾਜ ਮਹਿਲ ਮੰਤਰੀ ਹੋ ਗਿਆ। ਮਹਾਦੰਡ ਨਾਇਕ, ਮੁੱਖ ਨਿਆਂ ਮੰਤਰੀ ਹੋ ਗਿਆ। ਤੇ ਸੰਧੀ ਵਿਗ੍ਰਹਿਕ, ਇਹ ਜਿਹੜਾ ਹੈ ਸ਼ਾਂਤੀ ਤੇ ਯੁੱਧ ਮੰਤਰੀ ਹੁੰਦਾ। ਠੀਕ ਹੈ ਜੀ, ਇਹ ਸਾਰੇ ਧਿਆਨ 'ਚ ਰੱਖਣੇ ਜੀ ਤੁਸੀਂ। ਅੱਗੇ ਹੈ ਜੀ ਪ੍ਰਾਂਤਿਕ ਪ੍ਰਬੰਧ। ਗੁਪਤ ਸਾਮਰਾਜ ਕਾਫੀ ਵਿਸ਼ਾਲ ਸੀ, ਤੇ ਪ੍ਰਸ਼ਾਸਨ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਗੁਪਤ ਰਾਜਿਆਂ ਨੇ ਪ੍ਰਾਂਤਾਂ ਨੂੰ, ਠੀਕ ਹੈ, ਜਿਨ੍ਹਾਂ ਨੂੰ ਪ੍ਰਦੇਸ਼ ਜਾਂ ਭੁਗਤੀ ਵੀ ਕਿਹਾ ਜਾਂਦਾ ਸੀ, ਸਾਮਰਾਜ ਨੂੰ ਗਾਂਹ ਵੰਡ ਦਿੱਤਾ ਪ੍ਰਾਂਤਾਂ ਦੇ ਵਿੱਚ। ਠੀਕ ਹੈ, ਪ੍ਰਾਂਤਾਂ ਨੂੰ ਕੀ ਕਹਿੰਦੇ ਭੁਗਤੀ, ਇਹ ਧਿਆਨ 'ਚ ਰੱਖਣਾ। ਠੀਕ ਹੈ, ਇਹ ਕੁਐਸਚਨ ਬਹੁਤ ਆਉਂਦਾ ਇਹਦੇ ਵਿੱਚੋਂ ਬਣ ਕੇ, ਉਹ ਹੁੰਦਾ ਸੀਰੀਅਲ ਕ੍ਰਮ ਦੇ ਵਿੱਚ ਆਪਾਂ ਲਗਾਉਣਾ ਹੁੰਦਾ ਹੈ। ਠੀਕ ਹੈ ਜੀ, ਹਰ ਪ੍ਰਾਂਤ, ਪ੍ਰਦੇਸ਼, ਭੁਗਤੀ। ਠੀਕ ਹੈ, ਇਹਦਾ ਤਿੰਨਾਂ ਦਾ ਮਤਲਬ ਸੇਮ ਹੈ, ਪ੍ਰਾਂਤ, ਪ੍ਰਦੇਸ਼, ਭੁਗਤੀ। ਉਹਦਾ ਇੱਕ ਗਵਰਨਰ ਹੁੰਦਾ ਸੀ, ਗਵਰਨਰ ਨੂੰ ਆਪਾਂ ਕਹਿੰਦੇ ਸੀ ਉਪਾਰਿਕ ਜਾਂ ਕੁਮਾਰਾਤਮਿਆ। ਠੀਕ ਹੈ, ਕੁਮਾਰ ਅਮਾਤਿਆ, ਅਮਾਤਿਆ ਜਾਂ ਉਪਾਰਿਕ, ਇਹ ਧਿਆਨ 'ਚ ਰੱਖਣਾ। ਉਪਾਰਿਕ ਵੀ ਕਿਹਾ ਜਾਂਦਾ ਸੀ ਜਾਂ ਕੁਮਾਰ ਅਮਾਤਿਆ ਕਿਹਾ ਜਾਂਦਾ ਸੀ। ਸਥਾਨਿਕ ਪ੍ਰਬੰਧ, ਜਿਹੜਾ ਪ੍ਰਾਂਤ ਸੀ ਉਸ ਨੂੰ ਜ਼ਿਲ੍ਹਿਆਂ ਦੇ ਵਿੱਚ ਵੰਡ ਦਿੱਤਾ ਗਿਆ ਸੀ, ਤੇ ਜ਼ਿਲ੍ਹੇ ਨੂੰ ਵਿਸ਼ੇ ਕਿਹਾ ਜਾਂਦਾ ਸੀਗਾ, ਤੇ ਵਿਸ਼ੇ ਦੇ ਪ੍ਰਧਾਨ ਨੂੰ ਵਿਸ਼ੇਪਤੀ ਕਿਹਾ ਜਾਂਦਾ ਸੀ, ਤੇ ਵਿਸ਼ੇਪਤੀ ਦੀ ਨਿਯੁਕਤੀ ਹੈ ਜਿਹੜੀ ਉਪਾਰਿਕ, ਠੀਕ ਹੈ, ਉਪਾਰਿਕ ਦੇ ਦੁਆਰਾ ਕੀਤੀ ਜਾਂਦੀ ਸੀ ਜਾਂ ਕੁਮਾਰ ਅਮਾਤਿਆ ਦੁਆਰਾ ਕੀਤੀ ਜਾਂਦੀ ਸੀ। ਠੀਕ ਹੈ, ਇਹ ਧਿਆਨ 'ਚ ਰੱਖਣੇ ਸਾਰੇ ਫੈਕਟ ਇੰਪੋਰਟੈਂਟ ਹੈ ਜੀ। ਹਾਂਜੀ, ਜਿਹੜਾ ਜ਼ਿਲ੍ਹਾ ਸੀਗਾ ਜਿਹਨੂੰ ਆਪਾਂ ਵਿਸ਼ੇ ਕਹਿ ਦਿੰਦੇ ਆ, ਉਹਨੂੰ ਅੱਗੇ ਤਹਿਸੀਲ, ਜਿਹਨੂੰ ਵਿਥੀ ਕਿਹਾ ਜਾਂਦਾ ਸੀ, ਵਿਥੀ ਦੇ ਵਿੱਚ ਵੰਡੇ ਹੁੰਦੇ ਸੀ। ਜਿਹੜਾ ਸ਼ਹਿਰ ਹੈ ਉਹਦਾ ਅਧਿਕਾਰੀ ਹੈ ਉਹਨੂੰ ਪੁਰਪਾਲ ਕਿਹਾ ਜਾਂਦਾ ਸੀ, ਤੇ ਕੁਝ ਪਿੰਡ ਮਿਲਾ ਕੇ ਉਹਨੂੰ ਪੇਟ ਕਿਹਾ ਜਾਂਦਾ ਸੀ, ਤੇ ਸਭ ਤੋਂ ਜਿਹੜੀ ਛੋਟੀ ਇਕਾਈ ਹੈ ਉਹਨੂੰ ਪਿੰਡ ਕਿਹਾ ਜਾਂਦਾ ਸੀ, ਤੇ ਪਿੰਡ ਦੇ ਮੁਖੀ ਨੂੰ ਗ੍ਰਾਮੀ ਕਿਹਾ ਜਾਂਦਾ ਸੀ। ਠੀਕ ਹੈ ਜੀ, ਜਿਹੜਾ ਗੁਪਤ ਸਾਮਰਾਜ ਦੀ ਸਭ ਤੋਂ ਛੋਟੀ ਜਿਹੜੀ ਇਕਾਈ ਹੈ ਉਹਨੂੰ ਗ੍ਰਾਮ ਜਾਂ ਪਿੰਡ ਕਿਹਾ ਜਾਂਦਾ ਸੀ, ਉਹਦੇ ਮੁਖੀ ਨੂੰ ਗ੍ਰਾਮੀ ਕਿਹਾ ਜਾਂਦਾ ਸੀ। ਕੁਝ ਪਿੰਡ ਮਿਲਾ ਕੇ ਉਹ ਪੇਟ ਬਣ ਜਾਂਦਾ ਸੀ। ਤੇ ਜਿਹੜੇ ਸਵਾਲ ਪੁੱਛੇ ਜਾਂਦੇ ਉਹ ਇਹ ਹੈ, ਸਹੀ ਕ੍ਰਮ 'ਚ ਲਗਾਉਣੇ ਹੁੰਦੇ ਆਪਾਂ। ਸਾਮਰਾਜ ਹੈ ਜਿਹੜਾ, ਠੀਕ ਹੈ ਜੀ, ਉਹਨੂੰ ਵੰਡਤਾ ਸੀ ਪ੍ਰਾਂਤਾਂ ਦੇ ਵਿੱਚ, ਜਾਣੀ ਕਿ ਭੁਗਤੀ ਵਿੱਚ। ਪ੍ਰਾਂਤ ਨਹੀਂ ਲਿਖਿਆ ਹੋਏਗਾ, ਭੁਗਤੀ ਆਏਗਾ ਤੁਹਾਨੂੰ। ਭੁਗਤੀ ਨੂੰ ਗਾਂਹ ਵੰਡਿਆ ਜਾਂਦਾ ਜ਼ਿਲ੍ਹਿਆਂ, ਜ਼ਿਲ੍ਹਿਆਂ ਦਾ ਮਤਲਬ ਵਿਸ਼ੇ ਦੇ ਵਿੱਚ। ਵਿਸ਼ੇ ਨੂੰ ਗਾਂਹ ਵੰਡਿਆ ਜਾਂਦਾ ਸੀ ਵਿਥੀ ਦੇ ਵਿੱਚ। ਵਿਥੀ ਨੂੰ ਗਾਂਹ ਪੇਟ ਵਿੱਚ, ਪੇਟ ਨੂੰ ਗਾਂਹ ਗ੍ਰਾਮ ਦੇ ਵਿੱਚ। ਠੀਕ ਹੈ ਜੀ, ਇਹ ਸਹੀ ਸੀਕੁਐਂਸ ਹੈ, ਧਿਆਨ 'ਚ ਰੱਖਣੀ ਤੁਸੀਂ। ਸਭ ਤੋਂ ਛੋਟੀ ਇਕਾਈ ਗ੍ਰਾਮ ਸੀਗੀ। ਇਸੇ ਤਰ੍ਹਾਂ ਅਧਿਕਾਰੀ ਹੈ, ਜਿਹੜਾ ਸਾਮਰਾਜ ਹੈ ਉਹਦਾ ਅਧਿਕਾਰੀ ਰਾਜਾ ਹੁੰਦਾ ਸੀ। ਭੁਗਤੀ ਦਾ ਉਪਰਕ ਜਾਂ ਕੁਮਾਰ ਅਮਾਤਿਆ ਹੁੰਦਾ ਸੀ, ਤੇ ਵਿਸ਼ੇ ਦਾ ਵਿਸ਼ੇਪਤੀ ਹੁੰਦਾ ਸੀ, ਤੇ ਸਭ ਤੋਂ ਛੋਟੀ ਇਕਾਈ ਗ੍ਰਾਮ ਦਾ ਗ੍ਰਾਮਿਕ ਹੁੰਦਾ ਸੀ। ਇਹ ਧਿਆਨ 'ਚ ਰੱਖਣੇ ਆ ਸਾਰੇ। ਠੀਕ ਹੈ ਜੀ, ਇਹ ਦੋਨੋਂ ਸਵਾਲ ਐਗਜ਼ਾਮ ਦੇ ਵਿੱਚ ਬਹੁਤ ਵਾਰ ਪੁੱਛੇ ਗਏ ਆ, ਇਹ ਦੋਨੋਂ ਤੁਸੀਂ ਧਿਆਨ 'ਚ ਰੱਖਣੇ ਜੀ। ਗੁਪਤ ਕਾਲ ਦੇ ਵਿੱਚ ਭੁਗਤੀ ਕਿਹਨੂੰ ਕਿਹਾ ਜਾਂਦਾ ਸੀ? ਭੁਗਤੀ ਪ੍ਰਾਂਤ ਜਾਂ ਪ੍ਰਾਂਤ ਨੂੰ ਕਿਹਾ ਜਾਂਦਾ ਸੀਗਾ। ਠੀਕ ਹੈ ਜੀ, ਰਾਜ ਨੂੰ ਕਿਹਾ ਜਾਂਦਾ ਸੀ, ਸੂਬੇ ਨੂੰ ਕਿਹਾ ਜਾਂਦਾ ਸੀਗਾ, ਇਹ ਧਿਆਨ 'ਚ ਰੱਖਣਾ, ਜਾਂ ਪ੍ਰਦੇਸ਼ ਨੂੰ ਕਿਹਾ ਜਾਂਦਾ ਸੀ। ਹਾਂਜੀ, ਗ੍ਰਾਮ, ਸਮਰਾਜ, ਭੁਗਤੀ, ਵਿਸ਼ੇ ਨੂੰ ਸਹੀ ਕ੍ਰਮ ਦੇ ਵਿੱਚ ਲਗਾਉਣਾ ਹੈ। ਸਭ ਤੋਂ ਪਹਿਲਾਂ ਆਏਗਾ ਜੀ ਸਾਮਰਾਜ। ਠੀਕ ਹੈ ਜੀ, ਸਭ ਤੋਂ ਪਹਿਲਾਂ ਸਾਮਰਾਜ ਸਭ ਤੋਂ ਵੱਡਾ ਸੀ। ਸਾਮਰਾਜ ਨੂੰ ਗਾਂਹ ਵੰਡ ਦਿੱਤਾ ਜਾਂਦਾ ਸੀਗਾ ਪ੍ਰਾਂਤਾਂ ਵਿੱਚ, ਜਿਹਨੂੰ ਭੁਗਤੀ ਕਿਹਾ ਜਾਂਦਾ ਸੀ। ਭੁਗਤੀ ਨੂੰ ਗਾਂਹ ਜ਼ਿਲ੍ਹਿਆਂ ਵਿੱਚ ਵੰਡ ਦਿੱਤਾ ਜਾਂਦਾ ਸੀ, ਜਿਸ ਨੂੰ ਵਿਸ਼ੇ ਕਿਹਾ ਜਾਂਦਾ ਸੀ, ਤੇ ਵਿਸ਼ਿਆਂ ਨੂੰ ਗਾਂਹ ਵੰਡਿਆ ਜਾਂਦਾ ਸੀ ਗ੍ਰਾਮ ਦੇ ਵਿੱਚ। ਠੀਕ ਹੈ ਜੀ, ਇਹ ਧਿਆਨ 'ਚ ਰੱਖ ਲੈਣਾ, ਵੈਰੀ ਵੈਰੀ ਇੰਪੋਰਟੈਂਟ ਹੈ। ਹਾਂਜੀ, ਰਾਜ ਦੀ ਆਮਦਨ ਦੇ ਮੁੱਖ ਸਾਧਨ। ਗੁਪਤ ਕਾਲ ਦੀ ਆਮਦਨ ਦਾ ਮੁੱਖ ਸਾਧਨ ਸੀ ਭੂਮੀ ਲਗਾਨ, ਤੇ ਧਿਆਨ 'ਚ ਰੱਖਣਾ ਹੈ ਜਿਹੜਾ ਜ਼ਮੀਨੀ ਰਿਕਾਰਡ ਨੂੰ ਰੱਖਣ ਵਾਲੇ ਅਧਿਕਾਰੀ ਨੂੰ ਕਰਨਿਕ ਕਿਹਾ ਜਾਂਦਾ ਸੀ। ਵੈਰੀ ਵੈਰੀ ਇੰਪੋਰਟੈਂਟ। ਠੀਕ ਹੈ ਜੀ, ਇਹ ਧਿਆਨ 'ਚ ਰੱਖਣਾ ਹੈ। ਗੁਪਤ ਕਾਲ ਦੀ ਆਮਦਨ ਦਾ ਮੁੱਖ ਸਰੋਤ ਸੀ ਲਗਾਨ, ਤੇ ਜ਼ਮੀਨੀ ਰਿਕਾਰਡ ਨੂੰ ਸੁਰੱਖਿਅਤ ਰੱਖਣ ਵਾਲੇ ਅਧਿਕਾਰੀ ਨੂੰ ਕਰਨਿਕ ਕਿਹਾ ਜਾਂਦਾ ਸੀ। ਤੇ ਲਗਾਨ ਹੈ ਜਿਹੜਾ ਤੈਅ ਕੀਤਾ ਜਾਂਦਾ ਸੀ ਉਪਜਾਊ ਸ਼ਕਤੀ ਦੇ ਆਧਾਰ ਤੇ। ਸਭ ਤੋਂ ਵਧੇਰੇ ਉਪਜਾਊ ਜਿਹੜੀ ਜ਼ਮੀਨ ਸੀ ਉਹਦਾ 1/6 ਹਿੱਸਾ ਲਗਾਨ ਲਿਆ ਜਾਂਦਾ ਸੀ। ਲਗਾਨ ਦੀ ਇਹੀ ਦਰ ਪ੍ਰਚਲਿਤ ਸੀ, 1/6।
ਤੇ ਵੈਸ਼ਯ ਸਮਾਜ, ਠੀਕ ਹੈ ਜੀ, ਜਿਹੜੇ ਵਪਾਰੀ ਲੋਕ ਸੀਗੇ ਉਹਨਾਂ ਨੂੰ ਲਾਭ ਸਭ ਤੋਂ ਜ਼ਿਆਦਾ ਹੁੰਦਾ ਸੀ ਤੇ ਉਹ ਸਭ ਤੋਂ ਜ਼ਿਆਦਾ ਟੈਕਸ ਇਹੀ ਵਪਾਰੀ ਲੋਕ ਅਦਾ ਕਰਦੇ ਸੀ। ਜਿਹੜੀ ਘੱਟ ਉਪਜਾਊ ਭੂਮੀ ਹੁੰਦੀ ਸੀਗੀ ਉਹਦਾ ਜਿਹੜਾ ਲਗਾਨ ਹੈ 1/8 ਤੋਂ ਲੈ ਕੇ 1/12 ਹਿੱਸਾ ਤੈਅ ਕੀਤਾ ਜਾਂਦਾ ਸੀ। ਠੀਕ ਹੈ ਜੀ, ਧਿਆਨ 'ਚ ਰੱਖ ਲੈਣਾ 1/8 ਤੋਂ ਲੈ ਕੇ 1/12 ਹਿੱਸਾ ਜਿਹੜੀ ਘੱਟ ਉਪਜਾਊ ਭੂਮੀ ਆ ਉਹਦਾ ਲਗਾਨ ਤੈਅ ਕੀਤਾ ਜਾਂਦਾ ਸੀ। ਪਰ ਲਗਾਨ ਦੀ ਜਿਹੜੀ ਆਮ ਨੋਰਮਲ ਦਰ ਸੀ 1/6 ਸੀ। ਧਿਆਨ 'ਚ ਰੱਖਣਾ, ਸਾਰੇ ਫੈਕਟ ਇੰਪੋਰਟੈਂਟ ਹੈ ਜੀ। ਰਾਜ ਦੀ ਆਮਦਨ ਦੇ ਹੋਰ ਮੁੱਖ ਸਰੋਤ ਕਿਹੜੇ ਹੈ? ਹਾਂਜੀ, ਵਪਾਰਕ ਚੀਜ਼ਾਂ ਤੇ ਚੁੰਗੀ ਕਰ ਲਗਾਇਆ ਜਾਂਦਾ ਸੀ ਤੇ ਇਹ ਸਭ ਤੋਂ ਜ਼ਿਆਦਾ ਜਿਹੜਾ ਟੈਕਸ ਹੈ ਉਹ ਵੈਸ਼ਯ ਪ੍ਰਜਾਤੀ ਦੇ ਲੋਕ ਭਰਦੇ ਸੀਗੇ। ਠੀਕ ਹੈ, ਅਪਰਾਧੀਆਂ ਤੇ ਵੀ ਜੁਰਮਾਨੇ ਲਗਾਏ ਜਾਂਦੇ ਸੀ, ਉੱਥੋਂ ਵੀ ਇਨਕਮ ਹੋ ਜਾਂਦੀ ਸੀ। ਹਾਰੇ ਹੋਏ ਰਾਜਿਆਂ ਤੋਂ ਵੀ ਬਹੁਤ ਸਾਰੀ ਰਕਮ ਪ੍ਰਾਪਤ ਹੋ ਜਾਂਦੀ ਸੀਗੀ। ਵਿਦੇਸ਼ਾਂ ਤੋਂ ਆਉਣ ਵਾਲੇ ਰਾਜਦੂਤਾਂ ਤੋਂ ਤੋਹਫੇ ਪ੍ਰਾਪਤ ਹੋ ਜਾਂਦੇ ਸੀ। ਜੰਗਲਾਂ, ਚਰਾਦਾਂ, ਨਮਕ ਦੀਆਂ ਖਾਣਾਂ ਤੋਂ ਵੀ ਆਮਦਨ ਪ੍ਰਾਪਤ ਹੁੰਦੀ ਸੀ। ਠੀਕ ਹੈ, ਇਹ ਗੁਪਤ ਰਾਜ ਦੀ ਆਮਦਨ ਦੇ ਹੋਰ ਜਿਹੜੇ ਸਰੋਤ ਹੈ ਜੀ। ਹਾਂਜੀ, ਗੁਪਤ ਰਾਜ ਦੇ ਸਮੇਂ ਦੌਰਾਨ ਜ਼ਮੀਨੀ ਰਿਕਾਰਡ ਸੁਰੱਖਿਅਤ ਰੱਖਣ ਲਈ ਨਿਯੁਕਤ ਕੀਤੇ ਗਏ ਅਧਿਕਾਰੀ ਨੂੰ ਬੁਲਾਇਆ ਜਾਂਦਾ ਸੀ? ਉਹਨੂੰ ਕਰਨਿਕ ਕਿਹਾ ਜਾਂਦਾ ਸੀਗਾ। ਇਹ ਵੈਰੀ ਇੰਪੋਰਟੈਂਟ ਕੁਐਸਚਨ ਹੈ, ਧਿਆਨ 'ਚ ਰੱਖਣਾ ਜੀ। ਗੁਪਤ ਕਾਲ ਦੇ ਵਿੱਚ ਲਗਾਨ ਦੀ ਦਰ ਕੀ ਸੀ? 1/6 ਉਪਜਾਊ ਭੂਮੀ ਦੇ ਲਈ ਸੀ ਜਾਂ ਨੋਰਮਲ ਦਰ 1/6 ਸੀ। ਹਾਂਜੀ, ਸੈਨਿਕ ਪ੍ਰਬੰਧ। ਗੁਪਤ ਸ਼ਾਸਕਾਂ ਨੇ ਆਪਣੇ ਸਾਮਰਾਜ ਦਾ ਵਿਸਥਾਰ ਕਰਨ ਅਤੇ ਉਸ ਦੀ ਸੁਰੱਖਿਆ ਦੇ ਲਈ ਜਿਹੜੀ ਹੈ ਸੈਨਿਕ ਪ੍ਰਬੰਧ ਵੱਲ ਵੀ ਬਹੁਤ ਵਿਸ਼ੇਸ਼ ਧਿਆਨ ਦਿੱਤਾ। ਉਹਨਾਂ ਨੇ ਇੱਕ ਵਿਸ਼ਾਲ ਸ਼ਕਤੀਸ਼ਾਲੀ ਸੈਨਾ ਜਿਹੜੀ ਉਹ ਸਥਾਪਿਤ ਕੀਤੀ ਸੀ। ਬਾਲ ਅਧਿਕਰਤਾ ਗੁਪਤ ਸੈਨਾ ਦਾ ਮੁਖੀ ਹੁੰਦਾ ਸੀ। ਇਹ ਵੈਰੀ ਇੰਪੋਰਟੈਂਟ ਹੈ, ਧਿਆਨ 'ਚ ਰੱਖਣਾ ਹੈ। ਬਾਲ ਅਧਿਕਰਤਾ ਜਾਂ ਮਹਾਬਾਲ ਅਧਿਕਰਤਾ ਵੀ ਕਹਿ ਸਕਦੇ ਹਾਂ ਇਹਨੂੰ। ਠੀਕ ਹੈ, ਤੇ ਉਸਨੇ ਆਪਣੀ ਸੈਨਾ ਨੂੰ 6 ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਸੀ। ਪੈਦਲ ਸੈਨਾ, ਘੋੜਸਵਾਰ, ਹਾਥੀ, ਰੱਥਾਂ, ਜਲ ਸੈਨਾ ਤੇ ਆਵਾਜਾਈ ਦੇ ਸਾਧਨਾਂ ਵਾਲੀ ਸੈਨਾ। ਠੀਕ ਹੈ ਜੀ, ਇਹਨਾਂ ਨੂੰ 6 ਹਿੱਸਿਆਂ 'ਚ ਵੰਡਤਾ ਸੀਗਾ। ਇਹ ਸਾਰੀ ਚੀਜ਼ਾਂ ਤੁਸੀਂ ਧਿਆਨ 'ਚ ਰੱਖਣੀਆਂ ਜੀ। ਹਾਂਜੀ, ਵਟ ਵਾਸ ਦੀ ਕਰੈਕਟ ਰੈਂਕ ਆਫ ਦੀ ਬਾਲ ਅਧਿਕਰਨਾ ਇਨ ਦੀ ਗੁਪਤ ਏਜ? ਠੀਕ ਹੈ, ਦੱਸਣਾ ਹੈ ਵੀ ਕਿਹਦਾ ਰੈਂਕ ਸੀਗਾ। ਇਹ ਹੈੱਡ ਆਫ ਆਰਮੀ ਸੀ, ਸੈਨਾ ਦਾ ਮੁਖੀ ਸੀਗਾ। ਠੀਕ ਹੈ ਜੀ, ਜਿਹੜਾ ਗਾਂ ਸੈਨਾ ਨੂੰ 6 ਹਿੱਸਿਆਂ ਵਿੱਚ ਵੰਡਦਾ ਸੀ। ਅੱਗੇ ਆ ਗਿਆ ਜੀ ਆਪਣੇ ਕੋਲ ਸਮਾਜਿਕ ਜੀਵਨ। ਹਾਂਜੀ, ਗੁਪਤ ਕਾਲ ਦੇ ਵਿੱਚ ਸਮਾਜਿਕ ਜੀਵਨ ਦੇ ਵਿੱਚ ਸਭ ਤੋਂ ਪਹਿਲਾਂ ਪਰਿਵਾਰ। ਗੁਪਤ ਕਾਲ ਦੇ ਵਿੱਚ ਸਾਂਝੇ ਪਰਿਵਾਰ ਪ੍ਰਣਾਲੀ ਪ੍ਰਚਲਿਤ ਸੀ ਤੇ ਪਰਿਵਾਰ ਦਾ ਮੁਖੀਆ ਬਜ਼ੁਰਗ ਵਿਅਕਤੀ ਹੁੰਦਾ ਸੀ। ਹਾਂਜੀ, ਇੱਥੋਂ ਇਹ ਗੱਲ ਕਲੀਅਰ ਹੁੰਦੀ ਹੈ, ਪੁਰਸ਼ ਪ੍ਰਧਾਨ ਸਮਾਜ ਸੀਗਾ। ਕਿਹੜਾ ਸਮਾਜ ਸੀਗਾ ਇਹ? ਪੁਰਸ਼ ਪ੍ਰਧਾਨ। ਠੀਕ ਹੈ ਜੀ, ਇਹ ਧਿਆਨ 'ਚ ਰੱਖ ਲੈਣਾ, ਕਿਉਂਕਿ ਜਿਹੜਾ ਬਜ਼ੁਰਗ ਵਿਅਕਤੀ ਹੈ, ਜਿਹੜਾ ਆਦਮੀ ਹੈ, ਉਹ ਇਹਦਾ ਮੁਖੀਆ ਹੁੰਦਾ ਸੀ, ਨਾ ਕਿ ਔਰਤ। ਔਰਤਾਂ ਦੀ ਸਥਿਤੀ ਦੀ ਗੱਲ ਕਰਦੇ ਹਾਂ। ਔਰਤਾਂ ਦੀ ਜਿਹੜੀ ਸਥਿਤੀ ਹੈ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਮਾੜੀ ਹੋ ਗਈ ਸੀ ਗੁਪਤ ਕਾਲ ਦੇ ਵਿੱਚ। ਬਾਲ ਵਿਵਾਹ ਦੀ ਪ੍ਰਥਾ ਪ੍ਰਚਲਿਤ ਸੀਗੀ ਸਮਾਜ ਦੇ ਵਿੱਚ। ਵੈਸੇ ਤਾਂ ਇੱਕ ਪ੍ਰਥਾ ਪ੍ਰਚਲਿਤ ਸੀ ਵਿਆਹ ਦੀ, ਪਰ ਜਿਹੜੇ ਉੱਚ ਵਰਗ ਦੇ ਲੋਕ ਹੈ ਇੱਕ ਤੋਂ ਵੱਧ ਇਸਤਰੀਆਂ ਨਾਲ ਵਿਆਹ ਕਰਵਾਉਂਦੇ ਸੀ। ਵਿਧਵਾ ਦੇ ਪੁਨਰ ਵਿਆਹ ਤੇ ਵੀ ਪਾਬੰਦੀ ਲਗਾ ਦਿੱਤੀ ਸੀ। ਠੀਕ ਹੈ ਜੀ। ਹਾਂਜੀ, ਨੋਟ ਕੀ ਕਰਨਾ ਹੈ, ਜਿਹੜਾ ਨਾਰਦ ਸਮ੍ਰਿਤੀ ਹੈ ਉਹਦੇ ਵਿੱਚ ਵਿਧਵਾ ਵਿਆਹ ਦਾ ਜ਼ਿਕਰ ਕੀਤਾ ਗਿਆ, ਇਹ ਧਿਆਨ 'ਚ ਰੱਖਣਾ ਹੈ। ਠੀਕ ਹੈ ਜੀ, ਨਾਰਦ ਸਮ੍ਰਿਤੀ ਦੇ ਵਿੱਚ ਵਿਧਵਾ ਵਿਆਹ ਦਾ ਜ਼ਿਕਰ ਕੀਤਾ ਗਿਆ, ਪਰ ਵਿਧਵਾ ਵਿਆਹ ਤੇ ਪਾਬੰਦੀ ਲਗਾ ਦਿੱਤੀ ਗਈ ਸੀ ਗੁਪਤ ਕਾਲ ਦੇ ਵਿੱਚ। ਠੀਕ ਹੈ ਜੀ, ਇਹ ਧਿਆਨ 'ਚ ਰੱਖਣੀਆਂ, ਸਾਰੇ ਫੈਕਟ ਇੰਪੋਰਟੈਂਟ ਹੈ। ਹਾਂਜੀ, ਜਿਹੜੀਆਂ ਔਰਤਾਂ ਜਿਹੜੀਆਂ ਗੁਪਤ ਕਾਲ ਦੀਆਂ ਜਿਹੜੀਆਂ ਆਮ ਸਮਾਜ ਦੇ ਵਿੱਚ ਜਿਹੜੀਆਂ ਵਰਗ ਦੇ ਨਾਲ ਸੰਬੰਧਿਤ ਸੀ, ਉਹਨਾਂ ਨੂੰ ਮੁੱਢਲੀ ਸਿੱਖਿਆ ਤੋਂ ਵੀ ਇਨਕਾਰ ਕਰ ਦਿੱਤਾ ਜਾਂਦਾ ਸੀ। ਸਤੀ ਪ੍ਰਥਾ ਦਾ ਜਿਹੜਾ ਮਾਮਲਾ ਹੈ ਉਹ ਏਰਨ ਸ਼ਿਲਾਲੇਖ ਤੋਂ 510 ਈਸਵੀ ਦੇ ਵਿੱਚ ਸਾਹਮਣੇ ਆਉਂਦਾ ਹੈ। ਉਸ ਸਮੇਂ ਰਾਜਾ ਭਾਨੂ ਗੁਪਤ ਸੀਗਾ। ਠੀਕ ਹੈ ਜੀ, ਧਿਆਨ 'ਚ ਰੱਖਣਾ ਹੈ। ਜਿਹੜੀਆਂ ਉੱਚ ਵਰਗ ਦੀਆਂ ਜਿਹੜੀਆਂ ਔਰਤਾਂ ਉਹੀ ਪੜ੍ਹਦੀਆਂ ਸੀ, ਲਿਖਦੀਆਂ ਸੀ ਤੇ ਪ੍ਰਸ਼ਾਸਨ ਦੇ ਕੰਮਾਂ ਵਿੱਚ ਵੀ ਹਿੱਸਾ ਲੈਂਦੀਆਂ ਸੀ। ਦੇਵਦਾਸੀ ਪ੍ਰਥਾ ਵੀ ਪ੍ਰਚਲਿਤ ਸੀ। ਠੀਕ ਹੈ, ਜਿਹੜੀਆਂ ਰਾਣੀਆਂ ਉਹ ਬਹੁਤ ਸਾਰੀਆਂ ਦਾਸੀਆਂ ਉਹਦੇ ਨਾਲ ਰੱਖਦੀਆਂ ਸੀ। ਠੀਕ ਹੈ ਜੀ, ਇਹ ਸਾਰੇ ਦੇ ਸਾਰੇ ਜਿਹੜੇ ਫੈਕਟ ਧਿਆਨ 'ਚ ਰੱਖਣੇ ਆ। ਹਾਂਜੀ, ਹੁਣ ਗੱਲ ਕਰਦੇ ਹਾਂ ਜਾਤ ਪ੍ਰਥਾ ਦੀ। ਆਪਾਂ ਪੜ੍ਹ ਰਹੇ ਹਾਂ ਸੋਸ਼ਲ ਲਾਈਫ, ਉਹਦੇ ਵਿੱਚ ਜਾਤ ਪ੍ਰਥਾ। ਸਮਾਜ 4 ਵਰਗਾਂ ਦੇ ਵਿੱਚ ਵੰਡਿਆ ਹੋਇਆ ਸੀ: ਬ੍ਰਾਹਮਣ, ਕਸ਼ਤਰੀ, ਵੈਸ਼ ਤੇ ਨੀਵੀਂ ਜਾਤੀ ਦੇ ਲੋਕ, ਜਿਹਨੂੰ ਸ਼ੂਦਰ ਕਿਹਾ ਜਾਂਦਾ ਸੀ। ਪਹਿਲੀਆਂ 3 ਜਾਤੀਆਂ ਦੇ ਲੋਕ ਬ੍ਰਾਹਮਣ, ਕਸ਼ਤਰੀ ਤੇ ਵੈਸ਼, ਇਹ ਅੰਤਰਜਾਤੀ ਵਿਆਹ ਕਰ ਸਕਦੇ ਸੀ। ਠੀਕ ਹੈ ਜੀ, ਬ੍ਰਾਹਮਣ ਕਸ਼ਤਰੀ ਦੇ ਵਿੱਚ ਵਿਆਹ ਕਰ ਸਕਦੇ ਸੀ ਤੇ ਵੈਸ਼ ਲੋਕ ਬ੍ਰਾਹਮਣਾਂ ਦੇ ਵਿੱਚ ਵਿਆਹ ਕਰ ਸਕਦੇ ਸੀ। ਸਮਾਜ ਦੇ ਵਿੱਚ ਬ੍ਰਾਹਮਣਾਂ ਦਾ ਬਹੁਤ ਉੱਚਾ ਜਿਹੜਾ ਸਤਿਕਾਰ ਸੀਗਾ ਤੇ ਛੂਤ ਛਾਤ ਦੀ ਪ੍ਰਥਾ ਵੀ ਪ੍ਰਚਲਿਤ ਸੀ ਸਮਾਜ ਦੇ ਵਿੱਚ। ਨੀਵੀਆਂ ਜਾਤੀਆਂ ਦੇ ਲੋਕਾਂ ਦੇ ਨਾਲ ਬਹੁਤ ਮਾੜਾ ਵਿਵਹਾਰ ਹੈ, ਜਿਹੜਾ ਬੁਰਾ ਵਿਵਹਾਰ ਕੀਤਾ ਜਾਂਦਾ ਸੀ ਤੇ ਦਾਸ ਪ੍ਰਥਾ ਵੀ ਇਹਦੇ ਵਿੱਚ ਪ੍ਰਚਲਿਤ ਸੀ। ਠੀਕ ਹੈ ਜੀ, ਇਹ ਧਿਆਨ 'ਚ ਰੱਖਣੇ ਸਾਰੇ ਫੈਕਟ ਇੰਪੋਰਟੈਂਟ ਹੈ। ਮਨੋਰੰਜਨ ਦੀ ਗੱਲ ਕਰ ਲਈਏ। ਹਾਂਜੀ, ਜਿਹੜੇ ਕਈ ਤਰ੍ਹਾਂ ਦੇ ਨਾਲ ਜਿਹੜੇ ਲੋਕ ਆਪਣਾ ਮਨੋਰੰਜਨ ਕਰਦੇ ਸੀ। ਮੁੱਖ ਤੌਰ ਤੇ ਜੂਆ ਖੇਡਦੇ ਸੀ, ਚੌਪੜ ਜਾਂ ਸ਼ਤਰੰਜ ਖੇਡਦੇ ਸੀ। ਠੀਕ ਹੈ ਜੀ, ਸ਼ਿਕਾਰ ਦੇ ਵੀ ਸ਼ੌਕੀਨ ਸੀਗੇ। ਰੱਥ ਦੌੜਾਂ, ਪਸ਼ੂਆਂ ਤੇ ਮੁਰਗਿਆਂ ਆਦਿਆਂ ਦੀ ਲੜਾਈਆਂ ਵੇਖ ਕੇ ਆਪਣਾ ਮਨੋਰੰਜਨ ਕਰਦੇ ਸੀ। ਠੀਕ ਹੈ ਜੀ, ਇਹ ਮਨੋਰੰਜਨ ਦੇ ਸਾਧਨ ਸੀਗੇ। ਹਾਂਜੀ, ਕਿਸ ਕਿਤਾਬ ਦੇ ਵਿੱਚ ਵਿਧਵਾ ਨੂੰ ਦੁਬਾਰਾ ਵਿਆਹ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ? ਠੀਕ ਹੈ ਜੀ, ਇਹ ਨਾਰਦ ਸਮ੍ਰਿਤੀ ਹੈ ਜਿਹਦੇ ਵਿੱਚ ਵਿਧਵਾ ਵਿਆਹ ਦੀ ਗੱਲ ਕੀਤੀ ਗਈ ਹੈ। ਠੀਕ ਹੈ ਜੀ, ਧਿਆਨ 'ਚ ਰੱਖਣਾ। ਹਾਂਜੀ, ਹੁਣ ਗੱਲ ਕਰਦੇ ਹਾਂ ਆਰਥਿਕ ਜੀਵਨ ਦੀ। ਖੇਤੀਬਾੜੀ। ਗੁਪਤ ਕਾਲ ਦੇ ਵਿੱਚ ਲੋਕਾਂ ਦਾ ਮੁੱਖ ਧੰਦਾ ਖੇਤੀਬਾੜੀ ਸੀ। ਉਸ ਸਮੇਂ ਦੀਆਂ ਮੁੱਖ ਫਸਲਾਂ ਗੰਨਾ, ਚੌਲ, ਕਣਕ, ਕਪਾਹ ਤੇ ਪਟਸਨ ਤੇ ਨੀਲ ਸਨ। ਗੰਨਾ, ਚੌਲ, ਕਪਾਹ, ਪਟਸਨ ਤੇ ਨੀਲ। ਠੀਕ ਹੈ ਜੀ, ਧਿਆਨ 'ਚ ਰੱਖ ਲੈਣਾ। ਸਿੰਚਾਈ ਸਹੂਲਤ ਨੂੰ ਉੱਨਤ ਕਰਨ ਦੇ ਲਈ ਸਕੰਦਗੁਪਤ ਨੇ ਜਿਹੜੀ ਮੌਰੀਆ ਦੁਆਰਾ ਬਣਾਈ ਗਈ ਸੁਦਰਸ਼ਨ ਝੀਲ ਦੀ ਮੁਰੰਮਤ ਕਰਵਾਈ ਸੀ ਤੇ ਵੱਡੀ ਮਾਤਰਾ ਦੇ ਵਿੱਚ ਜਿਹੜਾ ਅੰਨ ਹੈ ਉਹ ਵਿਦੇਸ਼ਾਂ ਨੂੰ ਭੇਜਿਆ ਜਾਂਦਾ ਸੀ, ਨਿਰਯਾਤ ਕੀਤਾ ਜਾਂਦਾ ਸੀ। ਠੀਕ ਹੈ ਜੀ, ਧਿਆਨ ਰੱਖਣਾ ਹੈ। ਮੁੱਖ ਧੰਦਾ ਖੇਤੀਬਾੜੀ ਸੀ। ਇੰਡਸਟਰੀ। ਦੂਸਰਾ ਖੇਤੀਬਾੜੀ ਤੋਂ ਬਾਅਦ ਗੁਪਤ ਕਾਲ ਦੇ ਲੋਕਾਂ ਦਾ ਮੁੱਖ ਧੰਦਾ ਦੂਸਰਾ ਉਦਯੋਗ ਸੀ ਤੇ ਉਦਯੋਗ ਦੇ ਵਿੱਚ ਕਪੜਾ ਉਦਯੋਗ ਸਭ ਤੋਂ ਜ਼ਿਆਦਾ ਉੱਨਤ ਸੀ ਤੇ ਸੂਤੀ, ਰੇਸ਼ਮੀ, ਮਖਮਲ ਤੇ ਲਿਨਨ ਕਿਸਮ ਦੇ ਕੱਪੜੇ ਤਿਆਰ ਕੀਤੇ ਜਾਂਦੇ ਸੀ। ਇਸ ਤੋਂ ਇਲਾਵਾ ਹਾਥੀ ਦੰਦਾਂ ਦਾ ਕੰਮ, ਗਹਿਣੇ ਬਣਾਉਣ ਦਾ ਕੰਮ, ਕੀਮਤੀ ਪੱਥਰ, ਤਾਂਬੇ, ਲੋਹੇ, ਟਿਨ, ਚਮੜੇ ਆਦਿ ਉਦਯੋਗ ਵੀ ਉੱਨਤ ਸਨ, ਪਰ ਸਭ ਤੋਂ ਜ਼ਿਆਦਾ ਉੱਨਤ ਸੀ ਉਹ ਕਪੜਾ ਉਦਯੋਗ ਸੀ। ਵਪਾਰ। ਗੁਪਤ ਕਾਲ ਦੇ ਵਿੱਚ ਪਾਟਲੀਪੁੱਤਰ, ਉਜੈਨ, ਕੌਸਾਂਬੀ, ਬਨਾਰਸ, ਮਥੁਰਾ ਤੇ ਵਿਸ਼ਾਲੀ ਇਹ ਸਾਰੇ ਪ੍ਰਸਿੱਧ ਵਪਾਰੀ ਕੇਂਦਰ ਸੀ ਤੇ ਇਹ ਜਿਹੜੇ ਵਪਾਰੀ ਕੇਂਦਰ ਹੈ ਇਹ ਕਪੜਾ ਉਦਯੋਗ ਦੇ ਲਈ ਸਭ ਤੋਂ ਜ਼ਿਆਦਾ ਮਸ਼ਹੂਰ ਸਨ। ਠੀਕ ਹੈ ਜੀ, ਧਿਆਨ 'ਚ ਰੱਖਣਾ। ਤਾਮਰਲਿਪਤ, ਚੌਲ, ਭਾਰੂਕਸ਼ ਤੇ ਕੈਂਬੇ ਤੇ ਕਲਿਆਣ ਉਸ ਸਮੇਂ ਦੀਆਂ ਪ੍ਰਸਿੱਧ ਬੰਦਰਗਾਹਾਂ ਸਨ। ਠੀਕ ਹੈ ਜੀ, ਕਲਿਆਣ, ਕੈਂਬੇ, ਭਾਰੂਕਸ਼, ਚੌਲ ਤੇ ਤਾਮਰਲਿਪਤ ਉਸ ਸਮੇਂ ਦੀਆਂ ਪ੍ਰਸਿੱਧ ਬੰਦਰਗਾਹਾਂ ਸੀ ਤੇ ਇਹਨਾਂ ਬੰਦਰਗਾਹਾਂ ਤੋਂ ਸ਼੍ਰੀਲੰਕਾ, ਚੀਨ, ਅਰਬ, ਈਰਾਨ, ਮਿਸਰ, ਯੂਨਾਨ
ਰੋਮ, ਸੀਰੀਆ, ਬਰਮਾ ਆਦਿ ਦੇਸ਼ਾਂ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਮਾਲ ਭੇਜਿਆ ਜਾਂਦਾ ਸੀ। ਭਾਰਤ ਮੁੱਖ ਤੌਰ ਤੇ ਸੂਤੀ ਕੱਪੜੇ, ਰੇਸ਼ਮੀ ਕੱਪੜੇ, ਦਵਾਈਆਂ, ਗਰਮ ਮਸਾਲੇ, ਨੀਲ, ਨਾਰੀਅਲ ਤੇ ਹਾਥੀ ਦੇ ਦੰਦ ਤੋਂ ਬਣੀਆਂ ਵਸਤਾਂ ਦਾ ਨਿਰਯਾਤ ਕਰਦਾ ਸੀ। ਠੀਕ ਹੈ ਜੀ। ਗਰਮ ਮਸਾਲੇ ਮਸਾਲਿਆਂ ਲਈ ਵੀ ਬਹੁਤ ਮਸ਼ਹੂਰ ਸੀ ਭਾਰਤ, ਤੇ ਰੇਸ਼ਮੀ ਕੱਪੜੇ ਲਈ ਹਾਥੀ ਦੇ ਦੰਦ ਤੋਂ ਬਣੀਆਂ ਹੋਈਆਂ ਵਸਤਾਂ ਦੇ ਲਈ ਵੀ ਮਸ਼ਹੂਰ ਸੀਗਾ। ਇਹ ਸਾਰੀਆਂ ਚੀਜ਼ਾਂ ਬਾਹਰਲੇ ਮੁਲਕਾਂ ਨੂੰ ਭੇਜੀਆਂ ਜਾਂਦੀਆਂ ਸੀ ਤੇ ਸੋਨਾ, ਚਾਂਦੀ, ਰੇਸ਼ਮ, ਐਸ਼ੋ ਆਰਾਮੀਆਂ ਵਸਤਾਂ ਦਾ ਆਯਾਤ ਕੀਤਾ ਜਾਂਦਾ ਸੀਗਾ। ਠੀਕ ਹੈ ਜੀ। ਇਹ ਧਿਆਨ 'ਚ ਰੱਖਣੇ ਸਾਰੇ ਫੈਕਟਰ। ਗੁਪਤ ਕਾਲ ਦੇ ਵਿੱਚ ਸਭ ਤੋਂ ਵੱਧ ਉੱਨਤ ਉਦਯੋਗ ਕਿਹੜਾ ਸੀ? ਸਭ ਤੋਂ ਵੱਧ ਜਿਹੜਾ ਉੱਨਤ ਉਦਯੋਗ ਸੀ ਉਹ ਕੱਪੜਾ ਉਦਯੋਗ ਸੀ। ਠੀਕ ਹੈ ਜੀ। ਇਹ ਧਿਆਨ 'ਚ ਰੱਖਣਾ। ਗੁਪਤ ਕਾਲ ਦੇ ਵਿੱਚ ਲੋਕਾਂ ਦਾ ਮੁੱਖ ਧੰਦਾ ਕੀ ਸੀ? ਮੁੱਖ ਧੰਦਾ ਖੇਤੀਬਾੜੀ ਸੀ ਤੇ ਦੂਸਰਾ ਮੁੱਖ ਧੰਦਾ ਜਿਹੜਾ ਉਦਯੋਗ ਸੀ। ਹਾਂਜੀ, ਹੁਣ ਚੱਲਦੇ ਹਾਂ ਜੀ ਧਾਰਮਿਕ ਜੀਵਨ ਦੇ। ਹਾਂਜੀ, ਹਿੰਦੂ ਧਰਮ। ਗੁਪਤ ਕਾਲ ਦੇ ਵਿੱਚ ਹਿੰਦੂ ਧਰਮ ਨੇ ਆਪਣਾ ਜਿਹੜਾ ਸੁਨਹਿਰੀ ਗੁਰ ਮੁੜ ਪ੍ਰਾਪਤ ਕਰ ਲਿਆ। ਇਹ ਸਭ ਕੁਝ ਗੁਪਤ ਰਾਜਿਆਂ ਦੀ ਸਰਪ੍ਰਸਤੀ ਦੇ ਕਾਰਨ ਹੋਇਆ, ਕਿਉਂਕਿ ਜਿਹੜੇ ਗੁਪਤ ਰਾਜੇ ਆ ਉਹ ਜਿਹੜੇ ਹਿੰਦੂ ਧਰਮ ਦੇ ਅਨੁਯਾਈ ਸੀਗੇ। ਠੀਕ ਹੈ। ਉਹ ਵੈਸ਼ਨਵ ਧਰਮ ਨੂੰ ਮੰਨਦੇ ਸੀਗੇ। ਠੀਕ ਹੈ। ਇਸ ਕਰਕੇ ਜਿਹੜਾ ਹਿੰਦੂ ਧਰਮ ਹੈ ਬਹੁਤ ਜ਼ਿਆਦਾ ਪ੍ਰਫੁੱਲਿਤ ਹੋਇਆ ਇਸ ਯੁੱਗ ਦੇ ਵਿੱਚ। ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਜਿਹੜਾ ਬੁੱਧ ਧਰਮ ਹੈ ਉਹ ਕਾਫੀ ਜਿਹੜਾ ਪ੍ਰਚਲਿਤ ਰਿਹਾ। ਠੀਕ ਹੈ ਜੀ। ਬ੍ਰਹਮਾ, ਹਰੀਹਰ, ਸੂਰਜ, ਇੰਦਰ, ਵਰਨ, ਜਮ ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਸੀ। ਆਹ ਫੈਕਟ ਇੰਪੋਰਟੈਂਟ ਹੈ। ਗੰਗਾ ਤੇ ਜਮਨਾ ਦੀਆਂ ਮੂਰਤੀਆਂ ਦੇ ਜਿਹੜੇ ਰੂਪ ਹੈ ਉਹ ਵੀ ਗੁਪਤ ਕਾਲ ਦੀ ਦੇਣ ਹੈ। ਠੀਕ ਹੈ ਜੀ। ਵਰਤਮਾਨ ਸਮੇਂ ਦੇ ਵਿੱਚ ਜਿਹੜਾ ਹਿੰਦੂ ਧਰਮ ਹੈ ਜਿਹੜਾ ਉਹਦਾ ਜਿਹੜਾ ਰੂਪ ਹੈ ਉਹ ਇਸ ਯੁੱਗ ਦੇ ਵਿੱਚ ਹੀ ਬਣਿਆ। ਠੀਕ ਹੈ ਜੀ। ਗੁਪਤ ਯੁੱਗ ਦਾ ਜਿਹੜਾ ਹਿੰਦੂ ਧਰਮ ਹੈ ਉਹੀ ਅੱਜ ਜਿਹੜਾ ਪ੍ਰਚਲਿਤ ਹੈ। ਭਗਵਦ ਗੀਤਾ ਦੀ ਰਚਨਾ ਵੀ ਇਸੇ ਯੁੱਗ ਦੇ ਵਿੱਚ ਹੋਈ ਹੈ। ਠੀਕ ਹੈ ਜੀ। ਇਹ ਸਾਰੇ ਦੇ ਸਾਰੇ ਫੈਕਟ ਧਿਆਨ 'ਚ ਰੱਖਣੇ ਆ। ਜਿਹੜੇ ਗੁਪਤ ਜਿਹੜੇ ਸ਼ਾਸਕ ਸੀ, ਜਿਹੜੇ ਰਾਜੇ ਸੀ, ਉਹ ਵੈਸ਼ਨਵ ਸੀਗੇ, ਵਿਸ਼ਨੂੰ ਦੀ ਪੂਜਾ ਕਰਦੇ ਸੀਗੇ ਤੇ ਮੰਦਿਰਾਂ ਦੀ ਉਸਾਰੀ ਸਭ ਤੋਂ ਪਹਿਲਾਂ ਵੀ ਇਸੇ ਯੁੱਗ ਦੇ ਵਿੱਚ ਹੋਈ ਹੈ। ਧਿਆਨ ਰੱਖਣਾ, ਇਸ ਤੋਂ ਪਹਿਲਾਂ ਮੰਦਿਰ ਨਹੀਂ ਸਨ। ਠੀਕ ਹੈ। ਚੰਦਰਗੁਪਤ ਦੂਜੇ ਅਤੇ ਸਮੁੰਦਰਗੁਪਤ ਦੇ ਸਿੱਕਿਆਂ ਉੱਤੇ ਵਿਸ਼ਨੂੰ ਦੇ ਬਾਣ ਗਰੁੜ ਦੀ ਮੂਰਤੀ ਉਕੇਰੀ ਹੋਈ ਹੈ। ਠੀਕ ਹੈ। ਧਿਆਨ ਰੱਖਣਾ, ਜਿੰਨੇ ਵੀ ਸੋਨੇ ਦੇ ਸਿੱਕੇ ਚਲਾਏ ਸੀਗੇ ਸਮੁੰਦਰਗੁਪਤ, ਚੰਦਰਗੁਪਤ ਨੇ, ਉੱਤੇ ਇਹਨਾਂ ਦਾ ਇਹ ਰਾਸ਼ਟਰ ਪ੍ਰਤੀਕ ਸੀਗਾ ਗਰੁੜ, ਜਿਹਨੂੰ ਈਗਲ ਕਹਿ ਦਿੰਦੇ ਆਪਾਂ, ਬਾਜ ਕਹਿ ਦਿੰਦੇ ਹਾਂ। ਠੀਕ ਹੈ ਜੀ। ਉਹਦੀ ਇਹ ਚਿੱਤਰ ਜਿਹੜਾ ਹੈ ਸਿੱਕਿਆਂ ਦੇ ਉੱਪਰ, ਸੋਨੇ ਦੇ ਸਿੱਕਿਆਂ ਦੇ ਉੱਪਰ ਇਹ ਬਣਿਆ ਹੁੰਦਾ ਸੀ ਗਰੁੜ। ਸਕੰਦਗੁਪਤ ਦਾ ਜੂਨਾਗੜ੍ਹ ਜਿਹੜਾ ਸ਼ਿਲਾਲੇਖ ਹੈ ਅਤੇ ਬੁੱਧਗੁਪਤ ਦਾ ਜਿਹੜਾ ਏਰਨਥੰਮ ਦਾ ਸ਼ਿਲਾਲੇਖ ਹੈ ਉਸ ਨੂੰ ਉੱਥੇ ਵਿਸ਼ਨੂੰ ਦੀ ਉਸਤਤ ਜਿਹੜੀ ਹੈ ਉਹ ਉਹਦੇ ਨਾਲ ਸ਼ੁਰੂ ਹੁੰਦਾ ਹੈ। ਠੀਕ ਹੈ ਜੀ। ਇਹ ਧਿਆਨ ਰੱਖਣਾ। ਤਾਂ ਇਹ ਵੈਸ਼ਨਵ ਧਰਮ ਨੂੰ ਮੰਨਦੇ ਸੀ ਕਿਉਂਕਿ ਵਿਸ਼ਨੂੰ ਦੀ ਇਹ ਪੂਜਾ ਕਰਦੇ ਸੀਗੇ। ਤੇ ਜਿਹੜਾ ਏਰਨਥੰਮ ਸ਼ਿਲਾਲੇਖ ਹੈ ਜਿੱਥੇ ਸਤੀ ਪ੍ਰਥਾ ਦਾ ਆਪਾਂ ਨੂੰ ਪਹਿਲਾਂ 510 ਦੇ ਵਿੱਚ ਮਿਲਦਾ, ਉਸ ਸਮੇਂ ਰਾਜਾ ਭਾਨੂਗੁਪਤ ਸੀਗਾ ਤੇ ਏਰਨਥੰਮ ਸ਼ਿਲਾਲੇਖ ਬੁੱਧਗੁਪਤ ਨੇ ਇਹ ਬਣਾਇਆ ਸੀ। ਧਿਆਨ 'ਚ ਰੱਖ ਲੈਣਾ। ਸਕੰਦਗੁਪਤ ਦੇ ਬਲਦ ਆਕਾਰ ਦੇ ਸਿੱਕੇ ਸ਼ੈਵ ਧਰਮ ਦੇ ਵਿੱਚ ਉਸ ਦੀ ਆਸਥਾ ਦਾ ਸਬੂਤ ਹੈ। ਠੀਕ ਹੈ ਜੀ। ਜਿਹੜੇ ਸ਼ੈਵ ਧਰਮ ਦੇ ਨਾਲ ਸੰਬੰਧਿਤ ਜਿਹੜੇ ਸਿੱਕਿਆਂ ਦਾ ਜਿਹੜਾ ਆਕਾਰ ਹੈ ਉਹ ਬਲਦ ਰੂਪੀ ਸੀਗਾ। ਠੀਕ ਹੈ। ਤੇ ਉਹਨਾਂ ਸਿੱਕਿਆਂ ਦੇ ਉੱਪਰ ਸ਼ੈਵ ਧਰਮ ਦੀ ਆਸਥਾ ਦਾ ਜਿਹੜਾ ਸਬੂਤ ਹੈ ਉਹ ਮਿਲਦਾ ਹੈ ਵੀ ਇਹ ਸ਼ੈਵ ਨੂੰ ਵੀ ਮੰਨਦੇ ਸੀਗੇ, ਵੈਸ਼ਨਵ ਨੂੰ ਵੀ ਮੰਨਦੇ ਸੀ ਤੇ ਸ਼ਿਵ ਜੀ ਦੀ ਵੀ ਪੂਜਾ ਕਰਦੇ ਸੀ। ਹਾਂਜੀ, ਉਸ ਤੋਂ ਬਾਅਦ ਚੱਲਦੇ ਹਾਂ ਬੁੱਧ ਧਰਮ। ਗੁਪਤ ਕਾਲ ਦੇ ਵਿੱਚ ਬੁੱਧ ਧਰਮ ਵੀ ਪ੍ਰਚਲਿਤ ਸੀ, ਪਰ ਕਸ਼ਮੀਰ ਤੇ ਪੰਜਾਬ ਦੇ ਵਿੱਚ ਕਾਫੀ ਹਰਮਨ ਪਿਆਰਾ ਸੀ ਇਹ ਬੁੱਧ ਧਰਮ। ਇਸ ਤੋਂ ਇਲਾਵਾ ਬੁੱਧ ਧਰਮ ਨਾਲੰਦਾ, ਕੌਸ਼ਾਂਬੀ, ਕਾਂਚੀ, ਮਥੁਰਾ ਤੇ ਸਾਰਨਾਥ ਵਿੱਚ ਵੀ ਇਹ ਪ੍ਰਚਲਿਤ ਸੀ। ਪਰ ਬੁੱਧ ਧਰਮ ਦਾ ਪ੍ਰਭਾਵ ਆ ਉਹ ਪਹਿਲਾਂ ਵਰਗਾ ਨਹੀਂ ਰਿਹਾ ਸੀ। ਬੁੱਧ ਧਰਮ ਵੱਖ-ਵੱਖ ਸੰਪਰਦਾਵਾਂ ਦੇ ਵਿੱਚ ਵੰਡਿਆ ਗਿਆ ਸੀ। ਰਾਜਿਆਂ ਦੀ ਸਰਪ੍ਰਸਤੀ ਦੇ ਘਾਟ ਦੇ ਕਾਰਨ ਬੁੱਧ ਧਰਮ ਦਾ ਪ੍ਰਚਾਰ ਬਹੁਤ ਕਮਜ਼ੋਰ ਹੋ ਗਿਆ ਸੀ। ਹੁਣ ਗੱਲ ਕਰਦੇ ਹਾਂ ਜੈਨ ਧਰਮ। ਜੈਨ ਧਰਮ ਦਾ ਪ੍ਰਚਾਰ ਵੀ ਬਹੁਤ ਜ਼ਿਆਦਾ ਘਟ ਗਿਆ ਸੀ। ਮਥੁਰਾ ਤੇ ਬਲਬੀ ਜੈਨ ਧਰਮ ਦੇ ਮੁੱਖ ਜਿਹੜੇ ਹੈਗੇ ਆ ਕੇਂਦਰ ਸਨ। ਠੀਕ ਹੈ ਜੀ। ਧਿਆਨ 'ਚ ਰੱਖਣਾ, ਮਥੁਰਾ ਤੇ ਬਲਬੀ। ਇਹ ਸਾਰੇ ਫੈਕਟ ਤੁਸੀਂ ਧਿਆਨ 'ਚ ਰੱਖਣੇ। ਗੁਪਤ ਕਾਲ ਦੌਰਾਨ ਕਿਹੜਾ ਧਰਮ ਸਭ ਤੋਂ ਵੱਧ ਵਧੀਆ ਫੁੱਲਿਆ? ਉਹ ਸੀਗਾ ਜੀ ਆਪਣੇ ਕੋਲ ਹਿੰਦੂ ਧਰਮ, ਜਿਹਨੂੰ ਕਹਾਂਗੇ ਪੁਰਾਣ ਧਰਮ। ਠੀਕ ਹੈ ਜੀ। ਪੁਰਾਣ ਧਰਮ ਦਾ ਮਤਲਬ ਵੀ ਜਿਹੜੇ ਹੈਗੇ ਗ੍ਰੰਥ ਹੈ ਉਹ ਹਿੰਦੂ ਧਰਮ ਨਾਲ ਸੰਬੰਧਿਤ ਹੈ। ਗੰਗਾ ਤੇ ਜਮਨਾ ਦੀਆਂ ਮੂਰਤੀਆਂ ਸਭ ਤੋਂ ਪਹਿਲਾਂ ਕਿਸ ਕਾਲ? ਠੀਕ ਹੈ ਜੀ। ਗੰਗਾ ਤੇ ਜਮਨਾ ਦੀਆਂ ਮੂਰਤੀਆਂ ਦੱਸਣੀਆਂ। ਇਹ ਗੰਗਾ ਤੇ ਜਮਨਾ ਨਦੀਆਂ ਸੀ, ਉਹਦੇ ਨਾਂ 'ਤੇ ਮੂਰਤੀਆਂ ਬਣਾ ਦਿੱਤੀਆਂ ਗਈਆਂ ਸੀਗੀਆਂ। ਠੀਕ ਹੈ। ਮੰਦਰਾਂ ਦੇ ਵਿੱਚ ਸਜਾਈਆਂ ਗਈਆਂ ਬਾਅਦ ਵਿੱਚ। ਇਹ ਵੀ ਗੁਪਤ ਕਾਲ ਦੇ ਨਾਲ ਸੰਬੰਧਿਤ ਹੈ ਜੀ। Which among the following dynasty is known to have given the largest grant of villages to the temples and Brahmins? ਦੱਸਣਾ ਹੈ ਕਿਹੜਾ ਰਾਜਵੰਸ਼ ਹੈ ਜਿਸ ਨੇ ਮੰਦਰ ਬਣਾਉਣ ਦੇ ਲਈ ਤੇ ਬ੍ਰਾਹਮਣਾਂ ਨੂੰ ਸਭ ਤੋਂ ਜ਼ਿਆਦਾ ਭੂਮੀ ਦਾਨ ਵਿੱਚ ਦਿੱਤੀ? ਉਹ ਵੀ ਗੁਪਤ ਰਾਜੇ ਸੀਗੇ। ਦੀ ਰਾਇਲ ਸੀਲ ਆਫ ਗੁਪਤ ਬੋਰ ਦੀ ਐਮਬੈਲਮ ਆਫ। ਦੱਸਣਾ ਹੈ ਵੀ ਜਿਹੜੀ ਸੀਲ ਸੀਗੀਆਂ, ਮੋਹਰਾਂ ਸੀਗੀਆਂ ਗੁਪਤ ਰਾਜਾਂ ਦੀਆਂ, ਉਹਦੇ ਉੱਪਰ ਕਿਹਦਾ ਪ੍ਰਤੀਕ ਬਣਿਆ ਹੋਇਆ ਸੀਗਾ? ਉਹ ਗਰੁੜ ਦਾ ਜਾਂ ਈਗਲ ਦਾ ਪ੍ਰਤੀਕ ਬਣਿਆ ਹੋਇਆ ਸੀ। ਹਾਂਜੀ, ਹੁਣ ਚੱਲਦੇ ਹਾਂ ਜੀ ਲਿਟਰੇਚਰ ਤੇ। ਬਹੁਤ ਇੰਪੋਰਟੈਂਟ ਹੈ ਜਿਹੜੇ ਫੈਕਟ ਇਹਦੇ ਵਿੱਚ। ਸਭ ਤੋਂ ਪਹਿਲਾਂ ਕਾਲੀਦਾਸ। ਸੰਸਕ੍ਰਿਤ ਦਾ ਸਾਹਿਤ ਦਾ ਸਭ ਤੋਂ ਮਹਾਨ ਕਵੀ ਆ ਕਾਲੀਦਾਸ, ਇਸੇ ਯੁੱਗ ਵਿੱਚ ਹੋਇਆ। ਉਸਨੇ ਸ਼ਕੁੰਤਲਾ, ਮੇਘਦੂਤ, ਰਘੂਵੰਸ਼, ਕੁਮਾਰ ਸੰਭਵ ਤੇ ਵਿਕਰਮ ਵੰਸ਼ੀ, ਰਿਤੂ ਸੰਹਾਰ ਤੇ ਮਾਲ ਵਿਕਾਂਗਨਾ ਮਿੱਤਰ ਵਰਗੇ ਪ੍ਰਸਿੱਧ ਜਿਹੜੇ ਹੈ ਸੰਸਕ੍ਰਿਤ ਦੇ ਵਿੱਚ ਗ੍ਰੰਥਾਂ ਦੀ ਰਚਨਾ ਕੀਤੀ। ਕਾਲੀਦਾਸ ਨੇ ਆਪਣੀਆਂ ਕਿਰਤਾਂ ਰਾਹੀਂ ਸੰਸਕ੍ਰਿਤ ਸਾਹਿਤ ਨੂੰ 4 ਚੰਨ ਲਗਾ ਦਿੱਤੇ। ਠੀਕ ਹੈ ਜੀ। ਤੇ ਇਸੇ ਗੁਣਾ ਕਰਕੇ ਇਸ ਨੂੰ ਭਾਰਤ ਦਾ ਸ਼ੇਕਸਪੀਅਰ ਵੀ ਕਿਹਾ ਜਾਂਦਾ ਹੈ। ਕਾਲੀਦਾਸ ਨੂੰ ਭਾਰਤ ਦਾ ਸ਼ੇਕਸਪੀਅਰ ਕਿਹਾ ਜਾਂਦਾ ਹੈ। ਠੀਕ ਹੈ। ਤੇ ਇਹਨਾਂ ਦੀਆਂ ਜਿਹੜੀਆਂ ਰਚਨਾਵਾਂ ਉਹ ਧਿਆਨ 'ਚ ਰੱਖਣੀਆਂ। ਠੀਕ ਹੈ ਜੀ। ਸੰਸਕ੍ਰਿਤ ਦੇ ਵਿੱਚ ਇਹ ਲਿਖਦਾ ਸੀਗਾ। ਹਾਂਜੀ, ਗੁਪਤ ਯੁੱਗ ਦੌਰਾਨ ਜਿਹੜੇ ਲੇਖਕ ਹੈ ਉਹਨਾਂ ਦੀ ਆਪਾਂ ਚਰਚਾ ਕਰਦੇ ਹਾਂ। ਤੇ ਈਸ਼ਵਰ ਕ੍ਰਿਸ਼ਨ। ਠੀਕ ਹੈ ਜੀ। ਈਸ਼ਵਰ ਕ੍ਰਿਸ਼ਨ ਦੀ ਜਿਹੜੀ ਰਚਨਾ ਸੀ ਉਹ ਸਾਂਖੇ ਕਾਰਿਕਾ ਸੀ। ਵਾਤਸਾਨਿਆ ਉਹ ਕਾਮਸੂਤਰ ਲਿਖੀ ਹੈ ਵਾਤਸਾਨਿਆ ਨੇ। ਪਾਣਿਨੀ ਦਾ ਅਸ਼ਟਾਧਿਆਈ ਬਹੁਤ ਇੰਪੋਰਟੈਂਟ ਹੈ। ਜੈਦੇਵ ਦਾ ਗੀਤ ਗੋਵਿੰਦ। ਠੀਕ ਹੈ। ਵਾਜੀਕਸ ਦਾ ਕਮੋਦੀ ਮਹਾਉਤਸਵ। ਸੋਮਦੇਵ ਦਾ ਕਥਾ ਸ੍ਰਿਤ ਸਾਗਰ ਤੇ ਭਾਸ਼ ਦਾ ਸਪਨ ਵਾਸ ਦੱਤਾ। ਸੁਬਤ ਦਾ ਵਾਸਵ ਦੱਤ। ਭੱਟਿਨ ਦਾ ਰਾਵਣਵਧ, ਇਹ ਇੰਪੋਰਟੈਂਟ ਹੈ ਭੱਟਿਨ ਦਾ। ਵਿਸਾਖਾ ਦੱਤ ਦਾ ਮੁਦਰਾ ਰਾਕਸ਼ਸ। ਸੁਦਰਕ ਦਾ ਮ੍ਰਿਸ਼ ਕਟਿਕ। ਡੰਡੀ ਦਾ ਦਾਸ ਕੁਮਾਰ ਚਰਿਤ ਤੇ ਭਾਰਵੀ ਦਾ ਕਿਰਤਾ ਰਜਨੀਅਮ ਤੇ ਵਿਸ਼ਨੂੰ ਸ਼ਰਮਾ ਦਾ ਪੰਚਤੰਤਰ।
ਇਹਦੇ ਵਿੱਚ ਜੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ, ਇੱਕ ਤਾਂ ਹੈ ਜੀ ਪੰਚਤੰਤਰਾ, ਸੁਦਰਕ ਦਾ ਮ੍ਰਿਸ਼ਕਟਿਕ, ਵਿਸਾਖਾ ਦੱਤ ਦਾ ਮੁਦਰਾ ਰਾਖਸ਼ ਤੇ ਭੱਟਨ ਦਾ ਰਾਵਣਵਧ, ਠੀਕ ਹੈ ਜੀ, ਸੋਮਦੇਵ ਦਾ ਕਥਾ ਸ੍ਰਿਤ ਸਾਗਰ ਤੇ ਜੈਦੇਵ ਦਾ ਗੀਤ ਗੋਬਿੰਦ, ਪਾਨੀ ਦਾ ਅਸ਼ਟਾਧਿਆਇ ਤੇ ਵਾਤਸਾਇਨ ਦਾ ਕਾਮਸੂਤਰਾ। ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ, ਧਿਆਨ 'ਚ ਰੱਖਣੀ ਹੈ ਜੀ। ਕੁਝ ਹੋਰ ਭਾਰਤੀ ਸਾਹਿਤ, ਪਰ ਇਹ ਗੁਪਤ ਕਾਲ ਦੇ ਨਾਲ ਸੰਬੰਧਿਤ ਨਹੀਂ ਗਾ, ਪਰ ਹੈ ਇੰਪੋਰਟੈਂਟ ਹੈ, ਧਿਆਨ 'ਚ ਰੱਖਣਾ ਜਿਹੜਾ। ਹਾਂਜੀ, ਭਾਸ਼ ਦੁਆਰਾ ਲਿਖਿਆ ਗਿਆ ਸੀ ਦਾਰੀਦਰਾ ਚਰੂਦੱਤ, ਤੇ ਚਰੂਦੱਤ ਦੁਆਰਾ ਲਿਖਿਆ ਗਿਆ ਸੀਗਾ ਮ੍ਰਿਚਕਾਟਿਅਮ। ਵਿਸਾਖਾ ਦੱਤ ਦੁਆਰਾ ਮੁਦਰਾ ਰਾਖਸ਼ ਤੇ ਦੇਵੀ ਚੰਦਰਗੁਪਤਮ। ਬੰਦ ਬਟ ਜਿਹੜਾ 7ਵੀਂ ਸਦੀ ਦੇ ਵਿੱਚ ਕਦੰਬਰੀ ਤੇ ਹਰਸ਼ਚਰਿਤ, ਇੱਥੇ ਗਲਤ ਲਿਖਿਆ ਗਿਆ ਹਰਸ਼ਚਰਿਤ, ਠੀਕ ਹੈ ਜੀ, ਕਿਉਂਕਿ ਹਰਸ਼ ਦੇ ਦਰਬਾਰ ਦਾ ਕਵੀ ਸੀ ਬਾਨਭੱਟ। ਕ੍ਰਿਸ਼ਨ ਦੇਵ ਰਾਏ 16ਵੀਂ ਸਦੀ ਦੇ ਵਿੱਚ ਲਿਖਿਆ ਸੀ ਜੰਬਾਵਤੀ ਕਲਿਆਣਮ। ਤੇ ਅਮਰ ਸਿੰਘ ਕੋਸ਼ ਦੁਆਰਾ ਲਿਖਿਆ ਗਿਆ ਸੀ ਅਮਰਕੋਸ਼। ਵਿਸ਼ਨੂੰ ਸ਼ਰਮਾ ਦੁਆਰਾ ਪੰਚਤੰਤਰਾ ਤੇ ਵਾਤਸਾਨੀਆ ਦੁਆਰਾ ਕਾਮਸੂਤਰਾ, ਠੀਕ ਹੈ ਜੀ। ਇਹ ਸਾਰੇ ਗੁਪਤ ਕਾਲ ਨਾਲ ਸੰਬੰਧਿਤ ਨਹੀਂ, ਪਰ ਹੈ ਇੰਪੋਰਟੈਂਟ ਹੈ, ਧਿਆਨ 'ਚ ਰੱਖਣਾ ਹੈ। ਹਾਂਜੀ, ਅਭਿਗਿਆਨ ਸ਼ਕੁੰਤਲਮ ਜਿਹੜੀ ਇਹ ਲਿਖੀ ਗਈ ਸੀ ਕਾਲੀਦਾਸ ਦੁਆਰਾ। ਹਾਂਜੀ, ਵਿਚ ਅਮੰਗ ਦੀ ਫੋਲੋਇੰਗ ਇਜ਼ ਆਰ ਵਰਕਸ ਆਫ ਕਾਲੀਦਾਸ, ਦੱਸਣਾ ਇਹਨਾਂ ਵਿੱਚੋਂ ਕਾਲੀਦਾਸ ਦਾ ਕੰਮ ਕਿਹੜਾ ਹੈ। ਹਾਂਜੀ, ਰਿਤੂ ਸੰਹਾਰ ਵੀ ਇਹਦੇ ਦੁਆਰਾ ਲਿਖੀ ਗਈ ਹੈ, ਮੇਘਦੂਤ ਵੀ ਲਿਖੀ ਗਈ ਹੈ, ਮਾਲਵਿਕਾਂਗਨਾ ਮਿੱਤਰ, ਕੁਮਾਰ ਸੰਭਵ, ਠੀਕ ਹੈ, ਤੇ ਅਭਿਜਾਨ ਸ਼ਕੁੰਤਲਮ, ਇਹ ਸਾਰੀ ਇਹਦੇ ਦੁਆਰਾ ਲਿਖੀਆਂ ਗਈਆਂ। ਆਲ ਆਫ ਦੀ ਅਬਵ ਇਹਦਾ ਰਾਈਟ ਆਂਸਰ ਬਣੇਗਾ। ਦੇਵੀ ਚੰਦਰਗੁਪਤਮ ਦੀ ਰਚਨਾ ਕੀਤੀ ਸੀ, ਠੀਕ ਹੈ। ਦੇਵੀ ਚੰਦਰਗੁਪਤਮ ਦੀ ਜਿਹੜੀ ਰਚਨਾ ਹੈ ਉਹ ਵਿਸਾਖਾ ਦੱਤ ਨੇ ਕੀਤੀ ਸੀ, ਠੀਕ ਹੈ ਜੀ। ਤੇ ਮੁਦਰਾ ਰਾਖਸ਼ ਵੀ ਵਿਸਾਖਾ ਦੱਤ ਦੀ ਲਿਖੀ ਹੋਈ ਹੈ, ਧਿਆਨ ਰੱਖਣਾ। ਇਹ ਦੇਵੀ ਚੰਦਰਗੁਪਤਮ ਹੈ ਜਿਹੜੀ ਚੰਦਰਗੁਪਤ ਦੂਜੇ ਦੀ, ਜਿਹਨੂੰ ਆਪਾਂ ਵਿਕਰਮ ਦੱਤੇ ਕਹਿੰਦੇ ਹਾਂ, ਉਹਦੀ ਮਾਤਾ ਦੇ ਨਾਮ 'ਤੇ ਲਿਖੀ ਸੀਗੀ, ਠੀਕ ਹੈ ਜੀ, ਇਹ ਧਿਆਨ 'ਚ ਰੱਖਣਾ। ਪੰਚਤੰਤਰ ਜਿਹੜੀ ਇਹ ਵਿਸ਼ਨੂਗੁਪਤ ਦੁਆਰਾ ਲਿਖੀ ਗਈ ਹੈ, ਬਹੁਤ ਇੰਪੋਰਟੈਂਟ ਹੈ। ਮ੍ਰਿਸ਼ਕਟਿਅਮ ਸ਼ੂਦਰਕ ਦੀ ਇਹ ਰਚਨਾ ਜੀ। ਜਿਹੜੀ ਕਿਤਾਬ ਇਤਿਹਾਸਿਕ ਮਹੱਤਵ ਵਾਲੀ ਨਹੀਂ ਹੈ, ਯਾਨੀ ਕਿ ਇਤਿਹਾਸ ਦਾ ਵਰਣਨ ਨਹੀਂ ਕੀਤਾ ਗਿਆ। ਕਾਲੀਦਾਸ ਦੀ ਮਾਲਵਿਕਾਂਗਨਾ ਮਿੱਤਰਮ ਦੇ ਵਿੱਚ ਵੀ ਹੈਗਾ, ਵਿਸਾਖਾ ਦੱਤ ਦੀ ਮੁਦਰਾ ਰਾਖਸ਼ ਦੇ ਵਿੱਚ ਵੀ ਹੈਗਾ, ਕਾਹਲਨ ਦੀ ਰਾਜਤਰੰਗਨੀ ਦੇ ਵਿੱਚ ਕਸ਼ਮੀਰ ਦਾ ਇਤਿਹਾਸ ਹੈ, ਠੀਕ ਹੈ ਜੀ। ਬਾਨਭੱਟ ਦੀ ਜਿਹੜੀ ਕਦੰਬਰੀ ਹੈ ਇਹਦੇ ਵਿੱਚ ਕੋਈ ਇਤਿਹਾਸ ਨਹੀਂ ਹੈਗਾ, ਕੋਈ ਇਤਿਹਾਸਿਕ ਮਹੱਤਵ ਵਾਲੀ ਕੋਈ ਘਟਨਾ ਨਹੀਂ ਹੈਗੀ, ਠੀਕ ਹੈ ਜੀ, ਇਹ ਧਿਆਨ 'ਚ ਰੱਖਣਾ। ਸੂਚੀ 1 ਤੇ ਸੂਚੀ 2 ਨੂੰ ਮਿਲਾਉਣਾ। ਹਾਂਜੀ, ਸਭ ਤੋਂ ਪਹਿਲਾਂ ਮਹਾਭਾਸ਼ਿਆ ਜਿਹੜਾ ਉਹ ਪਤੰਜਲੀ ਦੁਆਰਾ ਲਿਖਿਆ ਗਿਆ, ਇਹ 4 ਨਾ ਮਿਲੇਗਾ। ਕੁਮਾਰ ਸੰਭਵ ਕਾਲੀਦਾਸ ਦੀ ਰਚਨਾ, ਇਹ 1 ਨਾ ਮਿਲੇਗਾ। ਹਾਂਜੀ, ਅਰਥ ਸ਼ਾਸਤਰ ਜਿਹੜਾ ਚਾਣਕਿਆ ਨੇ ਲਿਖਿਆ ਹੋਇਆ, ਇਹ 3 ਨਾਲ ਮੈਚ ਕਰੇਗਾ। ਅਸ਼ਟਾਧਿਆਇ ਪਾਨਿਨੀ ਦਾ, ਇਹ 2 ਨਾਲ ਮੈਚ ਕਰੇਗਾ, ਠੀਕ ਹੈ ਜੀ, ਇਹ ਧਿਆਨ 'ਚ ਰੱਖਣਾ ਹੈ, ਇੰਪੋਰਟੈਂਟ ਹੈ ਸਾਰੇ ਫੈਕਟ ਇਹ। ਹਾਂਜੀ, ਗੁਪਤ ਕਾਲ ਨੂੰ ਕਲਾਸਿਕ ਯੁੱਗ ਕਿਉਂ ਕਿਹਾ ਜਾਂਦਾ ਸੀ? ਹਾਂਜੀ, ਕਲਾਸਿਕ ਜਾਂ ਸਵਰਨ ਯੁੱਗ ਕਿਉਂ ਕਿਹਾ ਜਾਂਦਾ ਸੀ? ਕਾਰਨ ਸੀਗਾ ਜੀ ਕਲਾ ਤੇ ਸਾਹਿਤ ਦੀ ਬਹੁਤ ਜ਼ਿਆਦਾ ਤਰੱਕੀ ਹੋਈ, ਇਸ ਕਰਕੇ ਇਹਨੂੰ ਕਲਾਸਿਕ ਯੁੱਗ ਵੀ ਕਿਹਾ ਜਾਂਦਾ ਹੈ। ਹੂ ਇਜ਼ ਅ ਲਿਟਰੇਰੀ ਫਿਗਰ ਆਫ ਗੁਪਤ ਏਜ? ਸਾਹਿਤਿਕ ਦੱਸਣਾ ਹੈ ਵੀ ਕੌਣ ਸੀਗਾ ਫਿਗਰ ਗੁਪਤ ਯੁੱਗ ਦੀ। ਹਾਂਜੀ, ਕਾਲੀਦਾਸ, ਹਰੀ ਸੈਨ ਤੇ ਭੈਰਵੀ, ਇਹ ਸਾਰੇ ਦੇ ਸਾਰੇ ਜਿਹੜੇ ਗੁਪਤ ਏਜ ਨਾਲ ਸੰਬੰਧਿਤ ਕਵੀ ਹੈ। The reign of the Dash dynasty has been described as the golden age of the Indian civilization। ਭਾਰਤੀ ਸਭਿਅਤਾ ਦਾ ਕਿਹੜਾ ਜਿਹੜੀ ਡਾਇਨੈਸਟੀ ਵੰਸ਼ ਹੈ ਜਿਸ ਨੂੰ ਕਿ ਸੁਨਹਿਰੀ ਯੁੱਗ ਕਿਹਾ ਜਾਂਦਾ ਹੈ, ਠੀਕ ਹੈ ਜੀ, ਉਹ ਗੁਪਤ ਵੰਸ਼ ਨੂੰ ਕਿਹਾ ਜਾਂਦਾ ਹੈ, ਕਲਾ ਤੇ ਸਾਹਿਤ ਕਰਕੇ, ਇਹ ਧਿਆਨ 'ਚ ਰੱਖਣਾ ਜੀ। ਡਿਊਰਿੰਗ ਵਿਚ ਪੀਰੀਅਡ ਦੀ ਗ੍ਰੇਟ ਐਪਿਕ ਆਫ ਰਾਮਾਇਣ ਐਂਡ ਮਹਾਭਾਰਤ ਵਾਰ ਗਿਵਨ ਦੀ ਫਾਈਨਲ ਫਾਰਮ? ਦੱਸਣਾ ਹੈ ਰਾਮਾਇਣ ਤੇ ਮਹਾਭਾਰਤ ਨੂੰ ਜਿਹੜਾ ਅੰਤਮ ਜਿਹੜਾ ਰੂਪ ਹੈ ਉਹ ਕਿਸ ਯੁੱਗ ਦੇ ਵਿੱਚ, ਕਿਸ ਪੀਰੀਅਡ ਦੇ ਵਿੱਚ ਦਿੱਤਾ ਗਿਆ? ਉਹ ਵੀ ਗੁਪਤ ਪੀਰੀਅਡ ਦੇ ਵਿੱਚ ਦਿੱਤਾ ਗਿਆ। ਹਾਂਜੀ, ਅੱਗੇ ਹੈ ਜੀ ਆਪਣੇ ਕੋਲ ਵਿਗਿਆਨ, ਕਲਾ, ਚਿਕਿਤਸਕ ਤੇ ਜੋਤਿਸ਼ ਵਿਦਿਆ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਰੀਆਭੱਟ। ਆਰੀਆਭੱਟ ਇਸ ਯੁੱਗ ਦਾ ਸਭ ਤੋਂ ਮਹਾਨ ਵਿਗਿਆਨੀ, ਗਣਿਤ ਸ਼ਾਸਤਰੀ ਤੇ ਜੋਤਿਸ਼ ਸ਼ਾਸਤਰੀ ਮੰਨਿਆ ਗਿਆ, ਠੀਕ ਹੈ ਜੀ। ਇੱਕ ਗੱਲ ਧਿਆਨ ਰੱਖਣੀ, ਚਿਕਿਤਸਕ ਨਹੀਂ ਸੀਗਾ, ਇਹ ਮੈਡੀਕਲ ਸਾਇੰਸ ਨਾਲ ਇਹਦਾ ਕੋਈ ਸੰਬੰਧ ਨਹੀਂ ਸੀ। ਵਿਗਿਆਨੀ ਸੀਗਾ, ਗਣਿਤ ਸ਼ਾਸਤਰੀ ਸੀਗਾ ਤੇ ਨਾਲ ਨਾਲ ਜੋਤਿਸ਼ ਸ਼ਾਸਤਰੀ ਸੀਗਾ। ਆਰੀਆਭੱਟਮ ਜਿਹੜੀ ਕਿਤਾਬ ਹੈ ਜਿਹਦੇ ਵਿੱਚ ਉਹਨੇ ਮੈਥ ਤੇ ਜੋਤਿਸ਼ ਵਿਦਿਆ ਦੇ ਵਿੱਚ ਪੂਰੀ ਡਿਟੇਲ ਦੇ ਵਿੱਚ ਦੱਸਿਆ ਤੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ, ਜਿਹਦੇ ਵਿੱਚ ਅਲਜੈਬਰਾ ਹੋ ਗਿਆ, ਟ੍ਰਿਗਨੋਮੈਟਰੀ, ਰੇਖਾ ਗਣਿਤ, ਇਹਦੇ ਬਾਰੇ ਉਹਨੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਇਹਦੇ ਵਿੱਚ। ਹਾਂਜੀ, ਉਹ ਇੱਕ ਪੁਲਾੜ ਵਿਗਿਆਨੀ ਵੀ ਸੀਗਾ, ਐਸਟਰੋਨੌਟ ਵੀ ਸੀਗਾ, ਤੇ ਉਹਨੇ ਇਹ ਦੱਸਿਆ ਸੀ ਕਿ ਧਰਤੀ ਹੈ ਜਿਹੜੀ ਉਹ ਆਪਣੀ ਧੁਰੀ 'ਤੇ ਘੁੰਮਦੀ ਹੈ। ਇਹ ਵੈਰੀ ਵੈਰੀ ਇੰਪੋਰਟੈਂਟ ਹੈ, ਠੀਕ ਹੈ, ਧਰਤੀ ਆਪਣੀ ਧੁਰੀ 'ਤੇ ਘੁੰਮਦੀ ਹੈ। ਸਭ ਤੋਂ ਪਹਿਲਾਂ ਇਹ ਕਿਹਨੇ ਦੱਸਿਆ ਸੀਗਾ? ਠੀਕ, ਆਰੀਆਭੱਟ ਨੇ ਦੱਸਿਆ ਸੀ। ਹਾਂਜੀ, ਉਸਨੇ ਆਪਣੀ ਇੱਕ ਪ੍ਰਸਿੱਧ ਕਿਰਤ ਸੂਰਯ ਸਿਧਾਂਤ ਹੈ ਜਿਹੜੀ, ਉਹ ਵੀ ਆਰੀਆਭੱਟ ਦੀ ਲਿਖੀ ਗਈ ਹੈ। ਇਹਦੇ ਵਿੱਚ ਜਿਹੜੇ ਉਸ ਸਮੇਂ ਦੇ ਗੱਲਾਂ ਸੀ, ਕਹਿ ਰਹੇ ਸੀ ਜਿਹੜਾ ਗ੍ਰਹਿਣ ਲੱਗਦੇ ਆ ਰਾਹੂ ਕੇਤੂ ਕਰਕੇ ਲੱਗਦੇ ਆ, ਇਹਦਾ ਇਸ ਵਿੱਚ ਉਹਨੇ ਖੰਡਨ ਕੀਤਾ ਸੀਗਾ। ਉਹਨੇ ਇਸ ਗੱਲ ਕਲੀਅਰ ਕੀਤੀ ਸੀ ਵੀ ਇਹ ਗ੍ਰਹਿਣ ਲੱਗਣ ਦਾ ਕਾਰਨ ਹੈ ਜਿਹੜਾ ਸੂਰਜ ਗ੍ਰਹਿਣ, ਚੰਦਰਮਾ ਗ੍ਰਹਿਣ ਲੱਗਣ ਦਾ ਕਾਰਨ ਇਹ ਧਰਤੀ ਦਾ ਪਰਛਾਵਾਂ ਜਾਂ ਚੰਦਰਮਾ ਦਾ ਪਰਛਾਵਾਂ ਹੁੰਦਾ ਹੈ, ਕੋਈ ਰਾਹੂ ਕੇਤੂ ਦਾ ਪ੍ਰਭਾਵ ਨਹੀਂ ਹੁੰਦਾ, ਠੀਕ ਹੈ ਜੀ। ਜਦੋਂ ਸੂਰਜ ਗ੍ਰਹਿਣ ਲੱਗਦਾ ਹੈ ਤਾਂ ਸੂਰਜ ਦੇ ਧਰਤੀ ਦੇ ਵਿਚਕਾਰ ਚੰਦਰਮਾ ਆ ਜਾਂਦਾ ਤੇ ਉਹਦਾ ਪਰਛਾਵਾਂ ਪੈਂਦਾ ਹੈ। ਜਦੋਂ ਚੰਦਰਮਾ ਗ੍ਰਹਿਣ ਲੱਗਦਾ ਹੈ ਤੇ ਚੰਦਰਮਾ ਤੇ ਧਰਤੀ ਦੇ ਵਿਚਕਾਰ ਸੂਰਜ ਆ ਜਾਂਦਾ ਹੈ, ਠੀਕ ਹੈ ਜੀ, ਉਹਦਾ ਪਰਛਾਵਾਂ ਪੈਂਦਾ ਹੈ, ਠੀਕ ਹੈ ਜੀ। ਇਹ ਗੱਲ ਉਹਨੇ ਕਲੀਅਰ ਕੀਤੀ ਸੀਗੀ ਇਹਦੇ ਵਿੱਚ। ਹਾਂਜੀ, ਇਹ ਵੀ ਮੰਨਿਆ ਜਾਂਦਾ ਹੈ ਕਿ ਦਸ਼ਮਲਵ ਪ੍ਰਣਾਲੀ ਦੀ ਜਿਹੜੀ ਖੋਜ ਹੈ, ਠੀਕ ਹੈ, ਉਹ ਵੀ ਹਿੰਦੂਆਂ ਦੁਆਰਾ ਕੀਤੀ ਗਈ ਹੈ ਇਸੇ ਯੁੱਗ ਦੇ ਵਿੱਚ, ਦਸ਼ਮਲਵ ਪ੍ਰਣਾਲੀ ਦੀ ਖੋਜ, ਠੀਕ ਹੈ ਜੀ, ਇਹ ਧਿਆਨ 'ਚ ਰੱਖਣਾ ਹੈ। ਅੱਗੇ ਹੈ ਜੀ ਬ੍ਰਾਹਮਿਅਰ ਹੈ ਜਿਹੜਾ, ਉਹ ਇਸ ਪ੍ਰਸਿੱਧ ਦਾ ਇੱਕ ਵਿਗਿਆਨੀ ਸੀਗਾ, ਗੁਪਤ ਕਾਲ ਦੇ ਨਾਲ ਹੀ ਸੰਬੰਧਿਤ ਹੈ। ਉਹਦੀ ਸਭ ਤੋਂ ਪ੍ਰਸਿੱਧ ਜਿਹੜੀ ਰਚਨਾ ਹੈ ਉਹ ਬ੍ਰਹਮ ਸੰਹਿਤਾ ਹੈ, ਠੀਕ ਹੈ ਜੀ। ਤੇ ਇਸ ਵਿੱਚ ਉਸਨੇ ਖਗੋਲ ਵਿਗਿਆਨ, ਬਨਸਪਤੀ ਵਿਗਿਆਨ, ਗਣਿਤ, ਭੌਤਿਕ ਵਿਗਿਆਨ ਦੇ ਬਹੁਤ ਸਾਰੇ ਵਿਸ਼ਿਆਂ ਦੇ ਵਿੱਚ ਅਨਮੋਲ ਜਾਣਕਾਰੀ ਪ੍ਰਦਾਨ ਕੀਤੀ ਹੈ। ਤੇ ਉਹਦੀ ਦੂਜੀ ਪ੍ਰਸਿੱਧ ਜਿਹੜੀ ਰਚਨਾ ਹੈ ਉਹ ਪੰਚ ਸਿਧਾਂਤਿਕਾ ਹੈ। ਦੋਨੋਂ ਕਿਤਾਬਾਂ ਦੇ ਨਾਮ ਤੁਸੀਂ ਯਾਦ ਰੱਖਣੇ ਹੈ, ਬ੍ਰਹਮ ਸੰਹਿਤਾ ਤੇ ਪੰਚ ਸਿਧਾਂਤਿਕਾ, ਬ੍ਰਾਹਮਿਅਰ ਦੀ ਲਿਖੀ ਗਈ ਹੈ। ਇਹ ਖਗੋਲ ਵਿਗਿਆਨੀ ਸੀ, ਇਹ ਵੀ ਧਿਆਨ 'ਚ ਰੱਖ ਲੈਣਾ ਹੈ, ਠੀਕ ਹੈ। ਖਗੋਲ ਬਾਰੇ ਮਹੱਤਵਪੂਰਨ ਜਾਣਕਾਰੀ ਪੰਚ ਸਿਧਾਂਤਿਕਾ ਦੇ ਵਿੱਚ ਦਿੱਤੀ ਗਈ। ਹਾਂਜੀ, ਅੱਗੇ ਹੈ ਜੀ ਬ੍ਰਹਮਗੁਪਤ। ਇਹ ਬ੍ਰਹਮਗੁਪਤ ਤੀਸਰਾ ਮਹੱਤਵਪੂਰਨ ਵਿਗਿਆਨੀ ਸੀਗਾ,
ਠੀਕ ਹੈ ਜੀ। ਪਹਿਲਾਂ ਆਰੀਆਭੱਟ ਹੋ ਗਿਆ, ਫਿਰ ਬ੍ਰਾਹਮਿਅਰ ਹੋ ਗਿਆ, ਫਿਰ ਬ੍ਰਹਮਗੁਪਤ ਹੋ ਗਿਆ। ਉਸਨੇ ਗਣਿਤ ਤੇ ਖਗੋਲ ਸ਼ਾਸਤਰ ਦੇ ਸੰਬੰਧ ਵਿੱਚ ਕਈ ਨਵੀਆਂ ਖੋਜਾਂ ਕੀਤੀਆਂ। ਹਾਂਜੀ, ਜਿਹੜਾ ਨਿਊਟਨ ਦਾ ਜਿਹੜਾ ਸਿਧਾਂਤ ਹੈ ਵੀ ਗ੍ਰੈਵਿਟੀ ਲਾ ਹੈ ਵੀ ਹਰ ਚੀਜ਼ ਧਰਤੀ ਆਪਣੇ ਵੱਲ ਖਿੱਚਦੀ ਹੈ, ਉਹ ਇਸਨੇ ਕਈ ਸਦੀਆਂ ਪਹਿਲਾਂ ਹੀ ਬ੍ਰਹਮਗੁਪਤ ਨੇ ਦੇ ਦਿੱਤਾ ਸੀਗਾ, ਦੱਸ ਦਿੱਤਾ ਸੀ ਵੀ ਧਰਤੀ ਹਰ ਵਸਤੂ ਨੂੰ ਆਪਣੇ ਵੱਲ ਖਿੱਚਦੀ ਹੈ। ਨਾਗਾਰਜੁਨ ਇਹ ਬੋਧੀ ਵਿਦਵਾਨ ਹੋਣ ਦੇ ਨਾਲ ਨਾਲ ਦਵਾਈਆਂ ਦਾ, ਰਸਾਇਣ ਤੇ ਵਿਗਿਆਨ ਦਾ ਮਹਾਨ ਵਿਦਿਆਰਥੀ ਸੀਗਾ। ਠੀਕ ਹੈ ਜੀ। ਸੁਸ਼ਰੁਤ ਤੇ ਧਨਵੰਤੀ ਇਹ ਗੁਪਤ ਕਾਲ ਦੇ ਜਿਹੜੇ ਡਾਕਟਰ ਸੀ, ਆਯੁਰਵੈਦਿਕ ਦਵਾਈਆਂ ਦੇ ਲਈ ਮਸ਼ਹੂਰ ਡਾਕਟਰ ਸਨ। ਠੀਕ ਹੈ, ਧਿਆਨ 'ਚ ਰੱਖ ਲੈਣਾ। ਨੋਟ ਕੀ ਕਰਨਾ ਹੈ, ਠੀਕ ਹੈ। ਚਰਕ ਹੈ ਜਿਹੜਾ ਉਹ ਕਨਿਸ਼ਕ ਦੇ ਕਾਲ ਨਾਲ ਸੰਬੰਧਿਤ ਹੈ ਤੇ ਇਸ ਨੂੰ ਭਾਰਤੀ ਮੈਡੀਕਲ ਸਾਇੰਸ ਦਾ ਪਿਤਾਮਾ ਕਿਹਾ ਜਾਂਦਾ ਹੈ, ਧਿਆਨ ਰੱਖਣਾ ਹੈ। ਠੀਕ ਹੈ। ਸੁਸ਼ਰੁਤ ਤੇ ਧਨਵੰਤੀ ਹੈ ਇਹ ਗੁਪਤ ਕਾਲ ਦੇ ਨਾਲ ਸੰਬੰਧਿਤ ਹੈ ਤੇ ਚਰਕ ਹੈ ਜਿਹੜਾ ਉਹ ਕਨਿਸ਼ਕ ਕਾਲ ਦੇ ਨਾਲ ਸੰਬੰਧਿਤ ਹੈ। ਠੀਕ ਹੈ ਜੀ, ਇਹ ਸਾਰੀਆਂ ਗੱਲਾਂ ਇੰਪੋਰਟੈਂਟ ਹੈ, ਤੁਸੀਂ ਧਿਆਨ 'ਚ ਰੱਖਣੀਆਂ ਜੀ। ਹਾਂਜੀ, ਪ੍ਰਾਚੀਨ ਭਾਰਤ ਦਾ ਸਭ ਤੋਂ ਪ੍ਰਸਿੱਧ ਜੋਤਿਸ਼ੀ ਕਿਹਨੂੰ ਕਿਹਾ ਗਿਆ ਹੈ? ਉਹ ਆਰੀਆਭੱਟ ਨੂੰ ਕਿਹਾ ਗਿਆ ਹੈ। ਠੀਕ ਹੈ ਜੀ। Decimal numeral system, including the concept of zero, is invented in the India during which of the following dynasty? ਦੱਸਣਾ ਕਿਸ ਰਾਜਵੰਸ਼ ਦੇ ਸ਼ਾਸਨ ਦੌਰਾਨ ਡੈਸੀਮਲ ਸਿਸਟਮ ਪ੍ਰਣਾਲੀ ਤੇ ਜ਼ੀਰੋ ਦੀ ਖੋਜ ਕੀਤੀ ਗਈ ਸੀ? ਉਹ ਗੁਪਤ ਸਾਮਰਾਜ ਦੇ ਦੌਰਾਨ ਹੀ ਇਹਦੀ ਖੋਜ ਕੀਤੀ ਗਈ, ਜ਼ੀਰੋ ਦੀ ਖੋਜ ਤੇ ਦੈਸੀਮਲ ਪ੍ਰਣਾਲੀ ਦੀ ਖੋਜ। ਠੀਕ ਹੈ ਜੀ, ਧਿਆਨ ਚ ਰੱਖਣਾ। ਹਾਂਜੀ, ਡਿਊਰਿੰਗ ਗੁਪਤ ਏਜ ਆਰੀਆਭੱਟ ਵਾਜ਼ ਅ ਗ੍ਰੇਟ। ਗੁਪਤ ਏਜ ਦੇ ਦੌਰਾਨ ਆਰੀਆਭੱਟ ਕੀ ਸੀਗਾ? ਆਰੀਆਭੱਟ ਇੱਕ ਮੈਥਮੈਟੀਸ਼ੀਅਨ ਸੀਗਾ। ਠੀਕ ਹੈ ਜੀ, ਨਾ ਤਾਂ ਉਹ ਮੂਰਤੀ ਕਲਾਕਾਰ ਸੀ, ਨਾ ਹੀ ਰਾਜਨੀਤਿਕ ਸੀਗਾ, ਇਹ ਦੋਨੋਂ ਗਲਤ ਹੋ ਗਏ। ਉਹ ਸੀਗਾ ਇੱਕ ਗਣਿਤ ਸ਼ਾਸਤਰੀ। ਬ੍ਰਹਮ ਸੰਹਿਤਾ ਕਿਸ ਨੇ ਲਿਖੀ ਹੈ? ਠੀਕ ਹੈ ਜੀ, ਇਹ ਬ੍ਰਾਹਮਿਅਰ ਨੇ ਲਿਖੀ ਹੈ ਜੀ, ਇਹ ਧਿਆਨ ਚ ਰੱਖ ਲੈਣਾ ਜੀ। ਹੂ ਅਮੰਗ ਦੀ ਫੋਲੋਇੰਗ ਇਜ਼ ਨੋਨ ਫॉर ਹਿਜ਼ ਵਰਕ ਔਨ ਮੈਡੀਸਨ ਡਿਊਰਿੰਗ ਦੀ ਗੁਪਤ ਪੀਰੀਅਡ। ਗੁਪਤ ਪੀਰੀਅਡ ਦੇ ਵਿੱਚ ਕੌਣ ਜਾਣਿਆ ਜਾਂਦਾ ਹੈ ਆਪਣੇ ਮੈਡੀਕਲ ਦੇ ਵਰਕ ਦੇ ਲਈ? ਠੀਕ ਹੈ ਜੀ। ਚਰਕ ਹੈ, ਇਹਦਾ ਸੰਬੰਧ ਹੈ ਕੁਸ਼ਾਣ ਵੰਸ਼ ਦੇ ਨਾਲ ਹੈ, ਕਨਿਸ਼ਕ ਦੇ ਨਾਲ ਹੈ। ਇਹ ਸੁਸ਼ਰੁਤਾ ਇਹਦਾ ਆਨਸਰ ਬਣੇਗਾ। ਠੀਕ ਹੈ ਜੀ, ਸੁਸ਼ਰੁਤ ਜਿਹੜਾ ਸੀਗਾ ਗੁਪਤ ਪੀਰੀਅਡ ਦਾ ਇੱਕ ਡਾਕਟਰ ਸੀਗਾ, ਆਯੁਰਵੈਦਿਕ ਡਾਕਟਰ ਸੀ। ਹੇਠਾਂ ਦਿੱਤੇ ਵਿਦਵਾਨਾਂ ਵਿੱਚੋਂ ਕਿਸ ਨੇ ਸਾਬਿਤ ਕੀਤਾ ਕਿ ਧਰਤੀ ਗੋਲ ਹੈ ਤੇ ਆਪਣੀ ਧੁਰੀ ਤੇ ਘੁੰਮਦੀ ਹੈ? ਹਾਂਜੀ, ਉਹ ਸੀ ਆਰੀਆਭੱਟ। ਆਰੀਆਭੱਟ ਨੇ ਦੱਸਿਆ ਸੀਗਾ ਵੀ ਧਰਤੀ ਗੋਲ ਹੈ ਤੇ ਆਪਣੀ ਧੁਰੀ ਤੇ ਘੁੰਮਦੀ ਹੈ। ਤੇ ਜਿਹੜਾ ਬ੍ਰਹਮਗੁਪਤ ਹੈ ਉਹਨੇ ਨਿਊਟਨ ਦਾ ਜਿਹੜਾ ਲਾ ਸੀਗਾ, ਠੀਕ ਹੈ, ਉਹ ਦਿੱਤਾ ਸੀਗਾ ਵੀ ਹਰ ਵਸਤੂ ਨੂੰ ਧਰਤੀ ਆਪਣੇ ਵੱਲ ਖਿੱਚਦੀ ਹੈ। ਠੀਕ ਹੈ ਜੀ। ਜਿਹੜਾ ਸੁਸ਼ਰੁਤ ਸੀਗਾ ਇਹ ਡਾਕਟਰ ਸੀਗਾ। ਠੀਕ ਹੈ ਜੀ। ਤੇ ਬ੍ਰਾਹਮਿਅਰ ਹੈ ਜਿਹੜੀ ਇਹ ਜਿਹੜਾ ਸੀ ਖਗੋਲ ਵਿਗਿਆਨੀ ਸੀਗਾ। ਠੀਕ ਹੈ, ਧਿਆਨ 'ਚ ਰੱਖਣਾ ਹੈ। ਹਾਂਜੀ, ਗੁਪਤ ਸਾਮਰਾਜ ਦਾ ਪਤਨ। ਪਹਿਲਾ ਕਾਰਨ ਕਮਜ਼ੋਰ ਉੱਤਰਾਧਿਕਾਰੀ। ਸਕੰਦਗੁਪਤ ਤੋਂ ਬਾਅਦ ਜਿੰਨੇ ਵੀ ਅਧਿਕਾਰੀ ਆ ਉਹ ਸਾਰੇ ਕਮਜ਼ੋਰ ਸੀਗੇ। ਉੱਤਰਾਧਿਕਾਰ ਸੰਬੰਧੀ ਕੋਈ ਨਿਯਮ ਨਿਸ਼ਚਿਤ ਨਹੀਂ ਸੀਗਾ। ਠੀਕ ਹੈ ਜੀ। ਵਿਸ਼ਾਲ ਸਾਮਰਾਜ ਸੀਗਾ ਜਿਹਦੀ ਸਾਂਭ ਸੰਭਾਲ ਕਰਨਾ ਬੜਾ ਔਖਾ ਹੋ ਗਿਆ ਇਹਨਾਂ ਕਮਜ਼ੋਰ ਰਾਜਿਆਂ ਦੇ ਲਈ। ਸੈਨਾ ਦੀ ਕਮਜ਼ੋਰੀ ਕਾਰਨ ਵੀ ਗੁਪਤ ਸਾਮਰਾਜ ਦਾ ਪਤਨ ਹੋ ਗਿਆ। ਸੀਮਾ ਦੀ ਰੱਖਿਆ ਦੀ ਘਾਟ ਕਾਰਨ ਹੋ ਗਿਆ। ਫਾਈਨੈਂਸ਼ੀਅਲ ਕ੍ਰਾਈਸਿਸ, ਆਰਥਿਕ ਸੰਕਟਾਂ ਦੇ ਕਾਰਨ ਅੰਦਰੂਨੀ ਬਗਾਵਤਾਂ ਹੋ ਗਈਆਂ। ਬੁੱਧ ਧਰਮ ਦਾ ਪ੍ਰਭਾਵ ਹੈ ਜਿਹੜਾ ਉਹ ਜ਼ਿਆਦਾ ਸ਼ੁਰੂ ਹੋ ਗਿਆ ਕਿਉਂਕਿ ਹਰਸ਼ਵਰਧਨ ਆ ਜਿਹੜਾ ਉਹ ਟਾਈਮ ਪੀਰੀਅਡ ਉਹਦਾ ਸ਼ੁਰੂ ਹੋ ਜਾਂਦਾ ਹੈ। ਇਸ ਸਮੇਂ ਦੇ ਵਿੱਚ ਜਿਹੜਾ ਬੁੱਧੀ ਧਰਮ ਹੈ ਉਹਦਾ ਪ੍ਰਭਾਵ ਸ਼ੁਰੂ ਹੋ ਜਾਂਦਾ। ਉਹਨਾਂ ਦੇ ਹਮਲੇ ਇਹ ਹਮਲੇ ਜਿਹੜੇ ਉਹਦੇ ਕਰਕੇ ਵੀ ਗੁਪਤ ਸਾਮਰਾਜ ਜਿਹੜਾ ਉਹਦਾ ਪਤਨ ਹੋ ਗਿਆ। ਠੀਕ ਹੈ ਜੀ। ਇਹ ਸਾਰੇ ਤੁਸੀਂ ਧਿਆਨ 'ਚ ਰੱਖਣੇ ਆ ਪੁਆਇੰਟ ਵੀ ਕਿੰਨਾ ਕਰਕੇ ਗੁਪਤ ਸਾਮਰਾਜ ਦਾ ਪਤਨ ਹੋਇਆ। ਠੀਕ ਹੈ ਜੀ। ਤੇ ਮੈਨੂੰ ਉਮੀਦ ਹੈ ਅੱਜ ਦਾ ਸੈਸ਼ਨ ਤੁਹਾਨੂੰ ਸਾਰਿਆਂ ਨੂੰ ਪਸੰਦ ਆਇਆ ਹੋਵੇਗਾ।